जिसमें है अमृत ज्ञान है। मानक भगत वैराग, गुरु ग्रंथ साहिब उदद, बंदों कर अनुराग। श्री सतगुर शब्द कमाए जिन, जीते पंच विकार। तिन संतन को बंदना, सिर चरणन पग धार। दोहरा समत सदन कुमत है कदन, इंद बदन जग माहे। बंदो पद अरबिंद तह, कहो कथा सुखदाए। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। दोहरा समत सदन कुमत है कदन, इंद बदन जग माहे। ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਉਤਰਾਰਧ ਅਧਿਆਏ ਤੀਜਾ। ਕਵੀ ਸੰਤੋਖ ਸਿੰਘ ਜੀ ਮੰਗਲ ਕਰਦੇ ਹਨ। समत सदन कुमत है कदन, ਗੁਰੂ इंद ਨਾਨਕ ਸੱਚੇ ਪਾਤਸ਼ਾਹ ਜੀ ਸਮਤ ਚੰਗੀ ਸ੍ਰਿਸ਼ਟ ਮਤੀ ਵਾਲੇ ਹਨ, ਜੋ ਸ੍ਰਿਸ਼ਟ ਮਤੀ ਜੋ ਪਰਮਾਤਮਾ ਦਾ ਉਪਦੇਸ਼ ਦੇ ਕਰਕੇ ਵਿਛੜੇ ਜੀਵਾਂ ਨੂੰ ਪਰਮਾਤਮਾ ਨਾਲ ਮੇਲ ਦਿੰਦੇ ਹਨ। ਇਸ ਕਰਕੇ ਉਹ ਸ੍ਰਿਸ਼ਟ ਮਤ ਦੇ ਘਰ ਹਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕੁਮਤ ਹੈ ਕਦਨ, ਕੁਮਤ ਭੈੜੀ ਮਤ ਨੂੰ ਕੱਟਣ ਵਾਲੇ ਹਨ, ਦੂਰ ਕਰਨ ਵਾਲੇ ਹਨ, ਖਤਮ ਕਰਨ ਵਾਲੇ ਹਨ। इंद बदन जग माहे। ਇੰਦ ਬਦਨ ਮਹਾਰਾਜ ਦਾ ਸੁੰਦਰ ਬਦਨ ਹੈ, ਮਹਾਰਾਜ ਦਾ ਸਰਗੁਣ ਸਰੂਪ ਉਹ ਪਰਮੇਸ਼ਰ ਆਪ ਗੁਰੂ ਨਾਨਕ ਹੋ ਕੇ ਸੰਸਾਰ ਵਿੱਚ ਵਰਤ ਰਹੇ ਹਨ। बंदो पद अरबिंद तह, ਐਸੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਮੈਂ ਹੱਥ ਬੰਨ੍ਹ ਕੇ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਦਾ ਹਾਂ कहो कथा सुखदाए। ਤੇ ਮੈਂ ਕਥਾ ਜੋ ਸੁੱਖਾਂ ਨੂੰ ਦੇਣ ਵਾਲੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਮੈਂ ਹੁਣ ਆਪ ਜੀ ਨੂੰ ਦੱਸਦਾ ਹਾਂ। श्री बाला सुंदर वाच चौपई सुनिए श्री अंगद इतिहासा। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਭਾਈ ਬਾਲਾ ਜੀ ਕਹਿੰਦੇ ਹਨ, ਸਤਿਗੁਰੂ ਜੀ ਹੁਣ ਇਹ ਕਥਾ ਨੂੰ ਆਪ ਜੀ ਸਰਵਣ ਕਰੋ। विदा होए गमने सुख रासा। ਮਹਾਰਾਜ ਜੀ ਉਹ 6ਵੇਂ ਖੰਡ ਤੋਂ ਮਹਾਰਾਜ ਜੀ ਉਹ ਜਿਹੜਾ ਹਨ 5ਵੇਂ ਖੰਡ ਤੋਂ ਮਹਾਰਾਜ ਜੀ ਉਹਨਾਂ ਨੂੰ ਨਿਹਾਲ ਕਰਕੇ ਤੇ ਮਹਾਰਾਜ ਜੀ ਹੁਣ ਅੱਗੇ ਆਏ ਹਨ। केत माल जह खंड सुहावा। ਹੁਣ 6ਵਾਂ ਜਿਹੜਾ ਹੈ ਖੰਡ ਹੈ ਜਿਹਦਾ ਨਾਂ ਹੈ ਕੇਤਮਾਲ। ਸੋ ਕੇਤਮਾਲ ਇਹ ਖੰਡ ਹੈ ਮਹਾਰਾਜ ਜੀ ਜਿੱਥੇ ਸੁਹਾਵਾ ਤੇ ਜਿਹੜਾ ਹੈ ਜੇ ਅਗਰ ਇਸ ਦੀ ਖੋਜ ਕੀਤੀ ਜਾਵੇ ਇਹ ਬੰਗਾਲ ਦੇਸ਼ ਦੇ ਪਾਸੇ ਨੂੰ ਹੈ। ਸੋ ਇਹ ਜਿਹੜਾ ਇਲਾਕਾ ਹੈ ਇਹ ਚੰਡੀ ਦੀ ਪੂਜਾ ਕਰਨ ਵਾਲੇ ਹਨ ਜਾਂ ਦੁਰਗਾ ਦੀ ਪੂਜਾ ਕਰਨ ਵਾਲਾ ਸਾਰਾ ਇਲਾਕਾ ਹੈ। ਸੋ ਇਸ ਕਰਕੇ ਜਿਹੜਾ ਹੈ ਇਹਨਾਂ ਨੂੰ ਜਿਹੜਾ ਹੈ ਚੰਡੀ ਪੂਜ ਇਲਾਕਾ ਵੀ ਕਿਹਾ ਜਾਂਦਾ ਹੈ। तहा पहुँचे दुख बन दावा। ਮਹਾਰਾਜ ਜੀ ਉੱਥੇ ਪਹੁੰਚ ਗਏ ਜੋ ਦੁੱਖਾਂ ਨੂੰ ਜਿਹੜਾ ਹਨ ਦਾਵਾ ਮਤਲਬ ਕਿ ਜਿਵੇਂ ਦਾਵਾ ਅਗਨੀ ਹੁੰਦੀ ਹੈ ਜੋ ਜੰਗਲ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਉਹ ਅਗਨੀ ਦੀ ਤਰ੍ਹਾਂ ਹਨ ਜੋ ਆਪਣੇ ਪਾਪਾਂ ਰੂਪੀ ਜੰਗਲ ਨੂੰ ਵਨ ਨੂੰ ਸਾੜ ਕੇ ਸੁਆਹ ਕਰ ਦਿੰਦੇ ਹਨ। भूप प्रजा तह के नर सारे। ਦੇਖੋ ਭੂਪ ਪ੍ਰਜਾ ਜੋ ਭੂਪ ਹੈ ਜੋ ਰਾਜਾ ਹੈ ਜੋ ਉਸਦੀ ਪ੍ਰਜਾ ਹੈ ਤੇ ਸਾਰੇ ਨਰ ਜੋ ਉੱਥੇ ਰਹਿਣ ਵਾਲੇ ਹਨ पूज है श्री चंडी हित धारे। ਉਹ ਚੰਡੀ ਦੀ ਪੂਜਾ ਕਰਦੇ ਹਨ, ਉਹ ਚੰਡੀ ਦੀ ਹੀ ਪੂਜਾ ਕਰਿਆ ਕਰਦੇ ਹਨ। मेला हो तो विशाल सो तहवा। ਤੇ ਉਸ ਵੇਲੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉੱਥੇ ਪਹੁੰਚੇ ਤਾਂ ਉਦੋਂ ਮੇਲਾ ਹੋ ਰਿਹਾ ਸੀ। भवन काल का राजत जहवा। ਦੇਖੋ ਭਵਨ ਕਹਿੰਦੇ ਕਿ ਮੰਦਰ ਸੁੰਦਰ ਮੰਦਰ ਬਣੇ ਹੋਏ ਸਨ ਜੋ ਕਾਲ ਕਾ ਜੋ ਕਿ ਇਹ ਜਿਹੜੀ ਹੈ ਦੁਰਗਾ ਦੇ ਜੋ ਵੱਡੇ ਵੱਡੇ ਮੰਦਰ ਜੋ ਬਹੁਤ ਜਿਹੜੇ ਹਨ ਸੁੰਦਰ ਸ਼ੋਭਾ ਦੇਣ ਵਾਲੇ ਬਣਾਏ ਹੋਏ ਸਨ। वैसे श्री गुरु मार्ग माही। ਮਹਾਰਾਜ ਜੀ ਰਸਤੇ ਵਿੱਚ ਹੀ ਬੈਠ ਗਏ नर अनेक आवह एक जाही। ਤੇ ਨਰ ਜਿਹੜੇ ਹਨ ਮਨੁੱਖ ਜਿਹੜੇ ਹਨ ਉਹ ਮੰਦਰ ਦੇ ਰਸਤੇ ਉੱਤੇ ਸਤਿਗੁਰੂ ਜੀ ਬੈਠੇ ਹਨ। ਸੋ ਕਈ ਲੋਕ ਮੰਦਰ ਨੂੰ ਜਾਂਦੇ ਹਨ, ਕਈ ਮੁੜਦੇ ਹਨ। लेले बल पस भेट चढ़ाव है। ਕਹਿਣ ਲੱਗੇ ਹੁਣ ਜਦੋਂ ਉਹ ਜਾਂਦੇ ਹਨ ਉਹਨਾਂ ਦੇ ਹੱਥਾਂ ਵਿੱਚ ਦੇਖਿਆ ਜਾਂਦਾ ਹੈ ਛੋਟੀਆਂ ਛੋਟੀਆਂ ਬੇਬੀ ਭੇਡਾਂ ਲੈ ਕੇ ਉਹ ਜਾਂਦੇ ਹਨ ਦੁਰਗਾ ਦੇ ਜਿਹੜਾ ਹਨ ਸੈਕਰੀਫਾਈਸ ਕਰਨ ਵਾਸਤੇ, ਦੁਰਗਾ ਦੀ ਭੇਟਾ ਦੇਣ ਵਾਸਤੇ, ਦੁਰਗਾ ਦੀ ਕੁਰਬਾਨੀ ਦੇਣ ਵਾਸਤੇ। ਸੋ ਇਸ ਕਰਕੇ ਜਿਹੜਾ ਹਨ ਉਹ ਲੈ ਕੇ ਜਾਂਦੇ ਹਨ। ਕਈ ਜਿਹੜੇ ਹਨ ਬਲੀ ਪਸ਼ੂ ਵੱਡੀਆਂ ਵੱਡੀਆਂ ਗਾਈਆਂ ਮੱਝਾਂ ਨੂੰ ਲੈ ਕੇ ਜਾਂਦੇ ਹਨ ਉੱਥੇ ਭੇਟਾ ਚੜਾਉਣ ਵਾਸਤੇ ਜਾਂ ਉੱਥੇ ਸੈਕਰੀਫਾਈਸ ਕਰਾਉਣ ਵਾਸਤੇ। ਇਸ ਪ੍ਰਕਾਰ ਸਤਿਗੁਰੂ ਜੀ ਰਸਤੇ ਵਿੱਚ ਬੈਠੇ ਭਾਈ ਬਾਲਾ ਤੇ ਭਾਈ ਮਰਦਾਨੇ ਦੇ ਨਾਲ ਇਹ ਸਭ ਦ੍ਰਿਸ਼ਟਾਂਤ ਮਹਾਰਾਜ ਜੀ ਇਹ ਸਾਰਾ ਦ੍ਰਿਸ਼ਟ ਦੇਖ ਰਹੇ ਹਨ। वर पाव है निज शीस झुकाव है। ਦੇਖੋ ਵਰ ਪਾਉਣ ਵਾਸਤੇ, ਦੁਰਗਾ ਨੂੰ ਖੁਸ਼ ਕਰਨ ਵਾਸਤੇ, ਉਹ ਚੰਡੀ ਨੂੰ ਖੁਸ਼ ਕਰਨ ਵਾਸਤੇ ਇਹ ਭੇਟਾ ਲੈ ਕੇ ਜਾਂਦੇ ਹਨ ਦੁਰਗਾ ਦੀ। ਸੋ ਉੱਥੇ ਜਿਹੜੀਆਂ ਹਨ ਇਹ ਭੇਟਾ ਦੇ ਕੇ
ਤੇ ਸਿਰ ਝੁਕਾਉਂਦੇ ਹਨ, ਮੱਥਾ ਟੇਕਦੇ ਹਨ। जब है नृपत ले आयो टोला। ਉਸ ਵੇਲੇ ਕੀ ਹੋਇਆ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦੇਖਦਿਆਂ ਹੀ ਦੇਖਦਿਆਂ ਉਸ ਜਿਹੜਾ ਹਨ ਉਸ ਖੰਡ ਦਾ ਰਾਜਾ ਆ ਗਿਆ। ਉਹ ਰਾਜਾ ਜਿਹੜਾ ਹੈ ਉਹ ਵੀ ਵੱਡੇ ਟੋਲੇ ਦੇ ਨਾਲ, ਉਹਦੇ ਨਾਲ ਬਹੁਤ ਸਾਰੇ ਲੋਕ ਹਨ। ਰਾਜਾ ਘੋੜੇ ਤੇ ਜਾ ਰਿਹਾ ਹੈ। हम है बिलोकत मुख ते बोला। ਉਸ ਵੇਲੇ ਰਾਜੇ ਨੇ ਕਹਿੰਦਾ, ਸਾਡੇ ਵੱਲ ਦੇਖਿਆ ਭਾਈ ਬਾਲਾ ਜੀ, ਕਹਿੰਦਾ ਜਾਂਦਿਆਂ ਜਾਂਦਿਆਂ ਰਾਜਾ ਦੇਖਦਾ ਹੈ, ਕਹਿੰਦੇ ਸਾਡੇ ਵੱਲ। पर देश के मनुज दिसाव है। ਤੇ ਉਹ ਆਪਣੇ ਬੰਦਿਆਂ ਨੂੰ ਕਹਿੰਦਾ ਹੈ ਵੀ ਜਿਹੜੇ 3 ਬੰਦੇ ਬੈਠੇ ਹਨ ਇੱਥੇ, ਗੁਰੂ ਨਾਨਕ ਸਾਹਿਬ, ਭਾਈ ਮਰਦਾਨਾ ਤੇ ਭਾਈ ਬਾਲਾ ਜੀ, ਕਹਿੰਦੇ ਇਹ ਹੋਰ ਕੋਈ ਦੇਸ਼ ਦੇ ਬੰਦੇ ਲੱਗਦੇ, ਇਹ ਆਪਣੇ ਦੇਸ਼ ਦੇ ਬੰਦੇ ਨਹੀਂ ਹੈਗੇ। एक गह लेव है भेंट चढ़ाव है। ਕਹਿਣ ਲੱਗੇ ਚਲੋ ਇਹਨਾਂ ਵਿੱਚੋਂ ਇੱਕ ਬੰਦੇ ਨੂੰ ਚੁੱਕ ਲਿਆਓ, ਆਪਾਂ ਇਹਦੀ ਵੀ ਭੇਟਾ ਦੇਵਾਂਗੇ, ਇਹਦੀ ਵੀ ਬਲੀ ਚੜਾ ਦੇਵਾਂਗੇ ਜਾ ਕੇ ਦੇਵੀ ਤੇ। ਹਾਂਜੀ, ਚਾਹੇ ਕਹਿੰਦੇ ਆ 3 ਬੈਠੇ ਨੇ ਵਿਹਲੇ, ਚੱਕ ਲਿਆਓ ਇੱਕ ਨੂੰ, ਕੋਈ ਗੱਲ ਨਹੀਂ। ਕਹਿੰਦੇ ਜਿਹੜਾ ਵੀ ਉਹ ਅੱਗੇ ਨੇੜੇ ਹੋਇਆ ਉਹਨੂੰ ਚੁੱਕ ਕੇ ਲਿਆਓ। सुनिए श्री अंगद कह बाला। ਭਾਈ ਬਾਲਾ ਜੀ ਉਸ ਵੇਲੇ ਕਹਿੰਦੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਿ ਮਹਾਰਾਜ ਸ੍ਰੀ ਗੁਰੂ ਅੰਗਦ ਸਾਹਿਬ ਜੀ ਸੁਣੋ ਜੀ। मुझको गह लीनो तेह काला। ਕਹਿਣ ਲੱਗੇ ਹੋਰ ਤਾਂ ਕਿਸੇ ਨੂੰ ਨਹੀਂ ਫੜਿਆ, ਉਹਨਾਂ ਨੇ ਮੈਨੂੰ ਹੀ ਫੜ ਲਿਆ। ਭਾਈ ਬਾਲਾ ਜੀ ਕਹਿੰਦੇ, ਭਾਈ ਬਾਲਾ ਜੀ ਕਹਿੰਦੇ ਮੈਨੂੰ ਚੁੱਕ ਕੇ ਲੈ ਗਏ। मोहर खाए बजावे ढोलू। ਹਾਂ, ਕਹਿਣਗੇ ਜਿਹੜਾ ਹਨ ਕੀ ਹੋਇਆ, ਉਹ ਜਿਹੜੇ ਹਨ ਇੰਨੇ ਖੁਸ਼ ਹੋਏ, ਕਹਿੰਦੇ ਮੈਨੂੰ ਫੜ ਕੇ ਵੀ ਚੰਗੀ ਬਲੀ ਮਿਲ ਗਈ। ਅੱਜ ਦੁਰਗਾ ਸਾਡੀ ਤੇ ਬਹੁਤ ਖੁਸ਼ ਹੋ ਗਈ ਵੀ ਬੰਦਾ ਚੰਗਾ ਸੋਹਣਾ ਲੱਗਦਾ ਹੈ, ਸੁਨੱਖਾ ਬੰਦਾ ਹੈ, ਕਹਿੰਦੇ ਇਹਦੀ ਬਲੀ ਚੜਾਵਾਂਗੇ ਅੱਜ। ਤੇ ਕਹਿੰਦੇ ਬਹੁਤ ਜੇ ਇੰਨੀ ਖੁਸ਼ੀ ਉਹਨਾਂ ਨੂੰ ਹੋਈ, ਢੋਲ ਵਜਾਉਂਦੇ ਜਾਂਦੇ ਹਨ। ਭਾਈ ਬਾਲੇ ਨੂੰ ਤਾਂ ਇਸ ਤਰ੍ਹਾਂ ਲੈ ਕੇ ਜਾਂਦੇ ਜਿਵੇਂ ਬਾਲੇ ਦਾ ਵਿਆਹ ਕਰਾਉਣਾ ਹੁੰਦਾ ਹੈ। मुझ है चलायो अग्रज टोलू। ਕਹਿਣ ਲੱਗੇ ਮੈਨੂੰ ਅੱਗੇ ਅੱਗੇ ਤੋਰਦੇ ਹਨ ਤੇ ਪਿੱਛੇ ਪਿੱਛੇ ਢੋਲ, ਪਾਸੇ ਪਾਸੇ ਢੋਲ ਵਜਾਉਂਦੇ ਜਾਂਦੇ ਹਨ। ਰਾਜਾ ਵੀ ਪਿੱਛੇ ਪਿੱਛੇ ਆ ਰਿਹਾ, ਮੈਨੂੰ ਸਾਹਮਣੇ ਤੋਰ ਰਹੇ ਹਨ, ਜਿਹੜਾ ਹੈ ਜਿਵੇਂ ਜੰਜ ਪਿੱਛੇ ਆ ਰਹੀ ਹੁੰਦੀ ਹੈ। कह के भेंट भली हम पाई। ਕਹਿਣ ਲੱਗੇ ਇੱਕ ਦੂਜੇ ਨੂੰ, ਕਹਿੰਦੇ ਆ ਦੇਖ ਕੇ, ਕਹਿੰਦੇ ਬੜੀ ਚੰਗੀ ਭੇਟਾ ਲੱਭ ਗਈ ਅੱਜ। ਹਾਂਜੀ, ਬਹੁਤ ਚੰਗੀ ਭੇਟਾ ਹੈ, ਹੁਣ ਤਾਂ ਲੱਗ ਜਾ ਅੱਜ ਦੁਰਗਾ ਨੇ ਪ੍ਰਗਟੇ ਹੋ ਜਾਣਾ ਹੈ, ਅੱਜ ਤਾਂ ਦੁਰਗਾ ਜੱਫੀ ਪਾ ਕੇ ਮਿਲੂ। ਹੋਇਆ ਪ੍ਰਸੰਨ ਬਰ ਦੇ ਜਗ ਮਾਈ। ਹਾਂ, ਕਹਿਣ ਲੱਗੇ ਜਗ ਮਾਈ ਜਿਹੜੀ ਦੁਰਗਾ ਹੈ ਅੱਜ ਬੜੀ ਖੁਸ਼ ਹੋ ਗਈ ਸਾਡੇ ਤੇ, ਜੋ ਅਸੀਂ ਮੰਗਾਂਗੇ ਨਾ ਅੱਜ ਦੁਰਗਾ ਨੇ ਦੇ ਹੀ ਦੇਣਾ। ਅੱਜ ਫॉर श्योर ਹੈ ਸਾਡੀ ਅੱਜ ਪ੍ਰੇਅਰਸ ਜਿਹੜੀ ਹਨ ਫੁੱਲਫਿਲ ਹੋਈ ਜਾਣੀ ਹੈ। ਇਸ ਛਨ ਆਇਓ ਟਿਗ ਮਰਦਾਨਾ। ਉਸ ਵੇਲੇ ਭਾਈ ਮਰਦਾਨਾ ਜਿਹੜਾ ਹੈ ਉਹ ਭੱਜ ਕੇ ਆਇਆ ਭਾਈ ਬਾਲੇ ਕੋਲ। ਭਾਈ ਬਾਲੇ ਜੀ ਨੂੰ ਲਈ ਜਾਂਦੇ ਹਨ, ਢੋਲ ਵੱਜਦੇ ਜਾਂਦੇ ਹਨ ਤੇ ਵੱਡਾ ਟੋਲਾ ਲੈ ਕੇ ਚੱਲਿਆ ਹੈ। ਭਾਈ ਮਰਦਾਨਾ ਭੱਜਿਆ ਭੱਜਿਆ ਆਇਆ ਭਾਈ ਬਾਲੇ ਕੋਲ। ਮੁਝ ਸੋ ਇਸ ਵਿਦ ਬਚਨ ਬਖਾਨਾ। ਆ ਕੇ ਕਹਿੰਦਾ ਮੇਰਾ ਕੋਲ ਭਾਈ ਮਰਦਾਨਾ ਜਿਹੜਾ ਹੈ ਮੈਨੂੰ ਇਸ ਤਰ੍ਹਾਂ ਦੇ ਬਚਨ ਆ ਕੇ ਕਹੇ ਭਾਈ ਮਰਦਾਨੇ ਨੇ, ਕਿਉਂਕਿ ਅੱਜ ਪਹਿਲੀ ਵਾਰੀ ਭਾਈ ਬਾਲਾ ਫਸਿਆ ਹੈ। ਉਹ ਤਾਂ ਜਿਹੜਾ ਹੈ ਆਮ ਕਰਕੇ ਭਾਈ ਮਰਦਾਨਾ ਫਸਦਾ ਹੁੰਦਾ ਹੈ, ਤੇ ਪਹਿਲੀ ਵਾਰੀ ਭਾਈ ਬਾਲਾ ਫਸਿਆ ਤੇ ਭਾਈ ਮਰਦਾਨਾ ਜਿਹੜਾ ਭੱਜਿਆ ਆਇਆ। ਭਾਈ ਬਾਲਾ ਕਹਿੰਦਾ ਕੀਪਤਾ ਮੈਨੂੰ ਮੇਰੀ ਮਦਦ ਕਰਨ ਆਇਆ ਹੋਊਗਾ, ਜਾਂ ਮੈਨੂੰ ਖਿੱਚ ਕੇ ਲੈ ਕੇ ਭੱਜ ਕੇ ਮੈਨੂੰ ਬਚਾਉਣ ਵਾਸਤੇ ਆਇਆ ਹੋਊਗਾ। ਤੇ ਆ ਕੇ ਕੋਲੇ ਬਾਲੇ ਰਹਿਓ ਜੀਵਨ ਤੇਰਾ। ਮੈਨੂੰ ਆ ਕੇ ਕਹਿੰਦਾ ਬਾਲਿਆ ਤੂੰ ਤਾਂ ਮਰਿਆ, ਤੇਰਾ ਤਾਂ ਜੀਵਨ ਮੁੱਕ ਗਿਆ, ਯੋਰ ਲਾਈਫ ਇਜ਼ ਡਨ। ਕਹਿੰਦਾ ਤੇਰਾ ਤਾਂ ਲਾਈਫ ਜਿਹੜਾ ਖਤਮ ਹੋ ਗਿਆ, ਐਂਡ ਹੋ ਗਿਆ ਹੁਣ। ਮ੍ਰਿਤ ਕਾਲ ਨੇ ਤੋ ਕੋ ਘੇਰਾ। ਹਾਂ, ਇਹ ਜਿਹੜਾ ਤੇਰੇ ਪਿੱਛੇ ਆ ਰਿਹਾ ਨਾ ਸਾਰਾ ਟੋਲਾ, ਕਹਿੰਦਾ ਇਹਨਾਂ ਬੰਦਿਆਂ ਦਾ ਟੋਲਾ ਨਾ ਸਮਝੀ, ਇਹ ਤੇਰੀ ਮੌਤ ਆ, ਤੇਰੀ ਮੌਤ ਨੇ ਤੈਨੂੰ ਘੇਰ ਲਿਆ ਅੱਜ। ਭਾਈ ਬਾਲਿਆ ਤੂੰ ਨਹੀਂ ਬਚਦਾ ਅੱਜ। ਸਿਰ ਉਤਾਰ ਕੇ ਭੇਟ ਚੜਾਵ ਹੈ। ਹਾਂ, ਕਹਿਣ ਲੱਗੇ ਭਾਈ ਬਾਲਿਆ ਪਰ ਇੰਨੀ ਗੱਲ ਜ਼ਰੂਰ ਹੈ, ਕਹਿੰਦਾ ਜਿਹੜਾ ਹੈ ਨਾ ਜਦੋਂ ਤੇਰੀ ਭੇਟਾ ਦੇਣੀ ਹੈ ਨਾ ਦੁਰਗਾ ਨੂੰ, ਉਹ ਬਹੁਤਾ ਦੁੱਖ ਨਹੀਂ ਹੋਗਾ, ਕਿਉਂਕਿ 1 ਲੱਖ ਤੋਂ ਉਹਨਾਂ ਨੇ ਤੇਰਾ ਸਿਰ ਵੱਢਣਾ, ਇੱਕ ਝਟਕਾ ਮਾਰਨਾ ਉਹਨਾਂ ਨੇ, ਤੇਰਾ ਸਿਰ ਲੱਥ ਜਾਣਾ। ਭਾਈ ਬਾਲੇ ਨੂੰ ਕਹਿੰਦਾ ਤੂੰ ਫਿਕਰ ਨਾ ਕਰੀ, ਬਹੁਤਾ ਨਹੀਂ ਦੁੱਖ ਲੱਗੇਗਾ। ਪੂਜ ਗੌਰ ਜਾਂ ਕੋ ਬਾਰ ਪਾਵ ਹੈ। ਹਾਂ, ਕਹਿਣ ਲੱਗੇ ਪੂਜ ਗੌਰਵਾਂ, ਕਹਿੰਦੇ ਆਪਣੀ ਦੇਵੀ ਉਹ ਜਿਹੜਾ ਚੰਡੀ ਦੀ ਉਹਨਾਂ ਨੇ ਪੂਜਾ ਕਰਨੀ ਹੈ ਤੇ ਇਹਨਾਂ ਨੇ ਵਰ ਮੰਗਣਾ ਹੈ। ਕਹਿੰਦੇ ਭਾਈ ਬਾਲਿਆ ਤੂੰ ਬੜਾ ਪਰਉਪਕਾਰ ਦਾ ਕੰਮ ਕਰ ਰਿਹਾ, ਜਿਹੜਾ ਇਹਨਾਂ ਦਾ ਭਲਾ ਕਰ ਰਿਹਾ, ਤੇਰੀ ਕੁਰਬਾਨੀ ਕਰਕੇ ਇਹਨਾਂ ਨੂੰ ਵਰ ਮਿਲਨੇ ਹਨ। ਮੈਂ ਬੋਲਿਓ ਤੈਂ ਝੂਠ ਉਚਾਰਾ। ਉਸ ਵੇਲੇ ਭਾਈ ਬਾਲਾ ਕਹਿੰਦਾ ਭਾਈ ਮਰਦਾਨੇ ਨੂੰ, ਕਹਿੰਦਾ ਮਰਦਾਨਿਆ ਤੂੰ ਕੀ ਝੂਠ ਬੋਲੀ ਜਾਂਦਾ ਮੇਰੇ ਨਾਲ। ਮਰਨ ਜੀਵਨ ਤਨ ਕੋ ਵਿਵਹਾਰ। ਕਹਿਣ ਲੱਗੇ ਦੇਖ ਭਾਈ ਮਰਦਾਨਿਆ, ਕਹਿੰਦਾ ਜਿਹੜਾ ਜਿਉਣਾ ਤੇ ਮਰਨਾ ਤਾਂ ਸਰੀਰ ਦਾ ਕੰਮ ਹੈ, ਸਰੀਰ ਜੰਮਦੇ ਨੇ, ਸਰੀਰ ਜਿਹੜੇ ਬਾਡੀ ਨੇ ਫਿਜ਼ੀਕਲ ਬਾਡੀ ਇਹੀ ਮਰਦੇ ਹਨ। ਪੰਜ ਤੱਤ ਮਿਲ ਸਿਰਜ ਸਰੀਰਾ। ਦੇਖੋ ਇਹ ਸਰੀਰ ਬਣਿਆ 5 ਤੱਤਾਂ ਦਾ, ਤਾਂ 5 ਤੱਤ ਇਕੱਠੇ ਹੋ ਕੇ ਸਰੀਰ ਬਣ ਗਿਆ ਫਿਜ਼ੀਕਲ ਬਾਡੀ। ਪਰ ਕਹਿੰਦੇ ਇਹ ਤਾਂ ਸਿਰਫ 5 ਤੱਤੇ ਹੁੰਦੇ ਹਨ ਸਾਰੇ, ਤੇ ਇਹਨੇ ਸਰੀਰ ਬਣਾਇਆ ਹੈ। ਬਿਨਸ ਜਾਤ ਜਬ ਹੋਤ ਬਖੀਰਾ। ਦੇਖੋ ਜਦੋਂ ਕਹਿੰਦੇ ਬਿਨਸ ਜਾਤ, ਜਦੋਂ ਇਹ ਸਰੀਰ ਮਰਦਾ ਹੈ 5 ਤੱਤ ਜਿਹੜੇ ਹੁੰਦੇ ਹਨ ਉਹ 5 ਤੱਤਾਂ 'ਚ ਜਾ ਮਿਲਦੇ ਹਨ। ਆਤਮ ਵਿਖਿਆ ਨਾ ਜਨਮ ਨਾ ਮਰਨਾ। ਦੇਖੋ ਜੇ ਆਤਮਾ ਵੱਲ ਦੇਖ ਮਰਦਾਨਿਆ, ਕਹਿੰਦਾ ਨਾ ਜੀਵਨ ਹੈ ਨਾ ਮਰਨਾ ਹੈ, ਆਤਮਾ ਤਾਂ ਨਹੀਂ ਜੰਮਦੀ ਮਰਦੀ ਹੈਗੀ। ਹਰਖ ਨਾ ਸੋਕ ਨਾ ਕਹਿਤੇ ਡਰਨਾ। ਕਹਿੰਦੇ ਦੇਖੋ ਆਤਮਾ ਜਿਹੜੀ ਹੈ ਉਹਦਾ ਜਿਹੜਾ ਹੈ ਉਹ ਆਤਮਾ ਐਸੀ ਹੈ ਜਿਹੜੀ ਕਿ ਉਹਦੇ ਵਿੱਚ ਸੋਗ ਤੇ ਉਹਦੇ 'ਚ ਖੁਸ਼ੀ ਕੋਈ ਨਹੀਂ ਹੁੰਦੀ।
ਤੇ ਉਹ ਆਤਮਾ ਐਸੀ ਹੈ ਜਿਹੜਾ ਕਿਸੇ ਤੋਂ ਵੀ ਨਹੀਂ ਡਰਦੀ। ਮਾਰ ਨਾ ਸਕਹਿ ਤਾਹੇ ਕੋ ਮਰਦਾਨਿਆਂ ਕਹਿੰਦੇ ਮੇਰੇ ਸਰੀਰ ਨੂੰ ਤਾਂ ਮਾਰ ਦੇਗਾ, ਭਾਈ ਬਾਲਾ ਕਹਿੰਦਾ ਮੇਰੀ ਆਤਮਾ ਦਾ ਕੀ ਕਰਨਗੇ? ਕੌਣ ਮੇਰੀ ਆਤਮਾ ਨੂੰ ਮਾਰ ਸਕਦਾ ਹੈ? ਸਤ ਚੇਤਨ ਨਿਤ ਆਨੰਦ ਜੋ। ਦੇਖੋ ਉਹ ਆਤਮਾ ਤਾਂ ਜਿਹੜੀ ਹੈ ਉਹ ਸਤ ਚੇਤਨ ਤੇ ਆਨੰਦ ਸਰੂਪ ਹੈ, ਉਹ ਪਰਮਾਤਮਾ ਦਾ ਹੀ ਅੰਸ਼ ਹੈ, ਉਹ ਪਰਮਾਤਮਾ ਆਪ ਹੈ। ਇਸ ਕਰਕੇ ਜੇ ਆਤਮਾ ਸਤ ਚੇਤਨ ਤੇ ਆਨੰਦ ਰੂਪ ਹੈ ਤਾਂ ਆਤਮਾ ਵੀ ਉਹੀ ਹੈ। ਪਾਵਕ ਦਹਿ ਨਾ ਨੀਰ ਡੁਬੈ ਹੈ। ਦੇਖੋ ਨਾ ਇਹਨੂੰ ਅੱਗ ਸਾੜ ਸਕਦੀ ਹੈ ਆਤਮਾ ਨੂੰ, ਨਾ ਜਿਹੜਾ ਪਾਣੀ ਡੁਬੋ ਸਕਦਾ ਹੈ। ਹਾਂਜੀ, ਕੋਟ ਸ਼ਸਤਰ ਸੋ ਨਹੀਂ ਛਿਦੈ ਹੈ। ਕਰੋੜਾਂ ਹੀ ਸ਼ਾਸਤਰ ਮਾਰੇ ਜਾਣ, ਕਰੋੜਾਂ ਹੀ ਜਿਹੜੀਆਂ ਹਨ ਤਲਵਾਰਾਂ ਦੇ ਨਾਲ ਇਹਨੂੰ ਚੀਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਵੀ ਇਹ ਨਹੀਂ ਮਰਦੀ। ਆਤਮਾ ਤਾਂ ਐਸੀ ਹੈ ਜਿਹਨੂੰ ਕੋਈ ਵੀ ਮਾਰ ਨਹੀਂ ਸਕਦਾ, ਕੋਈ ਸ਼ਾਸਤਰ ਛੋ ਨਹੀਂ ਸਕਦਾ। ਜੀਵਨ ਮਰਨਾ ਮਨ ਹੈ ਪ੍ਰਾਨੀ। ਦੇਖੋ ਜੀਵਨ ਤੇ ਮਰਨਾ ਜਿਹੜਾ ਹੈ ਮਨ ਹੈ ਪ੍ਰਾਣੀ। ਜਿਹੜਾ ਪ੍ਰਾਣੀ ਹੈ, ਜਿਹੜਾ ਪ੍ਰਾਣਾ ਧਾਰ ਸਰੀਰ ਨੂੰ ਮੰਨਣ ਵਾਲਾ ਹੈ, ਜਿਹੜਾ ਆਪਣੇ ਆਪ ਨੂੰ ਇਹ ਪ੍ਰਾਣਾ ਇਹ ਲਾਈਫ ਫੋਰਸਸ ਦਾ ਬਣਿਆ ਹੀ ਹੋਈ ਬੋਡੀ ਨੂੰ ਆਪਣਾ ਸਰੂਪ ਜਾਣਨ ਵਾਲਾ ਹੈ। ਕਹਿੰਦੇ ਉਹ ਬੰਦੇ ਜਿਹੜੇ ਹੁੰਦੇ ਨੇ ਅਗਿਆਨਤਾ ਕਰਕੇ ਉਹ ਆਪਣੀ ਮੌਤ ਨੂੰ ਮੰਨਦੇ ਹਨ। ਤਨ ਹੰਕਾਰ ਸੋ ਜੇ ਅਗਿਆਨੀ। ਦੇਖੋ ਤਨ ਹੰਕਾਰ, ਫਿਰ ਜਿਹੜੇ ਆਪਣੇ ਸਰੀਰ ਨੂੰ ਮੰਨਦੇ ਕਿ ਇਹ ਸਰੀਰ ਇਹ ਫਿਜ਼ੀਕਲ ਬੋਡੀ ਇਟਸ ਮੀ, ਮੈਂ ਇਹ ਫਿਜ਼ੀਕਲ ਬੋਡੀ ਹਾਂ, ਤਾਂ ਕਹਿੰਦੇ ਜੋ ਐਸਾ ਮੰਨਦੇ ਹਨ ਤੇ ਫਿਰ ਉਹ ਤਨ ਤੇ ਹੰਕਾਰ ਕਰਦੇ ਨੇ, ਉਹ ਤਨ ਸਰੀਰ ਨੂੰ ਆਪਣਾ ਜਾਣਦੇ ਨੇ। ਭਾਈ ਬਾਲਾ ਕਹਿੰਦਾ ਵੀ ਜੋ ਸਰੀਰ ਹੀ ਨਹੀਂ ਮੇਰਾ ਹੈਗਾ, ਇਹ ਤਾਂ ਪੰਜ ਤੱਤਾਂ ਦਾ ਬਣਿਆ ਹੋਇਆ ਹੈ, ਇਹ ਤਾਂ ਮੇਰਾ ਹੈ ਹੀ ਨਹੀਂ, ਤੇ ਇਹਦੇ ਜਾਣ ਕਰਕੇ ਇਹਦੀ ਕੁਰਬਾਨੀ ਦੇ ਕੇ ਵੀ ਮੇਰਾ ਕੀ ਜਾਂਦਾ? ਆਈ ਡੋਂਟ ਲੂਜ਼ ਐਨੀਥਿੰਗ ਬਿਕਾਜ਼ ਦ ਬੋਡੀ ਡਜ਼ਨਟ ਬਿਲੋਂਗਸ ਟੂ ਮੀ, ਮੈਂ ਤਾਂ ਇਹ ਬੋਡੀ ਹੈ ਹੀ ਨਹੀਂ ਗੀ। ਸੋ ਇਸ ਕਰਕੇ ਅੰਤ ਸਮਾ ਤਨ ਆਨ ਲਗਤ ਜਬ। ਕਹਿਣ ਲੱਗੇ ਦੇਖੋ ਮਰਦਾਨਿਆਂ, ਜਦੋਂ ਅੰਤ ਸਮਾਂ ਆਉਂਦਾ ਹੈ ਨਾ, ਜਦੋਂ ਮੌਤ ਆਉਂਦੀ ਹੈ, ਜਦੋਂ ਡੈਥ ਆਉਂਦੀ ਹੈ, ਕੋਈ ਉਪਾਏ ਨਾ ਰਾਖ ਸਕਤ ਤਬ। ਕੋਈ ਵੀ ਨਹੀਂ ਬਚਾ ਸਕਦਾ। ਜਦੋਂ ਮੌਤ ਨੇ ਆਉਣਾ ਹੈ ਨਾ ਉਸ ਵੇਲੇ ਕੋਈ ਵੀ ਨਹੀਂ ਹੈਗਾ ਜਿਹੜਾ ਤੈਨੂੰ ਬਚਾ ਲੇਗਾ। ਕਿ ਕੌਣ ਬਚਾ ਲੇਗਾ ਜਦੋਂ ਮੌਤ ਦਾ ਸਮਾਂ ਆ ਜਾਵੇ ਨੇੜੇ? ਜੇ ਨਾ ਸਮਾ ਮ੍ਰਿਤ ਕੋ ਅਬ ਹੋਈ। ਹਾਂ ਕਹਿਣ ਲੱਗੇ ਜੇ ਕਹਿੰਦੇ ਜਿਹੜਾ ਜੇ ਨਾ ਮ੍ਰਿਤ ਦਾ ਸਮਾਂ ਹੋਵੇ, ਜੇ ਮੇਰੀ ਮੌਤ ਹੁਣ ਨਹੀਂ ਹੋਣੀ ਤਾਂ ਫਿਰ ਕੀ ਹੋਵੇਗਾ? ਫਿਰ ਜਿਹੜਾ ਮ੍ਰਿਤ ਕੋ ਅਬ ਹੋਈ, ਕਿੱਥੇ ਮੇਰੀ ਮ੍ਰਿਤੀ ਹੋ ਜੂਗੀ? ਫੇਰ ਤਾਂ ਨਹੀਂ ਹੁੰਦੀ। ਰੋਮ ਨਾ ਛੇਦ ਸਕੈ ਕਬ ਕੋਈ। ਦੇਖੋ ਮੌਤ ਦੀ ਤਾਂ ਕੀ ਗੱਲ ਆ, ਮੇਰਾ ਇੱਕ ਰੋਮ ਵੀ, ਮੇਰਾ ਇੱਕ ਹੈ ਵੀ ਜਿਹੜਾ ਹੈ ਉਹ ਵੀ, ਉਹ ਜਿਹੜਾ ਉਹਦਾ ਨੁਕਸਾਨ ਨਹੀਂ ਕਰ ਸਕਦੇ। ਜੇ ਮੇਰੀ ਮੌਤ ਨਹੀਂ ਲਿਖੀ ਤਾਂ ਮੇਰਾ ਵਾਲ ਵੀ ਵਿੰਗਾ ਨਹੀਂ ਕਰ ਸਕਦੇ। ਦੇਸ ਕਾਲ ਪੁਨ ਬਸਤ ਬਹੋਰੀ। ਦੇਖੋ ਹੁਣ ਤਿੰਨ ਚੀਜ਼ਾਂ ਹੁੰਦੀਆਂ ਨੇ ਜਿਹਦੇ ਕਰਕੇ ਮੌਤ ਆਉਂਦੀ ਹੈ, ਦੇਸ਼ ਕਾਲ ਤੇ ਵਸਤੂ। ਸੋ ਕਹਿੰਦੇ ਇਹ ਤਿੰਨ ਚੀਜ਼ਾਂ ਜਦੋਂ ਇਕੱਠੀਆਂ ਹੁੰਦੀਆਂ ਨੇ ਉਦੋਂ ਹੀ ਮੌਤ ਹੁੰਦੀ ਹੈ। ਦੇਸ਼ ਮੀਨਸ ਉਹ ਥਾਂ ਜਿੱਥੇ ਮੌਤ ਹੋਣੀ ਹੈ, ਜਿੱਥੇ ਇਹ ਪ੍ਰੀ ਡਿਟਰਮਿਨ ਜਿਹੜਾ ਹੈ ਪ੍ਰਾਲਬੱਧ ਕਰਕੇ ਜਿਹੜਾ ਲਿਖਿਆ ਗਿਆ ਹੈ, ਜਿਹੜਾ ਹਨ ਮਰਨ ਲਿਖਾਈ ਮੰਡਲ ਮੇ ਆਈ ਜਿਹੜੀ ਗੱਲ ਹੈ, ਉਹ ਜਿਹੜੀ ਹੈ ਜਦੋਂ ਆਪਣੀ ਮੌਤ ਆਉਣੀ ਹੈ ਉਹ ਥਾਂ ਉਹ ਪਲੇਸ ਵੀ ਹੋ ਜਾਵੇ, ਫਿਰ ਉਹ ਟਾਈਮ ਜਿਹੜੇ ਟਾਈਮ ਤੇ ਮੌਤ ਹੋਣੀ, ਜਿਹੜਾ ਸਵਾਸ ਜਿਹੜਾ ਬ੍ਰੈਥ ਲਾਸ ਆਉਣਾ ਹੈ ਉਹ ਹੋ ਗਿਆ। ਦੇਸ਼ ਕਾਲ ਤੇ ਵਸਤੂ ਜਿਹਦੇ ਰਾਹੀਂ ਮੌਤ ਹੋਣੀ ਹੈ, ਜਿਹਨੇ ਕੌਸ ਬਣਨਾ ਹੈ, ਜਿਹਨੇ ਰੀਜ਼ਨ ਬਣਨਾ ਹੈ ਮੌਤ ਦਾ, ਚਾਹੇ ਉਹ ਅੰਦਰੋਂ ਆਉਂਦੀ ਹੈ ਚਾਹੇ ਉਹ ਬਾਹਰੋਂ ਆਵੇ, ਇਸ ਇਜ਼ਰ ਇੰਟਰਨਲ ਔਰ ਐਕਸਟਰਨਲ, ਕਿਤੋਂ ਵੀ ਆ ਸਕਦੀ ਆ ਮੌਤ, ਉਹਨੂੰ ਕਹਿੰਦੇ ਆ ਵਸਤੂ। ਸੋ ਇਸ ਕਰਕੇ ਦੇਸ਼ ਕਾਲ ਤੇ ਵਸਤੂ, when these three things get together only then the death comes। ਕਹਿੰਦੇ ਉਦੋਂ ਫਿਰ ਡੈਥ ਹੁੰਦੀ ਹੈ। ਇਹ ਤਿੰਨ ਚੀਜ਼ਾਂ ਵੀ ਇਕੱਠੀਆਂ ਹੋਣੀਆਂ ਪੈਣੀਆਂ ਹਨ। ਤਿੰਨ ਹੋਏ ਜਾਤ ਇੱਕ ਠੌਰੀ। ਹਾਂ ਦੇਖੋ ਤਿੰਨੇ ਇੱਕ ਥਾਂ ਤੇ ਇਕੱਠੀਆਂ ਹੋ ਜਾਣ, ਉਹ ਸਮੇਂ ਉਹ ਮੂਮੈਂਟ ਉਹ ਇਨਸਟੈਂਟ ਦੇ ਵਿੱਚ ਅਬ ਇਹ ਦੇਹ ਬਿਨਸ ਕਰ ਜਾਏ। ਹਾਂ ਫਿਰ ਇਹ ਦੇਹ ਮਰ ਜਾਂਦੀ ਹੈ, ਬਿਨਸ ਜਾਂਦੀ ਹੈ, ਮੁੱਕ ਜਾਂਦੀ ਹੈ, ਫਿਰ ਇਹ ਬੋਡੀ ਨਹੀਂ ਰਹਿੰਦੀ, ਇਹ ਜਿਹੜੀ ਫਿਜ਼ੀਕਲ ਬੋਡੀ ਮਰ ਜਾਂਦੀ ਹੈ। ਕੋਈ ਨਾ ਇਸਕੋ ਰਾਖ ਸਕਾਈ। ਦੇਖੋ ਮਰਦਾਨਿਆਂ ਫਿਰ ਇਹਨੂੰ ਕੌਣ ਰੱਖੇਗਾ? ਜਦੋਂ ਮੌਤ ਇਹ ਆ ਗਈ ਤਾਂ ਇਹਨੂੰ ਰੱਖਣਾ ਕਿਹਨੇ ਹੈ? ਏਕ ਨਾ ਤੀਨੋਂ ਮਹਿ ਜੇ ਮਿਲਤ ਹੈ। ਹਾਂ ਕਹਿਣਗੇ ਜੇ ਤਿੰਨਾਂ ਦੇ ਵਿੱਚੋਂ ਇੱਕ ਚੀਜ਼ ਮਿਸਿੰਗ ਹੋਵੇ, ਦੇਸ਼ ਕਾਲ ਤੇ ਵਸਤੂ ਵਿੱਚੋਂ ਇੱਕ ਚੀਜ਼ ਮਿਸਿੰਗ ਹੋਵੇ ਤਾਂ ਵੀ ਮੌਤ ਨਹੀਂ ਆ ਸਕਦੀ। ਤੋ ਤਨ ਰੱਖਿਆ ਕਾਲ ਕਰਤ ਹੈ। ਦੇਖੋ ਜਦੋਂ ਸਮਾਂ ਨਾ ਆਵੇ ਨਾ ਤਾਂ ਉਹ ਮੌਤ ਆਪ ਰੱਖਿਆ ਕਰਦੀ ਹੈ ਵੀ ਇਹਨੂੰ ਕੋਈ ਮਾਰੇ ਨਾ। ਜਿਹੜੀ ਮੌਤ ਨੇ, ਜਿਹੜੇ ਕਾਲ ਨੇ ਉਹਨੂੰ ਮਾਰਨਾ ਹੈ, ਜਦੋਂ ਸਮਾਂ ਆ ਜਾਵੇ ਉਹਨੇ ਮਾਰਨਾ ਹੈ, ਤੇ ਜਦੋਂ ਸਮਾਂ ਨਾ ਆਵੇ ਤਾਂ ਕਾਲ ਹੀ ਮੌਤ ਹੀ ਬਚਾਉਂਦੀ ਹੈ। ਦ ਡੈਥ ਵਿਲ ਸੇਵ ਯੂ ਇਫ ਯੋਰ ਟਾਈਮ ਇਜ਼ ਨਾਟ ਅਪ। ਸੋ ਜਿਹੜਾ ਦੇਖੋ ਇਹ ਗੱਲ ਹੁੰਦੀ ਹੈ। ਇਉਂ ਸੁਣ ਤੂਸਨ ਭਾ ਮਰਦਾਨਾ। ਇਉਂ ਸੁਣ, ਇਹ ਸੁਣ ਕੇ ਨਾ ਭਾਈ ਮਰਦਾਨਾ ਤਾਂ ਚੁੱਪੇ ਕਰ ਗਿਆ, ਉਹਨੂੰ ਤਾਂ ਵੱਡਾ ਲੈਕਚਰ ਮਿਲ ਗਿਆ ਬ੍ਰਹਮ ਗਿਆਨ ਦਾ। ਮੁਝ ਸੰਗ ਦੇਵੀ ਭਵਨ ਧਿਆਨਾ। ਹਾਂ ਕਹਿ ਲਗੇ ਮੁਝ ਸੰਗ, ਕਹਿੰਦੇ ਕਿ ਫਿਰ ਕੀ ਹੋਇਆ ਜੀ? ਇੱਥੇ ਪਿਆਨਾ ਹੋਊਗਾ। ਹਾਂਜੀ ਸੋ ਮੁਝ ਸੰਗ ਦੇਵੀ ਭਵਨ ਪਿਆਨਾ,
ਕੀ ਹੋਇਆ ਕਹਿੰਦੇ ਮੇਰੇ ਨਾਲ ਹੀ ਤੁਰ ਪਿਆ ਭਾਈ ਮਰਦਾਨਾ। ਕਹਿੰਦਾ ਚੱਲ ਫਿਰ ਜਿਹੜਾ ਭਾਈ ਬਾਲੇ ਨੂੰ ਕਹਿੰਦਾ ਹੋਰ ਤਾਂ ਜੇ ਮੈਂ ਨਹੀਂ ਕੁਛ ਕਰਾਂ ਤੇਰੇ ਨਾਲ ਤਾਂ ਮੈਂ ਜਾ ਹੀ ਸਕਦਾ ਹੈ, ਚੱਲ ਦੇਖੀਏ ਤੇਰਾ ਕੀ ਬਣਦਾ ਹੁਣ, ਤੇਰਾ ਦੇਸ਼ ਕਾਲ ਵਸਤੂ ਆਇਆ ਕਿ ਨਹੀਂ ਆਇਆ। ਸ੍ਰੀ ਗੁਰੂ ਆਪ ਤਹਾਂ ਚਲ ਆਏ, ਗੁਰੂ ਨਾਨਕ ਸਾਹਿਬ ਜੀ ਉੱਥੇ ਚੱਲ ਕੇ ਆਗੇ ਨਾਲ। ਭਿਖੈ ਤਮਾਸੇ ਕਛ ਨਾ ਅਲਾਏ। ਮਹਾਰਾਜ ਕੁਝ ਨਹੀਂ ਬੋਲ ਰਹੇ, ਮਹਾਰਾਜ ਬਸ ਤਮਾਸ਼ਾ ਦੇਖ ਰਹੇ ਨੇ ਵੀ ਕੀ ਹੋ ਰਿਹਾ ਹੈ, ਕੀ ਕਰ ਰਹੇ ਨੇ। ਮਹਾਰਾਜ ਕੁਝ ਨਹੀਂ ਕਰ ਰਹੇ, ਬਸ ਮਹਾਰਾਜ ਦੇਖ ਹੀ ਰਹੇ ਹਨ। ਜਬ ਗਏ ਦੁਰਗਾ ਕੇਰ ਅਗਾਰੀ, ਜਦੋਂ ਦੁਰਗਾ ਦੇ ਅੱਗੇ ਉਹਦੀ ਮੂਰਤੀ ਉਹਦੀ ਸਟੈਚੂ ਦੇ ਅੱਗੇ ਰੱਖ ਕੇ ਭਾਈ ਬਾਲੇ ਦੀ ਕੁਰਬਾਨੀ ਦੇਣ ਲੱਗੇ, ਤਬ ਅਵਨੇਸਰ ਗਿਰਾ ਉਚਾਰੀ। ਉਸ ਵੇਲੇ ਰਾਜੇ ਨੇ ਇਹ ਹੁਕਮ ਕੀਤਾ, ਇਸ ਮਾਨਵ ਕੋ ਭੇਟ ਚੜੀਜੈ। ਕਹਿਣਗੇ ਚੜਾ ਦੋ ਇਹ ਮਨੁੱਖ ਦੀ ਭੇਟਾ, ਇਹ ਮਨੁੱਖ ਦੀ ਭੇਟਾ ਜਿਹੜੀ ਚੜਾ ਦੋ ਹੁਣ, ਜਿਹੜਾ ਹਨ ਇਹਦੀ ਕੁਰਬਾਨੀ ਸੈਕਰੀਫਾਈਸ ਕਰ ਦੋ। ਇਹ ਜਿਹੜਾ ਮਨੁੱਖ ਇਹ ਹਿਊਮਨ ਨੂੰ ਵਰਦਾਨੀ ਸੋ ਪ੍ਰਸੰਨ ਕਰੀਜੈ। ਕਹਿਣ ਲੱਗੇ ਵਰਦਾਨੀ ਦੇਵੀ ਜਿਹੜੀ ਵਰ ਦੇਣ ਵਾਲੀ ਹੈ, ਜਿਹੜੀ ਬੂਨ ਨੂੰ ਦੇਣ ਵਾਲੀ ਹੈ, ਕਹਿੰਦੇ ਉਹਨੂੰ ਖੁਸ਼ ਕਰਦੀ ਹੈ ਅੱਜ ਚੰਡੀ ਨੂੰ। ਭੀਰ ਭੂਰ ਪੀ ਪਵਨ ਅਗਾਰੀ, ਉਹ ਜਿਹੜਾ ਹਨ ਉਸ ਮੰਦਿਰ ਦੇ ਅੱਗੇ ਬਹੁਤ ਸਾਰੀ ਲੋਕਾਂ ਦੀ ਭੀੜ ਲੱਗੀ ਹੋਈ ਹੈ। ਕੌਤਕ ਅਵਲੋਕਤ ਨਰ ਨਾਰੀ, ਸਾਰੇ ਲੋਕ ਉੱਥੇ ਆਏ ਹਨ ਤਮਾਸ਼ਾ ਦੇਖਣ ਵਾਸਤੇ ਵੀ ਦੇਖੋ ਅੱਜ ਕੀ ਹੁੰਦਾ ਹੈ। ਉਹਨਾਂ ਦਾ ਤਾਂ ਰੋਜ਼ ਦਾ ਤਮਾਸ਼ਾ ਇਹ, ਉਹ ਸਾਹਮਣੇ ਖੜੇ ਹਨ ਵੀ ਅੱਜ ਦੇਖੀਏ ਤਾਂ ਅਸੀਂ ਇੱਥੇ ਕੀ ਹੁੰਦਾ ਹੈ, ਕਿਹੜੀ ਸ਼ੋਅ ਲੱਗਦੀ ਹੈ। ਐਂਚ ਲਈ ਇੱਕ ਮਨੁਜ ਕਿਰਪਾਨਾ। ਕੀ ਹੋਇਆ ਭਾਈ ਬਾਲੇ ਨੂੰ ਉੱਥੇ ਜਿਹੜਾ ਹੈ ਲੈ ਗਏ ਮੰਦਿਰ ਦੇ ਸਾਹਮਣੇ, ਦੇਵੀ ਦੇ ਸਾਹਮਣੇ, ਤੇ ਇੱਕ ਬੰਦੇ ਨੇ ਆਪਣੀ ਤਲਵਾਰ ਕੱਢ ਲਈ, ਆਪਣੀ ਸੌਟ ਜਿਹੜੀ ਹੈ ਬਹੁਤ ਤਿੱਖੀ ਆਪਣੀ ਮਿਆਨ ਚੋਂ ਕੱਢ ਲਈ ਜੀ। ਚਮਕੀ ਦੇਖ ਡਰਿਓ ਮਰਦਾਨਾ, ਉਹ ਤਲਵਾਰ ਜਿਹੜੀ ਹੈ ਚਮਕਦੀ ਹੈ, ਚਮਕਾ ਮਾਰਦੀ ਹੈ ਉਹ, ਜਿਹਨੂੰ ਦੇਖ ਕੇ ਭਾਈ ਮਰਦਾਨਾ ਤਾਂ ਡਰ ਗਿਆ ਹੁਣ ਵੀ ਹੋ ਗਿਆ ਭਾਈ ਬਾਲੇ ਦਾ। ਸੰਗ ਰਹਿਣ ਵਾਰੋ ਪ੍ਰਭ ਤੇਰੇ, ਕਹਿਣ ਲੱਗੇ ਜਾ ਕੇ ਭਾਈ ਮਰਦਾਨੇ ਨੇ ਨਾ ਗੁਰੂ ਨਾਨਕ ਸਾਹਿਬ ਕੋਲ ਚਲਿਆ ਗਿਆ। ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਫਿਰ ਵੀ ਤੁਹਾਡੇ ਨਾਲ ਰਹਿਣ ਵਾਲਾ ਹੈ, ਵਿਚਾਰੇ ਨੂੰ ਬਚਾ ਲਓ ਭਾਈ ਬਾਲੇ ਨੂੰ। ਹਾਂਜੀ ਫਿਰ ਵੀ ਆਪਣਾ ਸੰਗੀ ਆਪਣਾ ਕੰਪੈਨੀਅਨ ਆਪਣਾ ਸੋਹਣਾ ਗਰੁੱਪ ਬਣਿਆ ਹੋਇਆ ਹੈ। ਹਾਂਜੀ ਸੋ ਮਹਾਰਾਜ ਉਹਨੂੰ ਬਚਾ ਲਓ ਹੁਣ। ਰੱਖਿਆ ਆਪ ਕਰੋ ਇਸ ਬੇਰੇ, ਕਹਿਣ ਲੱਗੇ ਇਸ ਬੇਰੇ ਬਚਾ ਲਓ ਭਾਈ ਬਾਲੇ ਨੂੰ। ਕਿਉਂ ਨਹੀਂ ਤੁਸੀਂ ਬਚਾਉਂਦੇ, ਕਿਉਂ ਚੁੱਪ ਕਰਕੇ ਖੜੇ ਹੋ? ਬਚਾਓ ਭਾਈ ਬਾਲੇ ਨੂੰ, ਬਚਾ ਲਓ ਹੁਣ। ਵਿਚਾਰਾ ਤਰਲੀ ਕੱਢਦਾ ਗੁਰੂ ਨਾਨਕ ਸਾਹਿਬ ਜੀ ਦੇ। ਤੇ ਛਿਨ ਕ੍ਰੋਧ ਕਾਲਕਾ ਕੜਕੀ। ਕੀ ਹੋਇਆ ਜੀ ਉਸ ਵੇਲੇ ਜਦੋਂ ਉਹ ਤਲਵਾਰ ਚਲਾਉਣ ਲੱਗਿਆ ਨਾ, ਉਹਨੇ ਜਦ ਤਲਵਾਰ ਸਵਿੰਗ ਕੀਤੀ ਨਾ, ਸੋ ਉਹ ਤਲਵਾਰ ਨੂੰ ਤਾਂ ਬਸ ਸੈਕਿੰਡਸ ਲੱਗਣੇ ਸਨ ਜੋ ਭਾਈ ਬਾਲੇ ਦੀ ਆ ਕੇ ਗਰਦਨ ਤੇ ਵੱਜਣੀ ਸੀ। ਸਾਰੀ ਤਿਆਰੀ ਹੋ ਗਈ। ਉਸ ਵੇਲੇ ਕੀ ਹੋਇਆ ਜਦੋਂ ਉਹ ਸਵਿੰਗ ਕਰਕੇ ਵਾਪਸ ਆ ਰਿਹਾ ਸੀ ਨਾ ਆਪਣੀ ਤਲਵਾਰ ਨਾਲ, ਕਹਿੰਦੇ ਉਸ ਵੇਲੇ ਨਾ ਉਹ ਜਿਹੜੀ ਮੂਰਤੀ ਸੀ ਨਾ ਚੰਡੀ ਦੀ, ਉਹ ਖੜਕਣ ਲੱਗ ਗਈ। ਮਤਲਬ ਕਿ ਚੰਡੀ ਜਿਹੜੀ ਸੀ ਉਸ ਵੇਲੇ ਤੇਸ਼ਨ ਕ੍ਰੋਧ ਕਲਕਾ ਕੜਕੀ, ਕਹਿੰਦੇ ਕਿ ਕੜਕਣ ਲੱਗ ਗਈ ਜਿਵੇਂ ਬੱਦਲ ਗਰਜਦੇ ਹੁੰਦੇ ਨੇ। ਕਹਿੰਦੇ ਜਿਹੜਾ ਹਨ ਚੰਡੀ ਜਿਹੜੀ ਸੀ ਦੇਵੀ, ਉਹ ਕੜਕਣ ਲੱਗ ਗਈ, ਉਹ ਵੱਡੀਆਂ ਆਵਾਜ਼ਾਂ ਕੱਢਣ ਲੱਗ ਗਈ। ਤੇ ਕੀ ਹੋਇਆ ਜੀ, ਭੀੜ ਭੂਰ ਮੇਲੇ ਕੀ ਭੜਕੇ। ਉਹ ਜਿਹੜੇ ਹਨ ਕਹਿਣ ਲੱਗੇ ਭੀੜ ਭੂਰ, ਉਹ ਜਿਹੜੀ ਬੜੀ ਭੀੜ ਸੀ ਨਾ ਉੱਥੇ ਲੱਗੀ ਹੋਈ ਮੇਲੇ ਦੀ, ਉਹ ਭੜਕੀ, ਉਹ ਡਰ ਗਏ ਜੀ ਸਾਰੇ, ਕਿਉਂਕਿ ਐਡੀ ਉੱਚੀ ਆਵਾਜ਼ ਉਹਨਾਂ ਨੇ ਕਦੇ ਨਹੀਂ ਆਪਣੀ ਜ਼ਿੰਦਗੀ ਵਿੱਚ ਸੁਣੀ। ਪ੍ਰਗਟੀ ਚੰਡੀ ਪ੍ਰਚੰਡ ਪਿਆ ਨਾ। ਕੀ ਹੋਇਆ ਤੇ ਜਿਹੜਾ ਹਨ ਉਹ ਚੰਡੀ ਜਿਹੜੀ ਪ੍ਰਗਟ ਹੋ ਗਈ, ਉਹ ਜਿਹੜੀ ਹਨ ਇੱਕ ਫਾਰਮ ਦੇ ਵਿੱਚ ਆ ਗਈ। ਉਹ ਫਾਰਮ ਜਿਹੜਾ ਸੀ ਬਹੁਤ ਡਰਾਉਣਾ ਸੀਗਾ, ਬਹੁਤ ਫਰਾਈਟਨਿੰਗ ਵਾਲਾ ਉਹ ਜਿਹੜਾ ਰੂਪ ਸੀਗਾ ਜਿਹੜਾ ਦੁਰਗਾ ਦਾ, ਉਹ ਦੁਰਗਾ ਆਪਣੇ ਰੂਪ ਵਿੱਚ ਆ ਕੇ ਇੱਕ ਜਿਹੜਾ ਹਨ ਇੱਕ ਰੂਪ ਦੇ ਵਿੱਚ ਉਹ ਪ੍ਰਗਟ ਹੋ ਗਈ, ਜਿਹਦੀਆਂ ਬਹੁਤ ਸਾਰੀਆਂ ਬਾਹਾਂ ਨੇ, ਹਾਂਜੀ ਲਾਲ ਅੱਖਾਂ ਨੇ ਉਸ ਦੀਆਂ। ਸੋ ਇਸ ਤਰ੍ਹਾਂ ਦਾ ਰੂਪ ਧਾਰਨ ਕਰਕੇ ਉਹ ਚੰਡੀ ਪ੍ਰਗਟ ਹੋ ਗਈ ਸਾਹਮਣੇ। ਕਹਿੰਦੇ ਬਹੁਤ ਭਿਆਨਕ ਤੇ ਤੇਜ ਵਾਲੀ, ਉਹਦਾ ਚਿਹਰਾ ਨਹੀਂ ਕਿਸੇ ਤੋਂ ਦੇਖਿਆ ਜਾਂਦਾ ਸੀ। ਤੇ ਨਰ ਕਰਤੇ ਛੀਨ ਕਿਰਪਾਨਾ। ਕੀ ਹੋਇਆ ਤੇ ਨਰ ਕਰ ਤੇ ਛੀਨ ਕਿਰਪਾਨਾ। ਕਹਿਣ ਲੱਗੇ ਕੀ ਹੋਇਆ, ਦੇਵੀ ਨੇ ਆ ਕੇ ਉਹਦਾ ਹੱਥ ਫੜ ਲਿਆ। ਜਿਹੜੀ ਉਹ ਤਲਵਾਰ ਆ ਰਹੀ ਨਾ ਵਾਪਸ ਭਾਈ ਬਾਲੇ ਦੇ ਗਰਦਨ ਤੇ ਵੱਜਣ ਵਾਸਤੇ, ਉਹ ਦੇਵੀ ਨੇ ਉਹਦੀ ਤਲਵਾਰ ਫੜ ਲਈ ਤੇ ਫੜ ਕੇ ਹੋਤੋ ਨਰੇਸ ਠਾਂਡ ਜਿਹੇ ਠਾਈ। ਜਿੱਥੇ ਉਹ ਤਜਰਾ ਹਨ ਖੜਾ ਸੀ ਨਾ ਰਾਜਾ, ਜਿਹੜਾ ਹੁਕਮ ਦਿੰਦਾ ਸੀ ਭਾਈ ਬਾਲੇ ਦੀ ਕੁਰਬਾਨੀ ਦੇ ਦਿਓ, ਭਾਈ ਬਾਲੇ ਨੂੰ ਵੜ ਦਿਓ, ਦੇਵੀ ਦੀ ਕੁਰਬਾਨੀ ਬਲੀ ਚੜਾ ਦਿਓ। ਉਹ ਰਾਜਾ ਜਿੱਥੇ ਖੜਾ ਸੀ ਨਾ, ਦੇਵੀ ਨੇ ਕੀ ਕੀਤਾ, ਉਹ ਤਲਵਾਰ ਲੈ ਕੇ ਜਿਹੜੀ ਉਹ ਸਵਿੰਗ ਹੋ ਕੇ ਆ ਰਹੀ ਸੀਗੀ, ਉਹ ਫੜ ਕੇ ਉਹ ਤਲਵਾਰ ਆਪਣੇ ਹੱਥ ਵਿੱਚ ਲੈ ਲਈ। ਤੇ ਫਿਰ ਕੀ ਕੀਤਾ ਜੀ, ਹੋਤੋ ਨਰੇਸ ਠਾਂਡ ਜਿਹੇ ਆਏ। ਜਿੱਥੇ ਉਹ ਰਾਜਾ ਖੜਾ ਸੀ ਨਾ, ਦੇਵੀ ਉੱਥੇ ਆ ਗਈ ਰਾਜੇ ਦੇ ਸਾਹਮਣੇ ਆ ਕੇ ਖੜ ਗਈ ਜੀ। ਜਾਏ ਤਾਹੇ ਕੇ ਕੰਠ ਲਗਾਈ। ਕਹਿਣ ਲੱਗੇ ਜਾਏ ਤਾਹਾਂ ਕੇ ਕੰਠ ਲਗਾਈ। ਦੇਵੀ ਨੇ ਚੱਕ ਕੇ ਉਹੀ ਤਲਵਾਰ ਰਾਜੇ ਦੇ ਗਰਦਨ ਤੇ ਮਾਰੀ ਤੇ ਗਰਦਨ ਤੇ ਜਦੋਂ ਚਲਾਈ, ਤਤ ਛਿਨ ਧਰਤੇ ਸਿਰ ਗਿਰ ਪਰਿਆ। ਰਾਜੇ ਦਾ ਸਿਰ ਧਰ ਨਾਲੋਂ ਅਲੱਗ ਹੋ ਗਿਆ ਜੀ। ਉਹ ਜਿਹੜਾ ਹੈ ਰਾਜਾ ਮਾਰਤਾ ਜੀ, ਬੀਹੇਡਡ ਕਰਤਾ ਉਹ ਰਾਜਾ। ਦੇਵੀ ਨੇ ਆ ਕੇ ਉਹ ਰਾਜੇ ਦਾ ਹੀ ਸਿਰ ਵੱਢ ਕੇ ਸੜ ਦਿੱਤਾ। ਜਨ ਸਾਖਾ ਤੇ ਫਲ ਕਿਨ ਹਰਿਆ। ਕਹਿਣ ਲੱਗੇ ਦੇਖੋ ਜਿਵੇਂ ਟਾਹਣੀ ਤੋਂ ਫਲ ਤੋੜੀ ਦਾ ਹੁੰਦਾ ਹੈ ਨਾ,
ਜਦੋਂ ਜਿਹੜਾ ਫਲ ਟੁੱਟਦਾ ਹੈ ਟਾਹਣੀ ਨਾਲੋਂ ਉਹ ਰੁੜ ਕੇ ਜਾਂਦਾ, ਕਹਿੰਦੇ ਉਹ ਰਾਜੇ ਦਾ ਸਿਰ ਰੁੜ ਕੇ ਗਿਆ ਜੀ, ਜ਼ੋਰ ਦੀ ਧਰਤੀ ਤੇ ਰੁੜਦਾ ਜਾਂਦਾ ਹੈ। ਸਰੋਣਤ ਚਲਿਓ ਗਿਰਿਓ ਨ੍ਰਿਪ ਧਰਨੀ। ਦੇਖੋ ਉਹ ਸਿਰ ਵੀ ਡਿੱਗਦਾ ਹੈ, ਲਹੂ ਲਹਾਨ ਹੋ ਗਈ ਜੀ ਧਰਤੀ ਸਾਰੀ ਲਹੂ ਦੇ ਨਾਲ ਬਲੱਡ ਦੇ ਨਾਲ ਭਰ ਗਈ ਜੀ ਧਰਤੀ। ਭਾਗੇ ਲੋਕ ਪਿਖਤ ਅਸ ਕਰਨੀ। ਲੋਕੀ ਐਸਾ ਜਰਾ ਕਰਤਵ ਦੇਖ ਕੇ ਦੇਵੀ ਦਾ ਲੋਕ ਤਾਂ ਭੱਜ ਗਏ ਜੀ, ਜਿਹਦੀ ਪੂਜਾ ਕਰਦੇ ਹੁੰਦੇ ਸਨ। ਅੱਜ ਦੇਵੀ ਪ੍ਰਗਟ ਹੋ ਕੇ ਸਾਹਮਣੇ ਖੜ ਗਈ ਤੇ ਲੋਕ ਡਰ ਕੇ ਭੱਜ ਗਏ। ਰਹਿਓ ਨਾ ਕੋ ਨਰ ਤੇ ਥਾਨਾ। ਉੱਥੇ ਕੋਈ ਵੀ ਨਹੀਂ ਰਿਹਾ ਜੀ, ਮੰਦਿਰ ਖਾਲੀ ਹੋ ਗਿਆ। ਜਿਹੜਾ ਭਰਿਆ ਸੀਗਾ ਬਸ ਉੱਥੇ ਇੱਕ ਰਾਜੇ ਦੀ ਲੋਥ ਬੋਡੀ ਪਈ ਸੀ, ਚਾਹੇ ਭਾਈ ਮਰਦਾਨਾ, ਭਾਈ ਬਾਲਾ ਤੇ ਗੁਰੂ ਨਾਨਕ ਸਾਹਿਬ ਜੀ ਸਨ। ਤੀਨੋਂ ਮੈਂ ਸ੍ਰੀ ਗੁਰ ਮਰਦਾਨਾ। ਦੇਖੋ ਭਾਈ ਬਾਲਾ ਜੀ ਕਹਿੰਦੇ ਅਸੀਂ ਤਿੰਨੇ ਹੀ ਰਹਿ ਗਏ ਉੱਥੇ ਜਿਹੜੇ ਜਿਉਂਦੇ ਸਾਂ। ਇੱਕ ਮਰਿਆ ਹੋਇਆ ਰਾਜਾ ਮੋਹਰੇ ਸੀਗਾ ਤੇ ਇੱਕ ਦੇਵੀ ਸੀ, ਅਸੀਂ ਸੀਗੇ ਉਹ ਮੰਦਿਰ ਵਿੱਚ। ਹੁਣ ਤੇ ਛਿਨ ਸ੍ਰੀ ਚੰਡੀ ਕੇ ਸਾਥ। ਉਸ ਵੇਲੇ ਉਸ ਚੰਡੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਬਚਨ ਭਨਿਓ ਇਸ ਬਿਦ ਜਗਨਾਥ। ਜਗ ਦੇ ਨਾਥ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਐਸੇ ਬਚਨ ਕੀਤੇ ਉਹ ਦੇਵੀ ਨੂੰ। ਕੀ ਕਿਹਾ ਦੇਵੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ? ਭੂਪਤ ਸੇਵਕ ਹੁਤੋ ਤੁਮਾਰਾ। ਕਹਿਣ ਲੱਗੇ ਹੇ ਦੇਵੀ, ਇਹ ਰਾਜਾ ਤਾਂ ਤੇਰਾ ਸੇਵਕ ਸੀ, ਤੂੰ ਇਹਦਾ ਤੇਰੀ ਸੇਵਾ ਕਰਦਾ, ਤੇਰੇ ਵਾਸਤੇ ਬਲੀਆਂ ਚੜਾਉਂਦਾ ਹੈ। ਸਾਰੇ ਮੁਲਕ ਤੇਰੇ ਵਾਸਤੇ ਬਲੀਆਂ ਚੜਾਉਂਦੇ ਸੀ ਆ ਕੇ। ਬਾਲੇ ਕੋ ਬਚਾਏ ਸੋ ਮਾਰਾ। ਕਹਿਣ ਲੱਗੇ ਤੂੰ ਬਾਲੇ ਨੂੰ ਬਚਾਉਣ ਵਾਸਤੇ ਤੂੰ ਆਪਣਾ ਸੇਵਕ ਮਾਰ ਦਿੱਤਾ। ਬਾਲਾ ਤਾਂ ਤੇਰਾ ਸੇਵਕ ਵੀ ਨਹੀਂ ਹੈਗਾ, ਉਹ ਰਾਜਾ ਤਾਂ ਤੇਰਾ ਸੇਵਕ ਸੀ ਜਿਹਨੇ ਸਾਰੀ ਕੰਟਰੀ ਨੂੰ ਸੇਵਕ ਬਣਾਇਆ ਤੇਰਾ। ਰੋਜ਼ ਤੇਰੀਆਂ ਬਲੀਆਂ ਚੜਾਉਂਦਾ ਸੀ ਆ ਕੇ। ਤੂੰ ਐਸਾ ਕਿਉਂ ਕੀਤਾ? ਯੂ ਹੈਵ ਕਿਲਡ ਯੋਰ ਓਨ ਜਿਹੜਾ ਹੈ ਯੋਰ ਓਨ ਡਿਵੋਟੀ ਫॉर ਸਮਵਨ ਦੈਟ ਯੂ ਡੋਨਟ ਇਵਨ ਨੋ। ਭਾਈ ਬਾਲਾ ਜੀ ਕਹਿੰਦਾ ਉਹ ਤਾਂ ਤੇਰਾ ਡਿਵੋਟੀ ਸੀਗਾ, ਉਹ ਤਾਂ ਤੇਰਾ ਭਗਤ ਸੀਗਾ। ਤਿੰਨ ਪ੍ਰਸੰਨ ਕੀ ਕੀਨੀ ਰੀਤਾ। ਕਹਿਣ ਲੱਗੇ ਉਹ ਤਾਂ ਭਾਈ ਬਾਲੇ ਨੂੰ ਮਾਰਨ ਲੱਗਿਆ ਸੀ ਤੇਰੀ ਖੁਸ਼ੀ ਲੈਣ ਵਾਸਤੇ। ਦੇਵੀ ਨੂੰ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਉਹ ਤਾਂ ਤੇਰੀ ਖੁਸ਼ੀ ਵਾਸਤੇ ਦੀ ਬਲੀ ਚੜਾਉਣ ਲੱਗਿਆ ਸੀ ਬਾਲੇ ਦੀ। ਕ੍ਰੋਧ ਭਰੀ ਕਿਉਂ ਕਿ ਵਿਪਰੀਤਾ। ਕਹਿਣ ਲੱਗੇ ਇੰਨੀ ਕ੍ਰੋਧ ਵਿੱਚ ਆ ਕੇ ਦੇਵੀ ਤੂੰ ਐਸਾ ਕੀ ਕਰ ਦਿੱਤਾ? ਵਿਪਰੀਤ ਮੀਨਸ ਉਲਟੀ ਰੀਤ ਕਰਤੀ। ਤੂੰ ਆਪਣੇ ਡਿਵੋਟੀ ਨੂੰ ਮਾਰ ਦਿੱਤਾ, ਤੂੰ ਆਪਣੇ ਭਗਤ ਨੂੰ ਮਾਰ ਦਿੱਤਾ। ਤਬ ਸ੍ਰੀ ਚੰਡੀ ਬਚਨ ਉਚਾਰੇ। ਉਸ ਵੇਲੇ ਉਹ ਚੰਡੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨਾਂ ਦਾ ਹੁਣ ਉੱਤਰ ਦਿੱਤਾ। ਕੀ ਕਹਿੰਦੀ ਹੈ? ਸੁਨ ਸ੍ਰੀ ਨਾਨਕ ਸਰੋਨ ਮਝਾਰੇ। ਦੇਖੋ ਕਹਿੰਦੀ ਸੁਣ ਸ਼੍ਰੀ, ਤੁਸੀਂ ਮਾਇਆ ਦੇ ਪਤੀ ਹੋ, ਤੁਸੀਂ ਸਾਰੀ ਮਾਇਆ ਦੇ ਜਿਹੜੇ ਹਨ ਮਾਲਕ ਹੋ, ਇਸ ਕਰਕੇ ਤੁਸੀਂ ਸ਼੍ਰੀ ਹੋ, ਤੁਸੀਂ ਸ੍ਰਿਸ਼ਟ ਹੋ, ਤੁਸੀਂ ਪਰਮਾਤਮਾ ਰੂਪ ਹੋ। ਹੇ ਨਾਨਕ ਕਹਿੰਦੀ ਸ਼ਰੋਣ ਮਝਾਰੇ। ਕਹਿਣ ਲੱਗੇ ਆਪਣੇ ਕੰਨਾਂ ਵਿੱਚ ਮੇਰੀ ਇੱਕ ਬੇਨਤੀ ਸੁਣ ਲਓ। ਜੇ ਹਰ ਜਨ ਪਰਮੇਸ਼ਰ ਪਿਆਰੇ। ਕਹਿਣ ਲੱਗੇ ਜਿਹੜੇ ਪਰਮਾਤਮਾ ਦੇ ਪਿਆਰੇ ਭਗਤ ਹੁੰਦੇ ਹਨ ਨਾ, ਜਿਹੜੇ ਪਰਮਾਤਮਾ ਨਾਲ ਪ੍ਰੇਮ ਕਰਨ ਵਾਲੇ ਹੁੰਦੇ ਹਨ ਨਾ, ਜਿਹੜੇ ਪਰਮਾਤਮਾ ਨਾਲ ਜਿਹੜਾ ਹੈ ਸਾਰੀ ਦੁਨੀਆ ਦੇ ਰਸਾਂ ਕਸਾਂ ਨੂੰ ਛੱਡ ਕੇ ਜੋ ਇੱਕ ਪਰਮਾਤਮਾ ਨੂੰ ਧਿਆਉਂਦੇ ਹਨ ਨਾ, ਜੋ ਇੱਕ ਸਾਰੀ ਦੁਨੀਆ ਦੀਆਂ ਖੁਸ਼ੀਆਂ ਨੂੰ ਪਾਸੇ ਕਰਕੇ ਇੱਕ ਪਰਮਾਤਮਾ ਨੂੰ ਖੁਸ਼ ਕਰਨਾ ਚਾਹੁੰਦੇ ਹਨ ਨਾ, ਕਹਿੰਦੇ ਐਸੇ ਜਿਹੜੇ ਭਗਤ ਹੁੰਦੇ ਹਨ। ਰੱਛਿਆ ਕਰਹੁ ਸੰਜ ਸਕਾਰੇ। ਕਹਿਣ ਲੱਗੇ ਰੱਛਿਆ ਮੈਂ ਕਿਉਂ ਬਣੀ ਹਾਂ? ਪਰਮਾਤਮਾ ਨੇ ਮੈਨੂੰ ਕਿਉਂ ਬਣਾਇਆ ਹੈ? ਇਹਨਾਂ ਦੀ ਰੱਖਿਆ ਕਰਨ ਵਾਸਤੇ। ਜਿਹੜੇ ਭਗਤ ਲੋਕ ਹਨ ਮੈਂ ਉਹਨਾਂ ਦੀ ਰੱਖਿਆ ਕਰਦੀ ਹਾਂ। ਮੇਰੀ ਡਿਊਟੀ ਹੈ ਭਗਤਾਂ ਦੀ ਰੱਖਿਆ ਕਰਨੀ। ਇਸ ਕਰਕੇ ਕਹਿੰਦੀ ਰਾਤ ਦਿਨ ਮੈਂ ਆਪਣੀ ਭਗਤ ਜਿਹੜਾ ਪਰਮਾਤਮਾ ਦੇ ਭਗਤਾਂ ਦੀ ਰੱਖਿਆ ਕਰਦੀ ਹਾਂ। ਮੈਂ ਉਹਨਾਂ ਦੀ ਬੋਡੀਗਾਰਡ ਹਾਂ। ਜੋ ਉਹਨਾਂ ਨੂੰ ਕੁਝ ਕਹਿੰਦਾ ਹੈ ਤਾਂ ਮੇਰੀ ਡਿਊਟੀ ਬਣਦੀ ਹੈ ਉਹਨਾਂ ਨੂੰ ਸੋਧਣ ਵਾਸਤੇ ਦੂਜਿਆਂ ਨੂੰ। ਮੈਂ ਪਰਮਾਤਮਾ ਦੇ ਭਗਤਾਂ ਦੀ ਰੱਖਿਆ ਕਰਨ ਵਾਲੀ ਹਾਂ। ਮੈਨੂੰ ਇਸ ਕਰਕੇ ਦਾ ਬਣਾਇਆ ਹੈ ਪਰਮਾਤਮਾ ਨੇ। ਜੇ ਮਤ ਮੰਦ ਤਿਨਹੋ ਦੁਖ ਦੇਹੀ। ਜੇ ਕੋਈ ਮਤ ਮੰਦ ਭੈੜੀ ਮਤ ਵਾਲਾ ਪਰਮਾਤਮਾ ਦੇ ਭਗਤਾਂ ਨੂੰ ਦੁੱਖ ਦਵੇ ਤੇ ਮਾਰੋ ਮੇਰੀ ਮਤ ਇਹੀ। ਕਹਿੰਦੇ ਕਿ ਮੈਨੂੰ ਤਾਂ ਇਹੀ ਹੁਕਮ ਆ ਪਰਮਾਤਮਾ ਦਾ। ਮੇਰਾ ਜਿਹੜਾ ਹੈ ਮੈਨੂੰ ਇਹੀ ਉਹਨਾਂ ਨੇ ਹੁਕਮ ਦਿੱਤਾ ਹੈ, ਜਿਹੜੇ ਕੋਈ ਭਗਤ ਨੂੰ ਦੁੱਖ ਦੇਣਗੇ ਮੇਰਾ ਕੰਮ ਆ ਉਹਨਾਂ ਨੂੰ ਮਾਰਨਾ। ਮੇਰੀ ਡਿਊਟੀ ਹੈ। ਇਹ ਪਰਮਾਤਮਾ ਨੇ ਮੇਰੀ ਡਿਊਟੀ ਲਾਈ ਹੋਈ ਹੈ। ਮੈਂ ਪਰਮਾਤਮਾ ਦੇ ਭਗਤਾਂ ਨੂੰ ਨਹੀਂ ਛੱਡਦੀ। ਜਿੱਥੇ ਵੀ ਭਗਤਾਂ ਨੂੰ ਕੋਈ ਔਖਾ ਕਰਦਾ ਮੈਂ ਆ ਕੇ ਉਹਨਾਂ ਨੂੰ ਮਾਰਦੀ ਹਾਂ। ਇਹ ਭੂਪਤ ਮਤ ਮੰਦ ਕੁਚਾਰੇ। ਕਹਿਣ ਲੱਗੇ ਇਹ ਜਿਹੜਾ ਰਾਜਾ ਸੀ ਨਾ, ਭੈੜੀ ਮਤ ਵਾਲਾ ਪਾਪੀ ਸੀ ਜਿਹੜਾ, ਕਹਿੰਦੇ ਇਹ ਜਿਹੜਾ ਹੈ ਕਿਉਂ ਇਹਨੇ ਭਗਤ ਨੂੰ ਲਿਆਂਦਾ, ਕਿਉਂ ਭਗਤ ਦੀ ਬਲੀ ਚੜਾਉਣ ਲੱਗਿਆ ਸੀ? ਮਾਰਨ ਆਨਿਓ ਸੰਤ ਅਗਾਰੀ। ਕਹਿੰਦੇ ਮੇਰੇ ਅੱਗੇ ਇੱਕ ਸੰਤ ਨੂੰ ਮਾਰਨ ਵਾਸਤੇ ਆਇਆ। ਜਿਹੜੇ ਸੰਤਾਂ ਦੀ ਰੱਖਿਆ ਵਾਸਤੇ ਪਰਮਾਤਮਾ ਨੇ ਮਨ ਬਣਾਇਆ, ਉਹ ਸੰਤਾਂ ਨੂੰ ਮੇਰੇ ਅੱਗੇ ਉਹ ਸੰਤਾਂ ਦੀ ਬਲੀ ਮੈਨੂੰ ਚੜਾਉਣ ਆਇਆ। ਕਹਿੰਦੇ ਐਡਾ ਮਤ ਮੰਦ ਭੈੜੀ ਮਤ ਵਾਲਾ ਇਹ ਰਾਜਾ ਹੈ। ਕਿਉ ਕ੍ਰੋਧ ਜਾਂ ਤੇ ਮੈਂ ਸਾਥ ਮਾਰਾ। ਇਸ ਕਰਕੇ ਮੈਂ ਕ੍ਰੋਧ ਕਰਕੇ ਇਸ ਨੂੰ ਮਾਰੇ ਦਿੱਤਾ ਇਸ ਰਾਜੇ ਨੂੰ। ਮਰਤ ਸੰਤ ਕੋ ਤੁਰਤ ਉਭਾਰਾ। ਕਹਿਣ ਲੱਗੇ ਮਰਦੇ ਹੋਏ ਸੰਤ ਨੂੰ ਮੈਂ ਬਚਾਉਂਦੀ ਹਾਂ। ਮੈਂ ਹਮੇਸ਼ਾ ਹੀ ਬਚਾਉਂਦੀ ਰਹੀ ਹਾਂ ਤੇ ਬਚਾਉਂਦੀ ਰਹਾਂਗੀ। ਅਸ ਕਹਿ ਲੋਪ ਭਈ ਤਬ ਦੇਵੀ। ਦੇਖੋ ਹੁਣ ਇਹ ਦੇਵੀ ਜਿਹੜੀ ਹੈ, ਇਹ ਦੇਵੀ ਦਾ ਆਪਣਾ ਇੱਕ ਸਰੂਪ ਹੈ। ਹੁਣ ਇਹ ਦੇਵੀ ਜਿਹੜੀ ਹੈ ਇਹਦਾ ਕੰਮ ਕੀ ਹੈ ਕਿ ਪਾਪੀਆਂ ਨੂੰ ਮਾਰਨਾ। ਇਸ ਕਰਕੇ ਪਰਮਾਤਮਾ ਨੇ ਸ਼ਕਤੀ ਰੂਪ ਜਿਹੜੀ ਹੈ ਉਹਨਾਂ ਦੇ ਤਰ੍ਹਾਂ ਦੇ ਰੂਪ ਬਣੇ ਹਨ ਪਰਮਾਤਮਾ ਦੀ ਸ਼ਕਤੀ ਦੇ।
ਇਸ ਕਰਕੇ ਭਗੌਤੀ ਜਿਹਨੂੰ ਕਹਿੰਦੇ ਹਾਂ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਆਪਣੀ ਤਲਵਾਰ ਕੱਢ ਕੇ ਕਿਹਾ ਵੀ ਇਹੀ ਭਗੌਤੀ ਹੈ, ਜਿਹਨੂੰ ਦੰਡ ਦੇਣਾ ਤਾਂ ਇਹਨੇ ਦੇਣਾ, ਇਹ ਤਲਵਾਰ ਹੀ ਦੇਗੀ ਦੰਡ। ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਤਲਵਾਰ ਨੂੰ ਭਗੌਤੀ ਕਿਹਾ ਹੈ, ਇਹ ਮੇਰੀ ਭਗੌਤੀ ਹੈ, ਇਹ ਦੰਡ ਦੇਣ ਵਾਲੀ ਹੈ। ਇਸ ਕਰਕੇ ਜਿਹੜਾ ਹੈ ਜਦੋਂ ਦੇਵੀ ਐਸਾ ਕਹਿ ਕੇ ਅਲੋਪ ਹੋ ਗਈ ਤਾਂ ਫਿਰ ਉਹ ਜਿਹੜੀ ਦੇਵੀ ਜਿਹੜੇ ਮੁੜ ਕੇ ਉੱਥੇ ਦੇਵੀ ਨਹੀਂ ਦਿਸਦੀ, ਬਸ ਉਹਦੀ ਮੂਰਤੀ ਰਹਿ ਗਈ। ਜਗ ਮਾਤਾ ਈਸ਼ਵਰੀ ਅਭੇਵੀ। ਦੇਖੋ ਇਸ ਕਰਕੇ ਜਿਹੜਾ ਹਨ ਅਭੇਦ, ਇਹ ਜਿਹੜੇ ਹਨ ਇਹਦੇ ਵਿੱਚ ਕੋਈ ਭੇਦ ਨਹੀਂ, ਜੋ ਉੱਥੇ ਹੋਇਆ ਉਹਦੇ ਵਿੱਚ ਕੋਈ ਭੇਦ ਨਹੀਂ। ਉਹ ਚੰਡੀ ਜਿਹੜੀ ਆਪ ਪਰਮਾਤਮਾ ਦੀ ਸ਼ਕਤੀ ਰੂਪ ਹੈ, ਤੇ ਜੇ ਸ਼ਕਤੀ ਰੂਪ ਕਰਕੇ ਦੇਖੀਏ ਤਾਂ ਪਰਮਾਤਮਾ ਦਾ ਜਿਹੜਾ ਹੈ ਉਹ ਸ਼ਕਤੀ ਰੂਪ ਹੋਣ ਕਰਕੇ ਉਹ ਵੀ ਇੱਕ ਪਰਮਾਤਮਾ ਦਾ ਹਿੱਸਾ ਹੀ ਹੈ ਨਾ, ਉਹ ਪਰਮਾਤਮਾ ਦਾ ਰੂਪ ਹੀ ਹੈ ਨਾ। ਸੋ ਇਸ ਕਰਕੇ ਇੱਥੇ ਲਿਖਿਆ ਹੈ, ਕਹਿੰਦੇ ਦੇਖੋ ਗੁਰੂ ਨਾਨਕ ਸਾਖਸ਼ਾਤ ਪਰਮੇਸ਼ਰ ਖੜਾ ਹੈ, ਉਹਦੇ ਸਾਹਮਣੇ ਉਹਦੀ ਸ਼ਕਤੀ ਪ੍ਰਗਟ ਹੋਈ ਹੈ ਜਿਹਨੂੰ ਚੰਡੀ ਕਹਿੰਦੇ ਹਾਂ। ਸੋ ਉਹ ਗੁਰੂ ਨਾਨਕ ਦੀ ਬਣਾਈ ਹੋਈ ਸ਼ਕਤੀ ਹੈ। ਵੱਡਿਓ ਨਗਰ ਮਹਿ ਸੋਕ ਅਪਾਰੀ। ਲੋਕ ਲੋਕ ਤਾਂ ਰੋਣ ਪਿੱਟਣ ਲੱਗੇ ਜੀ ਸਾਰੇ ਕਿਤੇ ਵੀ ਸਾਡਾ ਰਾਜਾ ਮਰ ਗਿਆ, ਹੁਣ ਮਾਰਿਆ ਵੀ ਕਿਹਨੇ? ਦੇਵੀ ਨੇ ਮਾਰਿਆ ਕੇ। ਠੌਰ ਠੌਰ ਰੋਵਹਿ ਨਰ ਨਾਰੀ। ਠੌਰ ਠੌਰ ਘਰ ਘਰ ਵਿੱਚ ਨਰ ਜਿਹੜੇ ਹਨ ਮਰਦ ਵੀ ਰੋਂਦੇ ਨੇ, ਇਸਤਰੀਆਂ ਵੀ ਰੋਂਦੀਆਂ ਨੇ। ਕਿ ਵਿਚਾਰ ਜੇ ਹੁਤੇ ਸਿਆਣੇ। ਜੋ ਉੱਥੇ ਜਿਹੜੇ ਸਿਆਣੇ ਸਨ ਨਾ ਉਹਨਾਂ ਨੇ ਕੁਝ ਵਿਚਾਰ ਕੀਤੇ ਵੀ ਐਸਾ ਕਿਉਂ ਹੋਇਆ ਇੱਥੇ ਸਾਡੇ ਨਾਲ ਅੱਜ। ਗਹੇ ਜੋ ਕਲਾਵਾਨ ਮਨ ਜਾਣੇ। ਕਹਿਣਗੇ ਗਹੇ ਜੋ ਕਲਾਵਾਨ, ਕਹਿੰਦੇ ਲੇਕਿਨ ਗੱਲ ਇਹ ਹੈ, ਕਹਿੰਦੇ ਜਿਹਦੀ ਬਲੀ ਚੜਾਉਣ ਚੱਲੇ ਸੀ ਨਾ ਉਹ ਕਲਾਵਾਨ ਸੀਗਾ, ਉਹ ਸ਼ਕਤੀਆਂ ਵਾਲਾ ਸੀਗਾ, ਉਹ ਤਾਂ ਕੋਈ ਸੰਤ ਹੋਣਾ ਹੈ। ਆਏ ਸਭ ਹੀ ਤਬ ਧਰ ਪਾਉ। ਇਸ ਕਰਕੇ ਉਹ ਸਾਰੇ ਚੱਲ ਕੇ ਫੇਰ ਮੰਦਿਰ ਵਿੱਚ ਆਏ, ਆ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭਾਈ ਬਾਲੇ ਤੇ ਮਰਦਾਨੇ ਨੂੰ ਮੱਥੇ ਟੇਕਣ ਲੱਗੇ। ਸ੍ਰੀ ਗੁਰੂ ਕੋ ਲਖ ਲੀਨ ਪ੍ਰਭਾਉ। ਫੇਰ ਉਹਨਾਂ ਨੇ ਜਾਣਿਆ ਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਭਾਵ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਕੌਤਕ ਕਰਾਇਆ ਹੈ। ਮਹਾਰਾਜ ਆਪ ਪਰਮੇਸ਼ਰ ਹੋਣਗੇ, ਹੁਣ ਜਿਹਦੇ ਅੱਗੇ ਦੇਵੀ ਪ੍ਰਗਟ ਹੋ ਕੇ ਉਹਦੇ ਸੇਵਕ ਨੂੰ ਬਚਾਉਣ ਵਾਸਤੇ ਆਈ, ਕਹਿੰਦੇ ਉਹ ਆਪ ਕੀ ਹੋਵੇਗਾ। ਇਸ ਕਰਕੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਦਾ ਪ੍ਰਭਾਵ ਦੇਖ ਕੇ ਮਹਾਰਾਜ ਦੇ ਚਰਨੀ ਪੈ ਗਏ। ਨਿਰਪ ਸੁਤ ਠਾਂਡੋ ਆਏ ਅਗਾਰੀ। ਤੇ ਰਾਜੇ ਦਾ ਜਿਹੜਾ ਲੜਕਾ ਸੀ ਨਾ ਉਹ ਵੀ ਆ ਗਿਆ, ਉਹ ਆ ਕੇ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਖੜ ਗਿਆ। ਕਰਕੇ ਬੰਧਨ ਬਿਨਾ ਉਚਾਰੀ। ਮਹਾਰਾਜ ਨੂੰ ਮੱਥਾ ਟੇਕ ਕੇ ਉਹ ਜਿਹੜਾ ਹੈ ਰਾਜੇ ਦਾ ਪੁੱਤਰ ਬੇਨਤੀ ਕਰਦਾ ਹੈ, ਕਰਹੋ ਛਿਮਾ ਅਪਰਾਧ ਹਮਾਰਾ। ਮਹਾਰਾਜ ਸਾਡੀ ਛਿਮਾ ਨੂੰ ਮਾਫ ਕਰ ਦਿਓ, ਸਾਡਾ ਅਪਰਾਧ ਜੋ ਸਾਡੇ ਤੋਂ ਗਲਤੀ ਹੋਈ ਹੈ ਉਹ ਤੁਸੀਂ ਸਾਨੂੰ ਛਿਮਾ ਕਰ ਦਿਓ, ਸਾਨੂੰ ਮਾਫੀ ਦੇ ਦਿਓ, ਸਾਨੂੰ ਜਿਹੜਾ ਫੋਰਗਿਵ ਕਰ ਦਿਓ। ਹਮ ਨੇ ਜਾਣਿਓ ਭੇਦ ਤੁਮਾਰਾ। ਮਹਾਰਾਜ ਅਸੀਂ ਤੁਹਾਡਾ ਭੇਦ ਨਹੀਂ ਜਾਣਿਆ, ਸਾਨੂੰ ਨਹੀਂ ਪਤਾ ਸੀ ਤੁਸੀਂ ਕੌਣ ਹੋ, ਸਾਡੇ ਤੋਂ ਗਲਤੀ ਹੋ ਗਈ ਬਹੁਤ ਵੱਡੀ। ਸਿੱਖ ਆਪਨੇ ਹਮ ਹੈ ਕਰੀਜੈ। ਮਹਾਰਾਜ ਸਾਨੂੰ ਆਪਣੇ ਸਿੱਖ ਬਣਾ ਲਓ। ਮਹਾਰਾਜ ਅੱਜ ਤੋਂ ਬਾਅਦ ਅਸੀਂ ਦੇਵੀ ਦੀ ਪੂਜਾ ਛੱਡ ਕੇ ਸਾਨੂੰ ਤੁਸੀਂ ਆਪਣੇ ਸਿੱਖ ਬਣਾ ਲਓ, ਜਿਹਦੇ ਕਰਕੇ ਸਾਨੂੰ ਵੀ ਜਿਹੜੀ ਮੁਕਤੀ ਮਿਲੇ। ਆਪੈ ਦਾਨ ਸਭ ਹਿਨ ਕੋ ਦੀਜੈ। ਕਿ ਅਪਹਿਤਾ ਦਿਓ। ਮਹਾਰਾਜ ਸਾਰੇ ਡਰੇ ਪਏ ਹਨ, ਮਹਾਰਾਜ ਇਹਨਾਂ ਨੂੰ ਅਪਹਿਤਾ ਦਿਓ। ਅਪਹਿ ਦੀ ਅਵਸਥਾ ਕੀ ਹੈ? ਗਿਆਨ ਦੀ ਅਵਸਥਾ। ਮਹਾਰਾਜ ਇਹਨਾਂ ਨੂੰ ਗਿਆਨ ਦੀ ਅਵਸਥਾ ਪ੍ਰਦਾਨ ਕਰੋ। ਸੁਨਤ ਬਿਨਾ ਹੋਏ ਗਏ ਕਿਰਪਾਲਾ। ਮਹਾਰਾਜ ਉਸ ਦੀ ਬੇਨਤੀ ਨੂੰ ਸੁਣ ਕੇ ਨਾ ਉਹ ਪ੍ਰਿੰਸ ਜਿਹੜਾ ਆਇਆ ਸੀਗਾ ਉਹਦੀ ਬੇਨਤੀ ਨੂੰ ਸੁਣ ਕੇ ਮਹਾਰਾਜ ਜੀ ਕਿਰਪਾ ਦੇ ਘਰ ਵਿੱਚ ਆਏ। ਆਪਣੇ ਦਇਆ ਉਪਦੇਸ਼ ਵਿਸਾਲਾ। ਮਹਾਰਾਜ ਨੇ ਜਿਹੜਾ ਨਾ ਆਪਣਾ ਉਪਦੇਸ਼ ਦਿੱਤਾ, ਸਤਿਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ, ਸਮਝਾਇਆ। ਸਤਨਾਮ ਕੋ ਸਿਮਰਨ ਕਰਨੋ। ਮਹਾਰਾਜ ਕਹਿੰਦੇ ਸਤਨਾਮ ਦਾ ਸਿਮਰਨ ਕਰਿਆ ਕਰੋ। ਸੰਤ ਸੇਵ ਮਹਿ ਹਿਤ ਔਰ ਧਰਨੋ। ਤੇ ਸੰਤ ਦੀ ਸੇਵਾ ਕਰਨ ਵਿੱਚ ਆਪਣਾ ਹਿੱਤ ਆਪਣਾ ਭਲਾ ਦੇਖਿਆ ਕਰੋ, ਵੀ ਸਾਡਾ ਭਲਾ ਕਿੱਥੇ ਹੈ? ਸੰਤ ਦੀ ਸੇਵਾ ਵਿੱਚ ਹੈ, ਸੰਤਾਂ ਦੀ ਸੇਵਾ ਕਰਨ ਵਿੱਚ ਹੀ ਸਾਡਾ ਭਲਾ ਹੈ, ਇਸ ਕਰਕੇ ਜਾਣਨਾ ਕਰੋ। ਉਪਤ ਦਾਹ ਬਹੁਰ ਕਰਵਾਇਓ। ਫੇਰ ਮਹਾਰਾਜ ਨੇ ਉਹ ਰਾਜੇ ਦਾ ਸਿਰ ਤੇ ਉਹਦਾ ਧੜ ਜਿਹੜਾ ਚੁਕਵਾ ਕੇ ਮਹਾਰਾਜ ਨੇ ਉਹਦਾ ਸੰਸਕਾਰ ਕਰਾਇਆ। ਸਿੰਘਾਸਨ ਨਿਰਪਸੁੱਤ ਬੈਠਾਇਓ। ਫੇਰ ਮਹਾਰਾਜ ਨੇ ਆਪਣੇ ਹੱਥੀਂ ਉਸਦਾ ਪੁੱਤਰ ਜਿਹੜਾ ਸੀ ਪ੍ਰਿੰਸ, ਉਹਨੂੰ ਰਾਜੇ ਦੇ ਤਖਤ ਤੇ ਬਿਠਾਇਆ। ਉਹਨੂੰ ਰਾਜਾ ਜਿਹੜਾ ਰਾਜਾ ਅਭਿਸ਼ੇਕ ਜਿਹੜਾ ਹੈ ਕੋਰੋਨੇਸ਼ਨ ਜਿਹੜਾ ਸੀ ਉਹਦੇ ਪੁੱਤਰ ਦਾ ਕਰਾਇਆ। ਦੋਹਰਾ ਨਾਮ ਧਰਮ ਜਸ ਰਾਖਿਓ ਰਾਜ ਤਿਲਕ ਕੋ ਦੇ। ਦੇਖੋ ਜਦੋਂ ਤਖਤ ਦਿੱਤਾ ਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਰਾਜੇ ਦੇ ਪੁੱਤਰ ਦਾ ਨਾਂ ਰੱਖਿਆ ਧਰਮ ਜਸ। ਕਹਿੰਦੇ ਅੱਜ ਤੋਂ ਤੇਰਾ ਨਾਂ ਧਰਮ ਜਸ ਹੋਵੇਗਾ, ਰਾਜਾ ਧਰਮ ਜਸ। ਸੋ ਇਹ ਨਾਂ ਵੀ ਦਿੱਤਾ ਤੇ ਮਹਾਰਾਜ ਨੇ ਤਖਤ ਵੀ ਦਿੱਤਾ ਉਸਨੂੰ, ਤੇ ਤਿਲਕ ਵੀ ਆਪ ਲਾਇਆ। ਸੁੰਦਰ ਧਰਮਸ਼ਾਲਾ ਰਚੇ ਕੀਰਤ ਤਹਾ ਕਰੇ। ਦੇਖੋ ਉਸ ਵੇਲੇ ਮਹਾਰਾਜ ਨੇ ਉਹਨਾਂ ਨੂੰ ਕਹਿ ਕਰਕੇ ਸੁੰਦਰ ਧਰਮਸ਼ਾਲਾ ਬਣਾਈ, ਜਿੱਥੇ ਸਵੇਰੇ ਸ਼ਾਮ ਬਹਿ ਕੇ ਸਤਨਾਮ ਦਾ ਸਿਮਰਨ ਕਰਨਾ, ਗੁਰਬਾਣੀ ਸੁਣਨੀ,
ਸੋ ਸੰਗਤ ਕਰਨੀ, ਕੀਰਤਨ ਕਰਨਾ। ਸੋ ਇਸ ਕਰਕੇ ਮਹਾਰਾਜ ਨੇ ਉੱਥੇ ਧਰਮਸਾਲ ਬਣਾਈ। ਸਵਈਆ ਮਨ ਨੀਵ ਸਦੀਵ ਰੱਖੋ ਆਪਣਾ। ਮਹਾਰਾਜ ਨੇ ਉਪਦੇਸ਼ ਦਿੱਤਾ, ਕਹਿੰਦਾ ਹਮੇਸ਼ਾ ਹੀ ਆਪਣਾ ਮਨ ਨੀਵਾਂ ਰੱਖਣਾ, ਨਿਮਰਤਾ ਵਿੱਚ ਰਹਿਣਾ ਹੈ। ਸਤਨਾਮ ਨਿਰੰਤਰ ਹੀ ਲਿਵ ਲਾਵ ਤੇ ਆਪਣਾ ਧਿਆਨ, ਆਪਣਾ ਕਨਸੈਂਟਰੇਸ਼ਨ ਹਮੇਸ਼ਾ ਹੀ ਸਤਨਾਮ, ਉਹ ਵਾਹਿਗੁਰੂ ਦੇ ਸਿਮਰਨ ਵਿੱਚ ਹੀ ਰੱਖਣਾ, ਪਰਮਾਤਮਾ ਵਿੱਚ ਵੀ ਜੋੜੀ ਰੱਖਣੀ ਆਪਣੀ ਬਿਰਤੀ। ਇਸ਼ਨਾਨ ਤੇ ਦਾਨ ਕਰੋ ਸੁਖ ਪਾਵ। ਕਹਿੰਦੇ ਨੰਜਾ ਨਾਮ, ਦਾਨ ਤੇ ਇਸ਼ਨਾਨ। ਹੁਣ ਨਾਮ ਦਾ ਤਾਂ ਪਹਿਲਾਂ ਉਪਦੇਸ਼ ਦਿੱਤਾ ਵੀ ਸਤਨਾਮ, ਉਹਦੇ ਵਿੱਚ ਆਪਣੀ ਲਿਵ ਜੋੜ ਕੇ ਰੱਖਣੀ ਹੈ। ਕਹਿੰਦੇ ਫਿਰ ਇਸ਼ਨਾਨ ਵੀ ਕਰਨਾ ਹੈ ਤੇ ਦਾਨ ਵੀ ਕਰਨਾ ਹੈ, ਇਹਦੇ ਵਿੱਚੋਂ ਸੁੱਖ ਮਿਲਣਗੇ ਸਾਰੇ। ਪੈਚਿਤ ਲਾਵੋ ਕੀਰਤ ਗਾਵੋ। ਹਾਂ, ਇਸ ਕਰਕੇ ਕਹਿੰਦੇ ਵੀ ਕੀਰਤ ਨੂੰ ਗਾਉਣਾ ਕਰੋ। ਕੀਰਤੀ ਜਿਹੜੀ ਹੈ ਉਸ ਪਰਮਾਤਮਾ ਦੀ ਕੀਰਤੀ ਨੂੰ ਹਮੇਸ਼ਾ ਹੀ ਜਿਹੜਾ ਹੈ ਗਾਉਣਾ ਕਰੋ। ਪਰਮਾਤਮਾ ਨੂੰ ਪ੍ਰੇਸ ਕਰੋ, ਨਾ ਕਿ ਆਪਣੇ ਆਪ ਨੂੰ। ਹਾਂਜੀ, ਆਪਣੀ ਹਉਮੈ ਨੂੰ ਛੱਡ ਕੇ ਉਹ ਪਰਮਾਤਮਾ ਦੀ ਪ੍ਰੇਸ ਕਰਨੀ ਕਰੋ। ਸਤ ਸੰਗਤ ਸੋ ਨਿਤ ਭਾਉ ਧਰੋ। ਦੇਖੋ, ਹਮੇਸ਼ਾ ਪਿਆਰ ਕਰਨਾ ਹੈ ਸਤ ਸੰਗਤ ਦੇ ਨਾਲ। ਸਤ ਸੰਗਤ ਵਿੱਚ ਹੀ ਆਪਣਾ ਪ੍ਰੇਮ ਪਿਆਰ ਰੱਖਣਾ ਹੈ। ਤਿਨ ਸੰਗਮ ਮੈਂ ਨਿਤ ਕਾਲ ਬਿਤਾਵੋ। ਦੇਖੋ, ਤਿੰਨ ਸੰਗਮ ਹੈ, ਜਿਹੜਾ ਹੁਣ ਸੰਗਤ ਦੇ ਮਿਲਾਪ ਦੇ ਵਿੱਚ ਹੀ ਰਹਿ ਕਰਕੇ ਸਾਰਾ ਸਮਾਂ ਬਤੀਤ ਕਰਨਾ ਹੈ। ਜਿਹੜਾ ਹਨ ਸੰਗਤ ਵਿੱਚ ਹੀ ਰਹਿਣਾ ਹੈ, ਸੰਗਤ ਨੂੰ ਹੀ ਆਪਣਾ ਸਭ ਕੁਝ ਜਾਣਨਾ ਹੈ। ਤਬ ਹੋਏ ਸਿੱਖੀ ਗੁਰ ਕੀ ਸੁਭ ਪ੍ਰਾਪਤ। ਦੇਖੋ, ਤਾਂ ਤੁਹਾਨੂੰ ਗੁਰੂ ਦੀ ਸਿੱਖੀ ਜਿਹੜੀ ਪ੍ਰਾਪਤ ਹੋਵੇਗੀ, ਤਾਂ ਇਹ ਸਿੱਖੀ ਤੁਹਾਡੇ ਜੀਵਨ ਵਿੱਚ ਆਏਗੀ। ਤਾਂ ਹੀ ਇਹ ਸਿੱਖੀ ਜਿਹੜੀ ਹੈ ਨਾਮ ਮਾਤਰ ਨਹੀਂ ਗੀ। ਸਿੱਖ ਜਿਹੜੇ ਹੁੰਦੇ ਨੇ ਉਹ ਨਾਮ ਮਾਤਰ ਨਹੀਂ ਹੁੰਦੇ। ਸਿੱਖੀ ਆਉਂਦੀ ਹੈ ਸਾਧ ਸੰਗਤ ਦੀ ਸੇਵਾ ਕਰਕੇ। ਸਾਧ ਸੰਗਤ ਜਿਹੜੀ ਹਨ ਉਹ ਮਿਲ ਕੇ ਨਾਮ ਜਪਣ ਵਿੱਚ, ਨਾਮ ਦਾਨ ਇਸ਼ਨਾਨ ਤੇ ਸੰਗਤ ਵਿੱਚ ਰਹਿ ਕਰਕੇ ਹੀ ਸਿੱਖੀ ਪ੍ਰਾਪਤ ਹੁੰਦੀ ਹੈ। ਜੇ ਸਭ ਬੈਨ ਸਦੀਵ ਕਮਾਵੋ। ਕਹਿੰਦੇ ਜੇ ਹਮੇਸ਼ਾ ਵਾਸਤੇ ਤੁਸੀਂ ਇਹ ਜਿਹੜਾ ਹਨ ਸਾਡੇ ਬਚਨ ਨੂੰ ਕਮਾਉਣਾ ਕਰੋ, ਤਾਂ ਤੁਹਾਡੇ ਵਿੱਚ ਸਿੱਖੀ ਆਏਗੀ ਤੇ ਰਹੇਗੀ ਵੀ, ਤੁਹਾਡੇ ਜਿਹੜੇ ਆਉਂਦੀਆਂ ਪੁਸ਼ਤਾਂ ਤੱਕ ਵੀ ਰਹੇਗੀ। ਤਾਂ ਇਸ ਕਰਕੇ ਇਹ ਸਿੱਖੀ ਜਿਹੜੀ ਹੈ ਕਮਾਉਣੀ ਹੈ ਤੇ ਦੂਜਿਆਂ ਨੂੰ ਵੀ ਜਿਹੜਾ ਹਨ ਨਾਲ ਪਿਆਰ ਨਾਲ ਜੋੜਨਾ ਹੈ। ਦੋਹਰਾ ਕਿਤਕ ਦਿਵਸ ਰਹਿ ਕਰ ਤਹਾਂ। ਮਹਾਰਾਜ ਕੁਝ ਕੁ ਦਿਨ ਉੱਥੇ ਰਹੇ। ਭਲ ਉਪਦੇਸ਼ ਦ੍ਰਿੜਾਏ। ਚੰਗਾ ਜਿਹੜਾ ਉਪਦੇਸ਼ ਉਹਨਾਂ ਨੂੰ ਦ੍ਰਿੜ ਕਰਾਇਆ। ਵਿਦਾ ਹੋਏ ਗਮਨੇ ਪ੍ਰਭੂ ਆਨ ਥਾਨ ਸਤ ਭਾਏ। ਮਹਾਰਾਜ ਹੁਣ ਉੱਥੋਂ ਵਿਦਾ ਹੋ ਕੇ ਹੁਣ ਅਗਲੇ ਅਸਥਾਨ ਨੂੰ ਚੱਲੇ ਹਨ। ਚੌਪੇ ਪਹੁੰਚੇ ਰਮਕ ਖੰਡ ਗੁਸਾਈ। ਦੇਖੋ, ਹੁਣ ਮਹਾਰਾਜ ਜੀ ਪਹੁੰਚੇ ਹਨ ਸੱਤਵੇਂ ਖੰਡ ਵਿੱਚ, ਜਿਹਦਾ ਨਾਮ ਹੈ ਰਮਕ ਜਿਹੜਾ ਹਨ ਖੰਡ, ਉੱਥੇ ਪਹੁੰਚੇ। ਪੁਰ ਸਮੀਪ ਬੈਸਤ ਭੇਜ ਆਏ। ਕਹਿਣ ਲੱਗੇ ਜਿਹੜਾ ਹਨ ਉਸ ਵੇਲੇ ਜਿਹੜਾ ਹੈ ਪੁਰ ਸਮੀਪ ਬੈਸਤ ਭੇਜ ਆਏ। ਕਹਿਣ ਲੱਗੇ ਮਹਾਰਾਜ ਜੀ ਉਸ ਨਗਰੀ ਦੇ ਨੇੜੇ ਜਾ ਕੇ ਬੈਠ ਗਏ। ਕੇਤਕ ਮਨੁਜ ਤਹਾਂ ਚਲ ਆਏ। ਕੁਝ ਕੁ ਮਨੁੱਖਾਂ ਨੇ ਦੇਖਿਆ ਵੀ ਬਾਹਰੋਂ ਬੰਦੇ ਆਏ ਹਨ, ਵੀ ਇਹ 3 ਮਨੁੱਖ ਬਾਹਰੋਂ ਆਏ ਹਨ। ਉਹਨਾਂ ਨੇ ਦੇਖ ਕੇ ਉਹ ਜਿਹੜੇ ਹਨ ਲੋਕ ਸਸਪੀਸ਼ੀਅਸ ਸੀਗੇ। ਉਹਨਾਂ ਨੇ ਪਰ ਦੇਖਿਆ ਵੀ ਬੰਦੇ ਸਾਧ ਲੱਗਦੇ ਨੇ, ਜੋ ਇਹ ਦੇਖ ਕੇ ਉਹ ਆ ਕੇ ਕੋਲੇ ਬੈਠ ਗਏ ਮਹਾਰਾਜ ਦੇ। ਜਾਨ ਸੰਤ ਨੇ ਜ ਸੀਸ ਝੁਕਾਏ। ਤੇ ਕਈਆਂ ਨੇ ਮਹਾਰਾਜ ਨੂੰ ਸੰਤ ਜਾਣ ਕੇ ਉਹਨਾਂ ਨੇ ਮੱਥਾ ਵੀ ਟੇਕਿਆ ਗੁਰੂ ਨਾਨਕ ਸਾਹਿਬ ਜੀ ਨੂੰ। ਨਿਕਟ ਬਿਲੋਕ ਤਿਨ ਹੈ ਜਗਤੇਸਾ। ਮਹਾਰਾਜ ਨੇ ਉਹਨਾਂ ਨੂੰ ਨੇੜੇ ਬੈਠਿਆਂ ਦੇਖ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ। ਦੇਤ ਭਏ ਸ੍ਰੇਸ਼ਟ ਉਪਦੇਸਾ। ਸ੍ਰਿਸ਼ਟ ਚੰਗਾ ਉਪਦੇਸ਼ ਦੇਣ ਵਾਸਤੇ ਮਹਾਰਾਜ ਨੇ ਬਚਨ ਕੀਤਾ। ਸਤ ਨਾਮ ਸਿਮਰੋ ਦਿਨ ਰਾਤੀ। ਕਹਿੰਦੇ ਕਿ ਦੇਖੋ, ਸਤਨਾਮ ਵਾਹਿਗੁਰੂ ਦਾ ਨਾਮ ਜਿਹੜਾ ਹੈ ਇਹਦਾ ਸਿਮਰਨ ਦਿਨ ਰਾਤ ਕਰਿਆ ਕਰੋ। ਸੰਤ ਸੇਵ ਕਰ ਪ੍ਰੀਤ ਸਹਾਤੀ। ਤੇ ਸੰਤਾਂ ਦੀ ਸੇਵਾ ਕਰਿਆ ਕਰੋ, ਜਿਹੜੀ ਪ੍ਰੀਤੀ ਦੇ ਨਾਲ, ਪ੍ਰੇਮ ਦੇ ਨਾਲ ਕਰਨੀ ਹੈ, ਪਿਆਰ ਨਾਲ ਕਰਨੀ ਹੈ, ਬੱਦਾ ਚੱਟੀ ਨਹੀਂ ਕਰਨੀ ਵੀ ਅਸੀਂ ਬੰਨੇ ਹੋਏ ਜੀ, ਕਰਨੀ ਪੈਣੀ ਆ ਜੀ, ਕੀ ਕਰੀਏ ਜੀ, ਕਰਨਾ ਹੀ ਪੈਂਦਾ, ਇਹ ਨਹੀਂ ਕਰਨਾ। ਕਹਿੰਦੇ ਪ੍ਰੇਮ ਨਾਲ ਨਿਸ਼ਕਾਮਤਾ ਨੂੰ ਧਾਰਨ ਕਰਕੇ ਸੰਤਾਂ ਦੀ ਸੇਵਾ ਕਰਨੀ ਹੈ। ਕਹਿੰਦੇ ਉਹੀ ਸੋਭਨੀਕ ਹੈ, ਉਹੀ ਚੰਗੀ ਹੈ। ਕੂਕਰ ਦ੍ਰਿਸ਼ਟ ਨਾ ਕਬ ਮਨ ਧਰਨੀ। ਕਹਿਣ ਲੱਗੇ ਕਿਤੇ ਵੀ ਕੁੱਤੇ ਦ੍ਰਿਸ਼ਟੀ ਨਹੀਂ ਕਰਨੀ, ਕੁੱਤੇ ਦੀ ਦ੍ਰਿਸ਼ਟੀ ਨਹੀਂ ਕਰਕੇ ਇਸ ਸੰਸਾਰ ਨੂੰ ਦੇਖਣਾ, ਜਾਂ ਕੁੱਤੇ ਦੀ ਦ੍ਰਿਸ਼ਟੀ ਨਾਲ ਇਸ ਸੰਸਾਰ ਵਿੱਚ ਨਹੀਂ ਵਰਤਣਾ। ਦ ਵਿਜ਼ਨ ਆਫ ਅ ਡੌਗ, ਹਾਂਜੀ, ਜੋ ਕੁੱਤਾ ਦ੍ਰਿਸ਼ਟੀ ਕਹਿੰਦੇ ਹਾਂ। ਕਹਿੰਦੇ ਕੁੱਤੇ ਦ੍ਰਿਸ਼ਟੀ ਦੇ ਨਾਲ ਨਹੀਂ ਸੰਸਾਰ ਵਿੱਚ ਵਰਤਣਾ। ਸ਼ੇਰ ਦ੍ਰਿਸ਼ਟ ਗੁਰਮੁਖ ਹੋਇਆ ਕਰਨੀ। ਕਹਿਣਗੇ ਸ਼ੇਰ ਦੀ ਦ੍ਰਿਸ਼ਟੀ, ਦ ਵਿਜ਼ਨ ਆਫ ਅ ਲਾਇਨ, ਕਹਿਣਗੇ ਜਿਹੜਾ ਹੈ ਉਹਦੀ ਦ੍ਰਿਸ਼ਟੀ ਨਾਲ ਇਸ ਸੰਸਾਰ ਨੂੰ ਦੇਖਣਾ ਹੈ, ਇਸ ਸੰਸਾਰ ਵਿੱਚ ਵਰਤਣਾ ਹੈ। ਹਰਖ ਸੋਗ ਦੁਖ ਸੁਖ ਮਹਿ ਤਿਆਗੋ। ਦੇਖੋ, ਕਹਿੰਦੇ ਜਿਹੜਾ ਹਰਕ ਤੇ ਸੋਗ, ਦੁੱਖ ਤੇ ਸੁਖ ਮਹਿ ਤਿਆਗੋ। ਕਹਿੰਦੇ ਜਿਹੜਾ ਹੈ ਆਪਣੇ ਮਨ ਦੇ ਵਿੱਚੋਂ ਜਿਹੜੀ ਖੁਸ਼ੀ ਤੇ ਦੁੱਖ ਹੈ, ਗਮੀ ਹੈ, ਕਹਿੰਦੇ ਇਹਦੇ ਕਰਕੇ ਜਿਹੜਾ ਸੁੱਖ ਤੇ ਦੁੱਖ ਪੈਦਾ ਹੁੰਦਾ ਹੈ, ਇਹਦੇ ਵਿੱਚ ਆਪਣੀ ਬਿਰਤੀ, ਆਪਣੀ ਕਨਸੈਂਟਰੇਸ਼ਨ ਨਾ ਰੱਖੋ, ਇਹਨੂੰ ਬਹੁਤਾ ਧਿਆਨ ਨਾ ਦਿਓ, ਕਿਉਂਕਿ ਸੁੱਖ ਤੇ ਦੁੱਖ ਆਪਣੇ ਪ੍ਰਾਲਬੱਧ ਕਰਮਾਂ ਦੇ ਫਲ ਹਨ, ਇਹ ਨਹੀਂ ਬਦਲਨੇ। ਚਾਹੇ ਬੰਦਾ ਖੁਸ਼ੀ ਵਿੱਚ ਖੁਸ਼ ਹੋ ਜਾਵੇ, ਚਾਹੇ ਗਮੀ ਵਿੱਚ ਰੋਂਦਾ ਪਿੱਟਦਾ ਫਿਰੇ, ਫਿਰ ਵੀ ਉਹ ਦੁੱਖ ਆਉਣਾ ਹੀ ਹੈ। ਜਿਹੜਾ ਸੁੱਖ ਆਉਣਾ ਹੈ ਉਹਨੇ ਆਉਣਾ ਹੀ ਹੈ, ਭਾਵੇਂ ਕਿੰਨੇ ਲੋਕ ਉਹਨੂੰ ਹਟਾਉਣ ਦੀ ਕੋਸ਼ਿਸ਼ ਕਰ ਲੈਣ, ਫਿਰ ਵੀ ਉਹਨੇ ਆਉਣਾ ਹੀ ਹੈ। ਕਹਿੰਦੇ ਇਸ ਕਰਕੇ ਜਿਹੜੀ ਆਪਣੀ ਬਿਰਤੀ ਹੁੰਦੀ ਆ ਨਾ,
ਇਹ ਸੁੱਖ ਤੇ ਦੁੱਖ ਤੋਂ ਉੱਤੇ ਉਠਾਓ, ਕਿਉਂਕਿ ਜੇ ਇਹ ਸੁੱਖ ਤੇ ਦੁੱਖ ਵਿੱਚ ਹੀ ਰਹਿ ਗਈ ਤਾਂ ਫਿਰ ਜਿਹੜਾ ਕੰਮ ਕਰਨ ਵਾਸਤੇ ਆਪਾਂ ਆਏ ਸੀ ਨਾ ਸੰਸਾਰ ਵਿੱਚ, ਪਰਮਾਤਮਾ ਦਾ ਸਿਮਰਨ ਕਰਨ ਵਾਸਤੇ, ਪਰਮਾਤਮਾ ਨਾਲ ਇੱਕ ਹੋਣ ਵਾਸਤੇ, ਪਰਮਾਤਮਾ ਵਿੱਚ ਸਮਾਉਣ ਵਾਸਤੇ, ਉਹ ਕੰਮ ਰਹਿ ਜਾਏਗਾ। ਫਿਰ ਆਪਾਂ ਸਾਰੀ ਉਮਰ ਦੁੱਖ ਤੇ ਸੁੱਖ, ਸੁੱਖ ਤੇ ਦੁੱਖ, ਦੁੱਖ ਤੇ ਸੁੱਖ, ਇਹਨਾਂ ਵਿੱਚ ਹੀ ਆਪਾਂ ਉਲਝੇ ਰਹਾਂਗੇ, ਆਪਾਂ ਐਂਟੈਂਗਲ ਹੋ ਜਾਾਂਗੇ। ਸੋ ਕੀ ਹੋਵੇਗਾ, ਜਿਵੇਂ ਇੱਕ ਜਾਨਵਰ ਜੰਮਦਾ ਹੈ ਉਹ ਆਪਣੇ ਕਰਮ ਭੋਗ ਕੇ ਮਰ ਜਾਂਦਾ ਹੈ, ਇਸੇ ਤਰ੍ਹਾਂ ਹੀ ਫਿਰ ਆਪਣੀ ਵੀ ਜੂਨ ਉਸੇ ਹੋਵੇਗੀ ਨਾ। ਆਪਾਂ ਵੀ ਆਪਾਂ ਜੰਮੇ ਹਾਂ, ਦੁੱਖ ਸੁੱਖ ਭੋਗ ਕੇ ਆਪਾਂ ਵੀ ਮਰ ਜਾਵਾਂਗੇ, ਪ੍ਰਾਪਤ ਤਾਂ ਕੁਝ ਨਹੀਂ ਹੋਇਆ। ਤੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਇਹ ਜੂਨ ਜਿਹੜੀ ਹੈ ਇਹਦੇ ਵਿੱਚ ਤੁਸੀਂ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ। ਇਸ ਕਰਕੇ ਇਹਨਾਂ ਵਿੱਚ ਧਿਆਨ ਨਹੀਂ ਰੱਖਣਾ, ਇਹਨਾਂ ਵਿੱਚ ਫੋਕਸ ਨਹੀਂ ਰੱਖਣਾ ਸੁੱਖ ਤੇ ਦੁੱਖ ਵਿੱਚ। ਕਰੋ ਭਗਤ ਨਿਸ ਪਾਛਲ ਜਗ ਹੋ। ਦੇਖੋ ਪਾਛਲ ਪਿਛਲੀ ਰਾਤ, ਅਖੀਰਲਾ ਪਹਿਰ ਰਾਤ ਦਾ 3 ਆਵਰਸ ਬਿਫੋਰ ਸਨਰਾਈਜ਼ ਜਿਹੜਾ ਹੈ ਤੁਸੀਂ ਰਾਈਜ਼ ਹੋਣਾ ਹੈ, ਤੁਸੀਂ ਉੱਠਣਾ ਹੈ, ਤੁਸੀਂ ਨੀਂਦ ਦਾ ਤਿਆਗ ਕਰਕੇ ਫਿਰ ਭਗਤੀ ਕਰਨੀ ਹੈ। ਸੁਣ ਕਰ ਬੂਝਣ ਲਗੇ ਸੋ ਮਾਨਵ। ਸੋ ਉਹ ਜਿਹੜੇ ਬੈਠੇ ਸਨ ਨਾ ਲੋਕ, ਜਿਨ੍ਹਾਂ ਨੇ ਇਹ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਤੋਂ ਸੁਣਿਆ, ਉਹ ਪੁੱਛਣ ਲੱਗੇ ਮਹਾਰਾਜ ਨੂੰ, ਦ੍ਰਿਸ਼ਟ ਜੋ ਕਹੀ ਹਮ ਹੈ ਨਹਿ ਜਾਣਵ। ਮਹਾਰਾਜ ਤੁਸੀਂ ਦੋ ਦ੍ਰਿਸ਼ਟੀ ਦੀ ਗੱਲ ਕੀਤੀ ਆ, ਕੁੱਤਾ ਦ੍ਰਿਸ਼ਟੀ ਤੇ ਸ਼ੇਰ ਦ੍ਰਿਸ਼ਟੀ। ਮਹਾਰਾਜ ਇਹਦੇ ਬਾਰੇ ਨਹੀਂ ਕਿਤੇ ਅਸੀਂ ਸੁਣਿਆ, ਨਾ ਅਸੀਂ ਜਾਣਦੇ ਹਾਂ। ਖੋਲ ਅਰਥ ਇਹ ਭਨੋ ਗੁਸਾਈ। ਮਹਾਰਾਜ ਇਹਨਾਂ ਦੇ ਅਰਥ ਖੋਲ ਕੇ ਸੁਣਾਓ, ਇਹਨਾਂ ਦੇ ਅਰਥ ਜਿਹੜਾ ਹੈ ਇਲੈਬੋਰੇਟ ਕਰਕੇ ਸਾਨੂੰ ਦੱਸੋ, ਇਹਨਾਂ ਨੂੰ ਚੰਗੀ ਤਰ੍ਹਾਂ ਡਿਸਕ੍ਰਾਈਬ ਕਰੋ ਵੀ ਇਹ ਕੁੱਤਾ ਦ੍ਰਿਸ਼ਟੀ ਕੀ ਹੁੰਦੀ ਹੈ, ਇਹ ਸ਼ੇਰ ਦ੍ਰਿਸ਼ਟੀ ਉਹ ਕੀ ਹੁੰਦੀ ਹੈ। ਹਾਂਜੀ, ਤੁਮ ਹੋ ਸੰਤ ਸਵਨ ਸੁਖਦਾਈ। ਕਹਿਣਗੇ ਤੁਸੀਂ ਸੰਤ ਹੋ ਜੋ ਸਾਰਿਆਂ ਨੂੰ ਸੁਖ ਦੇਣ ਵਾਲੇ ਹੋ। ਕਿਰਪਾ ਨਿਧਾਨ ਭਣੀ ਤਬ ਬਾਨੀ। ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਵੇਲੇ ਬਚਨ ਕੀਤਾ, ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਮਹਾਰਾਜ ਹੁਣ ਉਹਨਾਂ ਨੂੰ ਸਮਝਾਉਂਦੇ ਹਨ। ਦ੍ਰਿਸ਼ਟ ਕੂਕਰੀ ਲੇਹੋ ਪਛਾਨੀ। ਦੇਖੋ ਕੁੱਤਾ ਦ੍ਰਿਸ਼ਟੀ ਕੀ ਹੁੰਦੀ ਹੈ, ਉਹਦੀ ਪਹਿਚਾਨ ਕਰੋ। ਉਹ ਹੁਣ ਤੁਹਾਨੂੰ ਦੱਸਦੇ ਹਾਂ ਕਿ ਕੁੱਤਾ ਦ੍ਰਿਸ਼ਟੀ ਕੀ ਹੁੰਦੀ ਹੈ। ਦੁੱਖ ਸੁਖ ਮੁਝ ਕੋ ਮਾਨਵ ਦੇਹੀ। ਦੇਖੋ ਹੁਣ ਜਿਹੜਾ ਦੁੱਖ ਤੇ ਸੁੱਖ ਹੁੰਦਾ ਹੈ ਨਾ, ਬੰਦਾ ਉਸਨੂੰ ਆਪਣੀ ਦੇਹ ਦੇ ਵਿੱਚ ਆਪਣੇ ਆਪ ਨੂੰ ਦੁਖੀ ਤੇ ਸੁਖੀ ਮੰਨੇ। ਉਸ ਜਿਹੜਾ ਸੁੱਖ ਤੇ ਦੁੱਖ ਨੂੰ ਇਹ ਦੇਹ ਤੱਕ, ਇਹ ਸਰੀਰ ਤੱਕ ਮੰਨਦਾ ਹੈ ਤੇ ਸਰੀਰ ਰਾਹੀਂ ਦੁੱਖ ਤੇ ਸੁੱਖ ਨੂੰ ਫੀਲ ਕਰਦਾ ਹੈ ਤੇ ਉਹਦਾ ਫੋਕਸ ਜਿਹੜਾ ਸਰੀਰ ਤੇ ਹੁੰਦਾ ਹੈ ਤੇ ਸਰੀਰ ਰਾਹੀਂ ਹੀ ਦੁੱਖ ਤੇ ਸੁੱਖ ਨੂੰ ਭੋਗਦਾ ਹੈ। ਇਸ ਕਰਕੇ ਉਹ ਮੰਨਦਾ ਹੈ ਕਿ ਇਹ ਸਰੀਰ ਕਰਕੇ ਹੀ ਮੈਨੂੰ ਸੁੱਖ ਮਿਲਿਆ, ਇਹ ਸਰੀਰ ਕਰਕੇ ਹੀ ਦੁੱਖ ਮਿਲਿਆ। ਸਰੀਰ ਵਿੱਚ ਮੈਂ ਪੁੰਨ ਕਰਦਾ ਹਾਂ, ਇਸ ਕਰਕੇ ਮੈਨੂੰ ਸੁੱਖ ਮਿਲਿਆ। ਸਰੀਰ ਕਰਕੇ ਮੇਰੇ ਤੋਂ ਕੋਈ ਗਲਤੀ ਹੋ ਗਈ, ਇਸ ਕਰਕੇ ਮੈਨੂੰ ਪਾਪਾਂ ਦਾ ਫਲ ਦੁੱਖ ਮਿਲਦਾ ਹੈ। ਇਸ ਕਰਕੇ ਕਹਿੰਦੇ ਸਾਰਾ ਹੀ ਦੁੱਖ ਸੁੱਖ ਉਹਨੇ ਇਸ ਸਰੀਰ ਵਿੱਚ ਸੀਮਤ ਕੀਤਾ ਹੋਇਆ ਹੈ ਵੀ ਇਹ ਸਰੀਰ ਕਰਕੇ ਹੀ ਮੇਰਾ ਦੁੱਖ ਤੇ ਸੁੱਖ ਹੈ। ਸੋ ਜਦੋਂ ਮੈਨੂੰ ਸੁੱਖ ਮਿਲਦਾ ਹੈ, ਮੈਂ ਇਹਦੀ ਕਮਾਈ ਕਰਦਾ, ਜੀ ਮੈਂ ਪੈਸੇ ਕਮਾਏ ਹਨ, ਹੁਣ ਮੈਂ ਖਰਚਦਾ ਹਾਂ, ਮੈਂ ਇੰਜੋਏ ਕਰਦਾ ਬਿਕੋਜ਼ ਆਈ ਅਰਨ ਇਟ। ਦੇਖੋ ਬੋਡੀ ਦੀ ਗੱਲ ਆ ਗਈ, ਉਹ ਬਿਕੋਜ਼ ਮੈਂ ਆਪਣੀ ਡਾਈਟ ਚੰਗੀ ਤਰ੍ਹਾਂ ਨਹੀਂ ਰੱਖੀ, ਮੈਂ ਬਿਮਾਰ ਹੋ ਗਿਆ, ਹਾਂ ਉਹ ਵੀ ਸਰੀਰ ਤੱਕ ਹੀ ਆ ਗਿਆ ਕੰਮ। ਸੋ ਜਿੰਨਾ ਸੁੱਖ ਤੇ ਦੁੱਖ ਹੈ ਉਹ ਸਰੀਰ ਤੱਕ ਹੀ ਉਹਨੂੰ ਲਿਮਿਟ ਕੀਤਾ ਹੋਇਆ ਹੈ। ਉਹ ਕੁੱਤਾ ਦ੍ਰਿਸ਼ਟੀ ਹੈ। ਈਸ਼ਵਰ ਕੀ ਗਤ ਲਖੇ ਨਾ ਕੇਹੀ। ਉਹ ਪਰਮੇਸ਼ਰ ਨੂੰ ਨਹੀਂ ਦੇਖਦਾ, ਹੀ ਡਸਨਟ ਸੀ ਹਾਊ ਗੋਡ ਜਿਹੜਾ ਹੈ, ਕਿਵੇਂ ਪਰਮਾਤਮਾ ਵਰਤ ਰਿਹਾ ਸੰਸਾਰ ਵਿੱਚ, ਕਿਵੇਂ ਪਰਮਾਤਮਾ ਦਾ ਐਗਜ਼ਿਸਟੈਂਸ ਹੈ, ਕਿਸ ਤਰ੍ਹਾਂ ਜਿਹੜੇ ਹਨ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਨਹੀਂ ਪਤਾ। ਬਿਕੋਜ਼ ਜਦੋਂ ਵੀ ਕੁਝ ਹੁੰਦਾ ਹੈ ਉਹਦੇ ਕੌਨਸੀਕੁਐਂਸਸ ਜਿਹੜੇ ਆਪਾਂ ਦੇਖਦੇ ਹਾਂ, ਪਰ ਉਹ ਜਿਹੜਾ ਉਹਦਾ ਕੌਜ਼ ਬਣਦਾ ਹੈ ਵਿਦ ਮੈਨੀ ਅਦਰ ਰੀਜ਼ਨਸ, ਮੈਨੀ ਅਦਰ ਥਿੰਗਸ ਕਮਸ ਟੂਗੇਦਰ ਫॉर ਇਵੈਂਟ, ਫॉर ਸਮਥਿੰਗ ਟੂ ਅ ਟਾਸਕ ਟੂ ਟੇਕ ਇਨ ਪਲੇਸ ਇਨ ਆਵਰ ਲਾਈਫ। ਸੋ ਦੇਖੋ ਉਹਦੇ ਕਰਕੇ ਕਿੰਨਾ ਕੁਝ ਹੁੰਦਾ ਹੈ ਸੰਸਾਰ ਵਿੱਚ, ਉਹ ਨਹੀਂ ਦੇਖਦਾ, ਉਹ ਸਿਰਫ ਆਪਣੇ ਆਪ ਨੂੰ ਦੇਖਦਾ ਵੀ ਮੈਨੂੰ ਇਹ ਹੋਇਆ ਜੀ, ਮੈਨੂੰ ਇਹ ਬੰਦੇ ਨੇ ਧੋਖਾ ਕੀਤਾ, ਮੈਨੂੰ ਇਹ ਬੰਦੇ ਨੇ ਦੁੱਖ ਦਿੱਤਾ, ਇਹ ਬੰਦੇ ਨੇ ਮੈਨੂੰ ਗਾਲ ਕੱਢੀ ਹੈ। ਉਹ ਹਮੇਸ਼ਾ ਬਲੇਮ ਕਰਦਾ ਹੈ, ਫਿਰ ਜਾਂ ਜਦੋਂ ਉਹਨੂੰ ਆਪਣੀ ਗਲਤੀ ਅਹਿਸਾਸ ਹੁੰਦੀ ਉਹ ਰਿਗਰੈਟ ਕਰਦਾ ਹੈ। ਸੋ ਬਲੇਮ ਐਂਡ ਰਿਗਰੈਟ, ਇਹ ਦੋ ਚੀਜ਼ਾਂ ਨੂੰ ਉਹ ਆਪਣੇ ਸਰੀਰ ਵਿੱਚ ਹੀ ਦੇਖਦਾ ਹੈ, ਉਹ ਈਸ਼ਵਰ ਨੂੰ ਨਹੀਂ ਦੇਖਦਾ, ਉਹ ਪਰਮਾਤਮਾ ਨੂੰ ਨਹੀਂ ਦੇਖਦਾ। ਦੈਟਸ ਅਨਦਰ ਪਾਵਰ ਹੂਜ਼ ਵਰਕਿੰਗ ਅਰਾਊਂਡ ਮੀ which I cannot see with my bare eyes, ਮੈਂ ਆਪਣੀ ਅੱਖਾਂ ਨਾਲ ਨਹੀਂ ਦੇਖ ਸਕਦਾ। ਹਾਂਜੀ, ਮਾਰਨ ਹਾਰ ਨਾ ਜਾਣ ਹੈ ਸਵਾਨਾ। ਦੇਖੋ ਉਹ ਜਿਹੜਾ ਹੈ ਕੁੱਤਾ, ਜਿਵੇਂ ਕਹਿੰਦੇ ਕੁੱਤੇ ਨੂੰ ਜਦੋਂ ਲਾਠੀ ਮਾਰੀ ਦੀ ਆ ਨਾ, ਜਦੋਂ ਕੁੱਤੇ ਨੂੰ ਇੱਕ ਸਟਿਕ ਮਾਰੀ ਦੀ ਹੈ, ਕੁੱਤਾ ਉਹ ਸਟਿਕ ਵੱਲ ਦੇਖਦਾ ਹੈ, ਉਹ ਮਾਰਨ ਵਾਲੇ ਵੱਲ ਨਹੀਂ ਦੇਖਦਾ। he doesn't see who is hitting him, he is just looking at the stick। ਇਹ ਆ ਕੁੱਤਾ ਦ੍ਰਿਸ਼ਟੀ। ਜਦੋਂ ਵੀ ਕੁੱਤੇ ਦੀ ਲਾਠੀ ਵੱਜਦੀ, ਕੁੱਤੇ ਦੀ ਨਿਗਾਹ ਸਿਰਫ ਲਾਠੀ ਵੱਲ ਹੁੰਦੀ ਹੈ। ਲਸਤਕ ਕੋ ਕੱਟ ਹੈ ਅਣਜਾਨਾ। ਹਾਂ ਦੇਖੋ ਫਿਰ ਕੁੱਤਾ ਕੀ ਕਰਦਾ, ਆਪਣੇ ਆਪ ਨੂੰ ਬਚਾਉਣ ਵਾਸਤੇ ਉਹ ਲਾਠੀ ਨੂੰ ਕੱਟਦਾ। he tries to bite the stick, ਉਹ ਬਾਈਟ ਕਰਦਾ ਉਸ ਸਟਿਕ ਨੂੰ ਵੀ, ਇਹ ਸਟਿਕ ਮੈਨੂੰ ਮਾਰ ਰਹੀ ਹੈ, ਮੈਨੂੰ ਮਾਰਾਂ। ਉਹ ਗੁੱਸਾ ਆਪਣੀ ਸਟਿਕ ਤੇ ਕੱਢਦਾ, ਪਰ ਉਹਨੂੰ ਉਹ ਨਹੀਂ ਦੇਖਦਾ ਕਿ ਮਾਰਨ ਵਾਲਾ ਕੌਣ ਹੈ।
ਉਹ ਸਟਿਕ ਤੇ ਉਹਦਾ ਲੱਗਿਆ ਰਹਿੰਦਾ ਹੈ ਜੀ ਸਾਰਾ ਧਿਆਨ। ਇਸ ਪ੍ਰਕਾਰ ਕੋ ਜੋ ਨਰ ਹੋਏ, ਹਾਂ ਕਹਿੰਦੇ ਇਸ ਪ੍ਰਕਾਰ ਕਰਕੇ ਜਿਹੜੇ ਬੰਦੇ ਹੁੰਦੇ ਹਨ, ਮਨਮੁਖ ਸਵਾਨ ਦ੍ਰਿਸ਼ਟ ਹੈ ਸੋਏ, ਕਹਿਣਗੇ ਉਹ ਮਨਮੁਖ ਨੇ, ਉਹ ਕੁੱਤਾ ਦ੍ਰਿਸ਼ਟੀ ਵਾਲੇ ਬੰਦੇ ਹੁੰਦੇ ਨੇ। ਇਹ ਮਨਮੁਖ ਜਿਹੜੇ ਬੰਦੇ ਹੁੰਦੇ ਨਾ, ਇਹ ਕੁੱਤਾ ਦ੍ਰਿਸ਼ਟੀ ਵਾਲੇ ਹੁੰਦੇ ਨੇ। ਇਹਨਾਂ ਨੇ ਸਿਰਫ ਇੱਕ ਸ਼ਾਰਟ ਸਾਈਟਡ ਕਹਿ ਦਈਏ ਇਹਨਾਂ ਨੂੰ। ਇਹਨਾਂ ਦਾ ਵਿਸ਼ਨ ਜਿਹੜਾ ਬਹੁਤ ਨੈਰੋ ਹੁੰਦਾ ਹੈ, ਹਾਂਜੀ, ਬਹੁਤ ਸ਼ਾਰਟ ਹੁੰਦਾ ਹੈ। ਬਸ ਉਹਨਾਂ ਕੀ ਦੇਖਦੇ ਆ ਆਲੇ ਦੁਆਲੇ, ਬਸ ਉਹਨਾਂ ਨੂੰ ਗਾਂ ਦਾ ਕੁਝ ਨਹੀਂ ਪਤਾ ਹੁੰਦਾ, ਨਾ ਉਹਨਾਂ ਨੂੰ ਪਰਵਾਹੀ ਹੈ। ਜੇ ਕੋਈ ਦੱਸ ਵੀ ਦੇਵੇ ਉਹਨਾਂ ਨੇ ਕਿਹੜੇ ਸੁਣਨਾ ਹੁੰਦਾ। ਇਹ ਮਨਮੁਖ ਐਸੇ ਬੰਦੇ ਮੂਰਖ ਹਨ। ਕਿਸ ਪ੍ਰਕਾਰ ਦੁੱਖ ਸੁਖ ਬਨ ਆਵੈ, ਇਸ ਕਰਕੇ ਕਹਿੰਦੇ ਫਿਰ ਉਹਨਾਂ ਨੂੰ ਦੁੱਖ ਤੇ ਸੁੱਖ ਬਹੁਤਾ ਜ਼ਿਆਦਾ ਫੀਲ ਹੁੰਦਾ ਹੈ। ਉਹ ਦੁੱਖ ਸੁੱਖ ਨੂੰ ਹੀ ਆਪਣਾ ਜੀਵਨ ਸਮਝਦੇ ਹਨ। ਉਹ ਦੁੱਖ ਸੁੱਖ ਹੀ ਆਪਣਾ ਸਭ ਕੁਝ ਸਮਝਦੇ। ਜਿਹੜਾ ਹਨ ਦੁੱਖ ਸੁੱਖ ਦੋਏ ਕੱਪੜੇ ਪਹਿਰੇ ਜਾਏ ਮਨੁੱਖ। ਮਹਾਰਾਜ ਕਹਿੰਦੇ ਦੁੱਖ ਤੇ ਸੁੱਖ ਤਾਂ ਕੱਪੜੇ ਨੇ। ਜਿਹੜਾ ਬੰਦਾ ਕਿਤੇ ਦੁੱਖ ਦੇ ਪਾਉਂਦਾ, ਕਿਤੇ ਸੁੱਖ ਦੇ ਪਾਉਂਦਾ, ਪਰ ਕਹਿੰਦੇ ਇਹ ਤਾਂ ਸਿਰਫ ਕੱਪੜਾ ਹੀ ਹੈ। ਇਹ ਤਾਂ ਜਿਹੜੇ ਹਨ ਸਿਰਫ ਕਰਮਾਂ ਨੂੰ ਆਪਾਂ ਭੁਗਤਦੇ ਹਾਂ। ਦਿਸ ਇਜ਼ ਨਾਟ ਵੀ, ਆਪਾਂ ਉਹ ਨਹੀਂ ਜੋ ਦੁੱਖ ਤੇ ਸੁੱਖ ਹੈ। ਪਰਮੇਸ਼ਰ ਤੇ ਸਰਬ ਲਖਾਵੈ, ਦੇਖੋ ਪਰਮੇਸ਼ਰ ਤੇ ਸਰਬ ਲਖਾਵੈ। ਹੁਣ ਜਿਹੜਾ ਹਨ ਸ਼ੇਰ ਦ੍ਰਿਸ਼ਟੀ ਦੀ ਗੱਲ ਕਰਦੇ ਹਨ, ਕਿਸ ਪ੍ਰਕਾਰ ਦੁੱਖ ਸੁੱਖ ਬਨ ਆਵੈ। ਹੁਣ ਦੇਖੋ ਇੱਥੋਂ ਹੈ ਕਿਸ ਪ੍ਰਕਾਰ ਦੁੱਖ ਸੁਖ ਬਨ ਆਵੈ। ਓਕੇ, ਹੁਣ ਸ਼ੇਰ ਦ੍ਰਿਸ਼ਟੀ ਕੀ ਹੁੰਦੀ ਹੈ? ਕਹਿੰਦੇ ਜਿਹੜਾ ਵੀ ਕੋਈ ਜਿਹੜਾ ਜਿਸ ਪ੍ਰਕਾਰ ਦਾ ਵੀ ਦੁੱਖ ਤੇ ਸੁੱਖ ਆਉਂਦਾ ਹੈ, ਬਣ ਆਉਂਦਾ ਹੈ ਜੀਵਨ ਦੇ ਵਿੱਚ, ਪਰਮੇਸ਼ਰ ਤੇ ਸਰਬ ਲਖਾਵੈ, ਉਹ ਜਾਣਦੇ ਨੇ ਵੀ ਇਹ ਸਭ ਕੁਝ ਪਰਮਾਤਮਾ ਹੀ ਮੈਨੂੰ ਦੇ ਰਿਹਾ ਹੈ। ਇਟਸ ਕਮਿੰਗ ਫਰਮ ਗੋਡ। ਦੇ ਡੋਂਟ ਸੀ ਦ ਇਵੈਂਟ, ਦੇ ਡੋਂਟ ਸੀ ਦ ਪਾਰਟਿਕੂਲਰ cause of the ਦੁੱਖ ਤੇ ਸੁੱਖ। ਉਹ ਪਰਮਾਤਮਾ ਵੱਲ ਦੇਖਦੇ ਨੇ ਵੀ ਦੇਣ ਵਾਲਾ ਪਰਮਾਤਮਾ ਹੈ। they keep their vision, their concentration, their focus on God rather than the event। तो ਉਹਦੇ ਤੇ ਨਹੀਂ ਰੱਖਦੇ। ਸੋ ਪਰਮਾਤਮਾ ਵੱਲ ਦੇਖਦੇ ਵੀ ਪਰਮਾਤਮਾ ਹੀ ਦਿੰਦਾ ਹੈ ਦੁੱਖ ਸੁੱਖ। ਮਾਨੁਖ ਬਪੁਰਾ ਕੌਣ ਵਿਚਾਰਾ, ਕਹਿਣ ਲੱਗੇ ਮਨੁੱਖ ਕੀ ਚੀਜ਼ ਹੈ? ਇਹ ਵਿਚਾਰਾ ਹੈ। he is on the accepting side। ਇਹ ਤਾਂ ਇਹਨੂੰ ਐਕਸੈਪਟ ਕਰਨਾ ਪੈਂਦਾ ਹੈ। ਜੋ ਪਰਮਾਤਮਾ ਦਿੰਦਾ ਇਹ ਐਕਸੈਪਟ ਕਰਦਾ, but it's coming from him। if he doesn't give, nobody can give। ਸੋ ਉਹਦੀ ਇਹ ਨਿਸ਼ਚਾ ਬਣਿਆ ਹੁੰਦਾ ਹੈ। ਕਰੈ ਕਾਜ ਸਭ ਸ੍ਰੀ ਕਰਤਾਰਾ, ਦੇਖੋ ਉਹਨਾਂ ਨੂੰ ਇਹ ਵੀ ਨਿਸ਼ਚਾ ਹੈ ਸਾਰੇ ਕਾਰਜ ਕਰਨ ਵਾਲਾ ਪਰਮਾਤਮਾ ਹੈ, ਬੰਦਾ ਨਹੀਂ ਕੁਝ ਵੀ ਕਰ ਸਕਦਾ। ਇਸ ਕਰਕੇ ਆਪਾਂ ਕੋਈ ਬੰਦੇ ਨੂੰ ਬਲੇਮ ਨਹੀਂ ਕਰ ਸਕਦੇ। ਵਾਟ ਕੈਨ ਦ ਹਿਊਮਨ ਡੂ? ਪਰਮਾਤਮਾ ਹੀ ਕਰਾਉਂਦਾ ਹੈ ਸਭ ਕੁਝ, ਪਰਮਾਤਮਾ ਹੀ ਕਰਦਾ ਹੈ, ਪਰਮਾਤਮਾ ਹੀ ਕਰਦਾ ਤੇ ਪਰਮਾਤਮਾ ਹੀ ਭੁਗਤਦਾ ਹੈ। ਬਿਕੋਜ਼ ਹੀ ਇਜ਼ ਆਲਸੋ ਇਨ ਮੀ। ਜਦੋਂ ਮੇਰੇ ਨਾਲ ਕੋਈ ਜਿਹੜਾ ਕੋਈ ਪਾਪ ਕਰਦਾ ਹੈ, ਕੋਈ ਮੈਨੂੰ ਦੁੱਖ ਦਿੰਦਾ ਹੈ, ਉਹ ਦੁੱਖ ਦੇਣ ਵਾਲਾ ਵੀ ਉਹੀ ਹੈ ਜੋ ਉਹਨੂੰ ਸਹਿਣ ਵਾਲਾ ਹੈ। ਉਹ ਵੀ ਪਰਮਾਤਮਾ ਆਪ ਹੀ ਹੈ ਜਿਹੜਾ ਮੇਰੇ ਵਿੱਚ ਹੈ। ਜਿਉ ਕੇਹਰ ਤਜ ਸ਼ਸਤਰ ਨਸਾਰੇ, ਦੇਖੋ ਜਿਉ ਕੇਹਰ ਤਜ ਸ਼ਸਤਰ ਨਸਾਰੇ। ਹੁਣ ਜਿਹੜਾ ਕੇਹਰੀ ਸ਼ੇਰ ਹੈ ਜਾਂ ਜਿਹੜੇ ਸ਼ੇਰ ਹੁੰਦੇ ਨੇ, ਜਦੋਂ ਉਹਨਾਂ ਨੂੰ ਮਾਰੀਏ ਸ਼ਾਸਤਰ ਵੱਲ ਉਹ ਨਹੀਂ ਦੇਖਦੇ, ਲੱਕੜ ਵਾਲ ਸਟਿਕ ਵੱਲ ਉਹ ਨਹੀਂ ਦੇਖਦੇ, ਉਹ ਮਾਰਨ ਵਾਲੇ ਦੇਖਦੇ ਨੇ ਵੀ ਮੈਨੂੰ ਕੌਣ ਮਾਰ ਰਿਹਾ ਹੈ। ਦੇ ਲੁੱਕ ਇਨਟੂ ਦੈਟ ਪਰਸਨ ਹੂ ਇਜ਼ ਕਿਲਿੰਗ them। ਦੈਟਸ ਵਾਈ ਹੰਟਿੰਗ ਜਿਹੜੀ ਹੈ ਨਾ, ਸ਼ੇਰ ਦੀ ਹੰਟਿੰਗ ਬਹੁਤ ਔਖੀ ਹੈ। ਇਸ ਕਰਕੇ ਔਖੀ ਹੈ ਕਿਉਂਕਿ ਸ਼ੇਰ ਦੀ ਨਿਗਾਹ ਉਹ ਗਨ ਤੇ ਨਹੀਂ ਹੁੰਦੀ, ਉਹ ਐਰੋ ਤੇ ਨਹੀਂ ਹੁੰਦੀ, ਉਹਦੀ ਨਿਗਾਹ ਮਾਰਨ ਵਾਲੇ ਤੇ ਹੁੰਦੀ ਹੈ ਵੀ ਕੌਣ ਮੈਨੂੰ ਮਾਰਦਾ ਹੈ। ਜਦੋਂ ਵੀ ਉਹ ਅਟੈਕ ਕਰਦਾ, ਉਹ ਮਾਰਨ ਵਾਲੇ ਨੂੰ ਅਟੈਕ ਕਰਦਾ, ਉਹਦੇ ਸ਼ਾਸਤਰ ਨੂੰ ਨਹੀਂ ਅਟੈਕ ਕਰਦਾ। ਇਸ ਕਰਕੇ ਸ਼ੇਰ ਦਾ ਸ਼ਿਕਾਰ ਸਭ ਤੋਂ ਔਖਾ ਮੰਨਿਆ ਹੈ, ਬਿਕੋਜ਼ ਸ਼ੇਰ ਨੂੰ ਤੁਸੀਂ ਧੋਖਾ ਨਹੀਂ ਕਰ ਸਕਦੇ। ਜਦੋਂ ਵੀ ਕੋਈ ਮਾਰੇਗਾ ਉਹਨੇ ਮਾਰਨ ਵਾਲੇ ਵੱਲ ਦੇਖਣਾ ਹੈ। ਇਸ ਕਰਕੇ ਜਿਹੜਾ ਹੈ ਸ਼ੇਰ ਤਕੜਾ ਹੈ। ਤੇ ਦੇਖੋ ਕੁੱਤੇ ਦਾ ਸ਼ਿਕਾਰ ਕਰਨਾ ਕਿੰਨਾ ਸੌਖਾ ਹੈ। ਹੁਣ ਕੁੱਤੇ ਦਾ ਹਰ ਕੋਈ ਸ਼ਿਕਾਰ ਕਰਦਾ ਹੈ, ਸ਼ੇਰ ਦਾ ਸ਼ਿਕਾਰ ਕਰਨਾ ਔਖਾ ਹੈ। ਇਸ ਕਰਕੇ ਜਿਹੜਾ ਹੈ ਜਦੋਂ ਸ਼ੇਰ ਦਾ ਸ਼ਿਕਾਰ ਹੁੰਦਾ ਕੋਈ, ਉਹ ਬਹਾਦਰ ਕਹਿੰਦਾ ਉਹ ਵੀ ਮੈਂ ਸ਼ੇਰ ਦਾ ਸ਼ਿਕਾਰ ਕਰ ਲਿਆ। ਦੇਖੋ ਦੈਟਸ ਅ ਵੈਲਿਊ ਟੂ ਇਟ ਨਾ। ਇਸੇ ਕਰਕੇ ਜਿਹੜੇ ਸੰਸਾਰ ਦੇ ਵਿੱਚ ਸ਼ੇਰ ਦ੍ਰਿਸ਼ਟੀ ਵਾਲੇ ਹੁੰਦੇ ਨੇ, ਉਹ ਸੰਤ ਮਹਾਪੁਰਸ਼ ਹੁੰਦੇ ਨੇ। ਉਹਨਾਂ ਦੀ ਕੀਮਤ, ਉਹਨਾਂ ਦੇ ਵੈਲਿਊ ਬਹੁਤ ਹੁੰਦਾ, ਕਿਉਂਕਿ ਉਹ ਦੇਖਦੇ ਨੇ ਪਰਮਾਤਮਾ ਵੱਲ। ਉਹ ਆਪਣਾ ਟਾਈਮ ਨਹੀਂ ਖਰਾਬ ਕਰਦੇ ਸ਼ਾਸਤਰਾਂ ਵੱਲ ਦੇਖਣ ਵਾਸਤੇ, ਕਿਉਂਕਿ ਸ਼ਾਸਤਰ ਚੇਂਜ ਹੋ ਸਕਦੇ ਨੇ, ਪਰ ਮਾਰਨ ਵਾਲਾ ਤਾਂ ਉਹੀ ਹੈ ਨਾ। ਸੋ ਮਾਰਨ ਵਾਲੇ ਵੱਲ ਦੇਖਦੇ ਹਨ। ਤੂਰਨ ਤਕਹਿ ਜੇ ਮਾਰਨ ਹਾਰੇ, ਕਹਿੰਦੇ ਤੂਰਨ ਤੱਕੇ ਉਸੇ ਵੇਲੇ ਉਹ ਮਾਰਨ ਵਾਲੇ ਨੂੰ ਦੇਖ ਲੈਂਦੇ ਹਨ, ਪਛਾਣ ਲੈਂਦੇ ਹਨ। ਤਿਉ ਗੁਰਮੁਖ ਪਰਮੇਸ਼ਰ ਦਿਸਤੇ, ਇਸ ਕਰਕੇ ਗੁਰਮੁਖ ਲੋਕ ਜਿਹੜੇ ਨੇ ਉਹ ਹਮੇਸ਼ਾ ਆਪਣਾ ਧਿਆਨ ਫੋਕਸ ਪਰਮਾਤਮਾ ਵੱਲ ਹੀ ਦੇਖਦੇ ਨੇ। ਉਹ ਪਰਮਾਤਮਾ ਲਈ ਆਪਣਾ ਨਿਗਾਹ ਰੱਖਦੇ ਨੇ ਵੀ ਪਰਮਾਤਮਾ ਹੀ ਕਰਦਾ ਕਰਾਉਂਦਾ ਹੈ। ਲਖੈ ਸੋ ਦੁੱਖ ਸੁਖ ਅਪਰ ਨਾ ਕਿਸਤੇ, ਦੇਖੋ ਲਖੇ ਨਾ ਦੁੱਖ ਸੁੱਖ। ਕਹਿਣ ਲੱਗੇ ਇਸ ਕਰਕੇ ਉਹ ਦੁੱਖ ਤੇ ਸੁੱਖ ਜਿਹੜਾ ਹੈ ਅਪਰ ਨਾ ਕਿਸਤੇ, ਕਹਿੰਦੇ ਉਹਨਾਂ ਨੂੰ ਪਤਾ ਵੀ ਹੋਰ ਕੋਈ ਨਹੀਂ ਦਿੰਦਾ। ਇਹ ਤਾਂ ਭਾਣਾ ਹੈ ਜਿਹੜਾ ਹੈ ਪਰਮਾਤਮਾ ਮੇਰੇ ਕਰਮ ਭੁਗਤਾ ਰਿਹਾ ਹੈ। ਇਟਸ ਜਸਟ ਲਾਈਕ ਦੈਟ। ਦੇ ਡੋਂਟ ਬਲੇਮ ਐਨੀਬਾਡੀ। ਦਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਸੋ ਉਹਨਾਂ ਦੀ ਬਿਰਤੀ ਐਸੀ ਬਣ ਜਾਂਦੀ ਹੈ। ਦੇਨਹਾਰ ਏਕੋ ਕਰਤਾਰਾ, ਦੇਖੋ ਦੇਣ ਵਾਲਾ ਇੱਕੋ ਹੀ ਪਰਮਾਤਮਾ ਹੈ। ਇਹੋ ਤੁਮ ਲਖੋ ਹੋਏ ਨਿਸਤਾਰਾ। ਕਹਿਣ ਲੱਗੇ ਜੇ ਤੁਸੀਂ ਐਸੀ ਗੱਲ ਸਮਝ ਲਓਗੇ ਤਾਂ ਤੁਹਾਡਾ ਨਿਸਤਾਰਾ, ਤੁਹਾਡੀ ਮੁਕਤੀ ਹੋ ਜਾਏਗੀ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮਨ ਰੋਕਣ ਕੀਜੈ ਅਭਿਆਸਾ। ਦੇਖੋ ਹੁਣ ਅਭਿਆਸ ਕਰਨਾ ਹੈ।
ਅਭਿਆਸ ਕੀ ਕਰਨਾ ਹੈ? ਆਪਣੇ ਮਨ ਨੂੰ ਰੋਕਣਾ ਹੈ। ਟੂ ਕੰਸਟ੍ਰੇਨ ਯੋਰ ਮਾਈਂਡ ਫਰੋਮ ਈਵਲ ਡਿਜ਼ਾਇਰਸ ਔਰ ਐਨੀ ਅਦਰ ਡਿਜ਼ਾਇਰ। ਕਹਿੰਦੇ ਆਪਣੇ ਮਨ ਨੂੰ ਕੰਸਟ੍ਰੇਨ ਕਰਨਾ, ਰੋਕਣਾ ਹੈ। ਵਿਸ਼ੇ ਵਾਸਨਾ ਹੋਏ ਸਭ ਨਾਸਾ। ਇਸ ਕਰਕੇ ਵਿਸ਼ੇ ਤੇ ਵਾਸ਼ਨਾ ਦੇ ਵਿਸ਼ੇ ਜਿਹੜੇ ਹੁੰਦੇ ਨੇ ਤੇ ਉਹਨਾਂ ਦੀਆਂ ਵਾਸ਼ਨਾਵਾਂ ਤੇ ਇਸ ਦੋਵੇਂ ਚੀਜ਼ਾਂ ਨਿਕਲ ਜਾਣ। ਜਿਵੇਂ ਵਿਸ਼ੇ ਜਿਹੜੇ ਹਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਦੇ ਵਾਸ਼ਨਾਵਾਂ ਕੀ ਆ? ਸ਼ਬਦ, ਸਪਰਸ਼, ਰਸ, ਰੂਪ ਤੇ ਗੰਧ। ਕਹਿਣਗੇ ਇਹਨਾਂ ਨੂੰ ਕੱਢ ਦਿਓ ਬਾਹਰ, ਇਹਨਾਂ ਤੇ ਨਾ ਧਿਆਨ ਦਿਓ। ਕਿਤਕ ਦਿਵਸ ਰਹਿ ਕਰਤੇ ਥਾਨਾ। ਮਹਾਰਾਜ ਕੁਝ ਕੁ ਦਿਨ ਉੱਥੇ ਰਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ। 380 ਉਪਦੇਸ਼ ਬਖਾਨਾ। ਮਹਾਰਾਜ ਨੇ ਇਹ ਉਪਦੇਸ਼ ਉਹਨਾਂ ਸਾਰਿਆਂ ਨੂੰ ਦਿੱਤਾ ਸਿੱਖੀ ਦਾ। ਵਿਦਾ ਹੋਏ ਕੀਨੋ ਪੁਨ ਗਵਨੰ। ਮਹਾਰਾਜ ਫਿਰ ਉੱਥੋਂ ਜਿਹੜਾ ਹੈ ਵਿਦਾ ਹੋ ਕੇ ਮਹਾਰਾਜ ਜੀ ਅੱਗੇ ਚਲੇ ਗਏ। ਭਦਰ ਖੰਡ ਪਹੁੰਚੇ ਗੁਣ ਪਵਨੰ। ਹੁਣ ਮਹਾਰਾਜ ਜੀ ਅਗਲਾ ਖੰਡ ਜਿਹੜਾ ਹੈ, ਹੁਣ ਅਗਲਾ ਖੰਡ ਜਿਹੜਾ ਹੈ ਭਦਰ ਖੰਡ ਹੈ। ਤੇ ਜਿਹੜਾ ਮਹਾਰਾਜ ਜੀ ਉੱਥੇ ਪਹੁੰਚੇ, ਜਿਹੜਾ ਕਿ 8ਵਾਂ ਹੈ। ਹੁਣ 8ਵਾਂ ਜਿਹੜਾ ਹੈ ਖੰਡ ਉੱਥੇ ਪਹੁੰਚੇ ਸਤਿਗੁਰੂ ਜੀ। ਤੇ ਨ੍ਰਿਪ ਸੁਣਿਓ ਸੰਤ ਪਰ ਆਏ। ਕਹਿਣਗੇ ਉੱਥੇ ਦੇ ਰਾਜੇ ਨੇ ਜਦੋਂ ਸੁਣਿਆ ਕਿ ਕੋਈ ਸੰਤ ਸਾਡੇ ਮੁਲਕ ਵਿੱਚ ਆਇਆ ਹੈ, ਮੇਰੀ ਕੰਟਰੀ ਵਿੱਚ ਕੋਈ ਆ ਗਿਆ, ਸੋ ਉਹਦਾ ਜਿਹੜਾ ਕਿ ਆਪਣਾ ਰਾਜਾ ਸੀ ਤੇ ਇਹ ਜਿਹੜਾ ਭਦਰ ਖੰਡ ਦਾ ਉਹਨੇ ਆਇਆ ਜੀ। ਮਿਲਿਓ ਆਣ ਕਰ ਸੀਸ ਝੁਕਾਏ। ਉਹਨੇ ਆ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਿਆ, ਚੱਲ ਕਰਕੇ ਆਪ ਆਇਆ, ਸਤਿਗੁਰੂ ਦੇ ਚਰਨਾਂ 'ਚ ਹਾਜ਼ਰ ਹੋਇਆ ਤੇ ਸੀਸ ਝੁਕਾਇਆ, ਮੱਥਾ ਟੇਕਿਆ, ਬੰਦ ਹੱਥ ਦਵਾ ਬੈਠ ਸਮੀਪਾ। ਹੱਥ ਜੋੜ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਬੈਠ ਗਿਆ। ਬੋਲਿਓ ਕੌਲ ਨਾਭ ਅਵਨੀਪਾ। ਤੇ ਬੋਲਿਓ ਕੌਲ ਨਾਭ। ਸੋ ਇਹ ਰਾਜੇ ਦਾ ਨਾਂ ਸੀ ਕੌਲ ਨਾਭ। ਕੌਲ ਨਾਭ ਰਾਜਾ ਜਿਹੜਾ ਕੋਲੇ ਬੈ ਕੇ ਆ ਗਿਆ, ਮਹਾਰਾਜ ਦੇ ਕੋਲ ਬੈਠ ਗਿਆ। ਆਸ਼ਰਮ 4 ਲਿਖੇ ਜੋ ਆਹੇ। ਮਹਾਰਾਜ ਦੁਨੀਆ ਤੇ 4 ਆਸ਼ਰਮ ਮੰਨੇ ਹਨ। ਇਹ 4 ਆਸ਼ਰਮ ਹੋਇਆ ਕਰਦੇ ਨੇ, ਜਾਂ ਸਕੂਲਸ ਆਫ ਥਾਟ ਵੀ ਕਹਿ ਦਿੰਦੇ ਹਨ ਇਹਨਾਂ ਨੂੰ। ਜਿਵੇਂ ਬ੍ਰਹਮਚਰਜ ਹੋਇਆ, ਸੰਨਿਆਸ ਹੋਇਆ, ਜਾਂ ਬ੍ਰਹਮਪਸਤੀ ਹੋਇਆ। ਹਾਂਜੀ, ਸੋ ਅਗਲਾ ਜਿਹੜਾ ਹੈ, ਸੋ ਇਹ ਸਾਰੇ ਜਿਹੜੇ ਹਨ, ਇੱਕ ਹੋਰ ਕੀ ਸੀਗਾ? ਗ੍ਰਸਤ ਹੋਇਆ। ਸੋ ਕਹਿੰਦੇ ਇਹ 4 ਆਸ਼ਰਮ ਨੇ ਸਾਰੇ। ਸ੍ਰੇਸ਼ਟ ਕੌਣ ਕਹੋ ਇਮ ਮਾਹੀ। ਮਹਾਰਾਜ ਨੂੰ ਕਹਿੰਦੇ ਹਨ ਵੀ ਇਹਨਾਂ ਚੋਂ ਸ੍ਰਿਸ਼ਟ ਕੌਣ ਹੈ? ਇਹ 4 ਆਸ਼ਰਮ ਜਿਹੜੇ ਮੰਨੇ ਨੇ, ਸਕੂਲਸ ਆਫ ਥਾਟ ਜਿਹੜੇ ਹਨ। ਸਕੂਲਸ ਆਫ ਥਾਟ ਕਾਹਦੇ ਨੇ? ਦ ਵੇ ਟੂ ਅਟੇਨ ਲਿਬਰੇਸ਼ਨ, ਜਿਹਦੇ ਕਰਕੇ ਮੁਕਤੀ ਮਿਲੇ। ਸੋ ਇਹ 4 ਜਿਹੜੀਆਂ ਹਨ ਰਸਤੇ ਬਣਾਏ ਨੇ, 4 ਜਿਹੜੇ ਹਨ ਸਕੂਲਸ ਹਨ ਜਿਹੜੇ ਮੁਕਤੀ ਦਾ ਦਰ ਦੱਸਦੇ ਨੇ। ਤੇ ਇਹ ਪੁੱਛਦਾ ਹੈ ਮਹਾਰਾਜ ਕਿਹੜਾ ਵੱਡਾ ਹੈ? ਨਾਓ ਵਿਚ ਇਜ਼ ਗ੍ਰੇਟਰ। ਹਾਂਜੀ, ਪੂਰਨ ਸੰਤ ਜਾਣ ਕਰ ਪੁੱਛਾ। ਹਾਂ, ਕਹਿੰਦੇ ਪੂਰਨ ਸੰਤ, ਮੈਂ ਤੁਹਾਨੂੰ ਪੂਰਨ ਸੰਤ ਕਰਕੇ ਜਾਣ ਕਰਕੇ ਮੈਂ ਪੁੱਛ ਰਿਹਾ ਹਾਂ। ਕਰੋ ਮੁਝੇ ਸੰਸ਼ੈ ਤੇ ਛੋਛਾ। ਮਹਾਰਾਜ ਮੈਨੂੰ ਇਹ ਸੰਸ਼ੇ ਤੋਂ ਖਾਲੀ ਕਰੋ, ਮਤਲਬ ਮੇਰਾ ਇਹ ਸੰਸ਼ਾ ਦੂਰ ਕਰੋ ਤੁਸੀਂ, ਇਹ ਡਾਊਟ ਮੇਰਾ, ਇਹ ਜਿਹੜਾ ਮੇਰੇ ਅੰਦਰ ਜਿਹੜਾ ਇੱਕ ਸੰਕਲਪ ਹੈ ਇਹਨੂੰ ਦੂਰ ਕਰੋ। ਸੁਣ ਕਰ ਬੋਲੇ ਬਚਨ ਕਿਰਪਾਲਾ। ਮਹਾਰਾਜ ਜੀ ਕੌਲ ਨਾਭ ਤੋਂ ਇਹ ਸੁਣ ਕਰਕੇ ਸਤਿਗੁਰੂ ਜੀ ਬੋਲੇ, ਸਭ ਤੇ ਜਨ ਹੋ ਗ੍ਰਸਤ ਵਿਸਾਲਾ। ਮਹਾਰਾਜ ਕਹਿੰਦੇ ਸਭ ਤੋਂ ਜਿਹੜਾ ਹੈ ਮਹਾਨ ਜਿਹੜਾ ਹੈ, the greatest among all the 4 is ਗ੍ਰਿਸ਼ਤੀ। ਗ੍ਰਿਸ਼ਤੀ means family life, ਜਿਹੜਾ ਹੈ ਮੈਰਿਡ ਲਾਈਫ, ਫੈਮਿਲੀ ਲਾਈਫ, ਇਹਨੂੰ ਗ੍ਰਿਸ਼ਤੀ ਕਹਿੰਦੇ ਹਾਂ। ਕਹਿੰਦੇ ਫੈਮਿਲੀ ਲਾਈਫ ਜਿਹੜੀ ਹੈ ਇਹ ਸਭ ਤੋਂ ਜਿਹੜਾ ਹੈ ਉੱਚਾ ਧਰਮ ਹੈ, ਇਹ ਸਭ ਤੋਂ ਗ੍ਰੇਟ ਹੈ ਸਾਰੇ 3 ਹੋਰ ਧਰਮਾਂ ਨਾਲੋਂ। ਉਤਪਤ ਕਰਨ ਹਾਰ ਸਭ ਹੀ ਕੋ। ਦੇਖੋ ਉਤਪਤ, ਕਿਉਂਕਿ ਇਹ ਗ੍ਰਿਸ਼ਤੀ ਧਰਮ ਤੋਂ ਹੀ ਰੀਪਰੋਡਕਸ਼ਨ ਹੁੰਦਾ ਹੈ, ਦੁਨੀਆ ਦੀ ਵਾਸੋਂ ਅੱਗੇ ਵੱਧਦੀ ਹੈ। ਬਹੁਰੋ ਪਾਲਣ ਕਰ ਹੈ ਨੀਕੋ। ਫਿਰ ਉਹ ਬੱਚਿਆਂ ਨੂੰ ਪਾਲਦੇ ਨੇ, ਪਾਲ ਕਰਕੇ ਉਹਨਾਂ ਨੂੰ ਵੱਡੇ ਕਰਦੇ ਨੇ, ਸਿੱਖਿਆ ਦਿੰਦੇ ਨੇ, ਖਾਣਾ ਦਿੰਦੇ ਨੇ, ਸਾਰੀ ਸੇਵਾ ਉਹਨਾਂ ਦੀ ਕਰਕੇ ਉਹਨਾਂ ਨੂੰ ਪਾਲਦੇ ਹਨ। ਜਿਉਂ ਜਲ ਕਮਲਨ ਕੋ ਨਿਪ ਜਾਏ। ਦੇਖੋ ਕਹਿੰਦੇ ਜਿਵੇਂ ਜਲ ਜਿਹੜਾ ਹੈ ਕਮਲ ਫੁੱਲ ਨੂੰ ਪੈਦਾ ਕਰਦਾ ਹੈ, ਉਹ ਉਹਦਾ ਕਾਰਨ ਹੁੰਦਾ ਹੈ ਪੈਦਾਇਸ਼ ਦਾ। ਸੋ ਕਮਲ ਫੁੱਲ ਪਾਣੀ ਤੇ ਹੀ ਹੋ ਸਕਦਾ, ਹੋਰ ਕਿਤੇ ਨਹੀਂ ਹੋ ਸਕਦਾ। ਇਸ ਕਰਕੇ ਕਹਿੰਦੇ ਉਹਦਾ ਜਿਹੜਾ ਜਿਵੇਂ ਪਾਣੀ ਕਮਲ ਫੁੱਲ ਦਾ ਪੈਦਾਇਸ਼ ਕਰਨ ਵਾਲਾ ਹੈ। ਬਹੁਰੇ ਪਾਲਣ ਕਰ ਹੈ ਬਣਾਈ। ਫਿਰ ਦੇਖੋ ਕਮਲ ਫੁੱਲ ਦੀ ਪਾਲਣਾ ਕਰਦਾ ਉਹ ਪਾਣੀ। ਮੂਲ ਬਿਟਪ ਕੋ ਗ੍ਰਸਤ ਪਛਾਨ ਹੋ। ਕਹਿਣਗੇ ਮੂਲ ਬਿਟਪ, ਇਸੇ ਤਰ੍ਹਾਂ ਹੀ ਕਹਿੰਦੇ ਗ੍ਰਸਤੀ ਜਿਹੜੇ ਨੇ ਨਾ ਉਹਨਾਂ ਨੂੰ ਤੁਸੀਂ ਟਰੰਕ ਜਾਣੋ। ਜਿਵੇਂ ਇੱਕ ਟਰੀ ਹੈ ਨਾ, ਉਹਦਾ ਟਰੰਕ ਜਿਹੜਾ ਹੈ, ਉਹਦਾ ਜਿਹੜਾ ਵੱਡਾ ਜਿਹੜਾ ਹੈ, ਉਹਦਾ ਜਿਹੜਾ ਬੇਸ ਹੈ ਉਹ ਕੀ ਹੈ? ਉਹ ਜਿਹੜਾ ਹੈ ਆਸ਼ਰਮ ਗ੍ਰਸਤ ਪਛਾਣੋ, ਗ੍ਰਸਤੀ ਨੂੰ ਪਛਾਣੋ। ਗ੍ਰਸਤ ਧਰਮ ਉਹਦਾ ਟਰੰਕ ਹੈ। ਆਸ਼ਰਮ ਅਪਰਜੇ ਸਾਖਾ ਮਨ ਹੋ। ਹੋਰ ਜਿਹੜੇ ਬਾਕੀ ਦੇ ਧਰਮ ਨੇ, ਬਾਕੀ ਦੇ ਸਕੂਲਸ ਆਫ ਥਾਟਸ ਨੇ, ਹੋਰ ਜਿਹੜੇ ਰਸਤੇ ਨੇ, ਧਰਮ ਨੇ, ਉਹ ਸਾਰੀਆਂ ਇਹਦੀਆਂ ਬ੍ਰਾਂਚਸ ਹਨ। ਯਾਕੋ ਲਖੋ ਸਮੁੰਦਰ ਸਮਾਨਾ। ਦੇਖੋ ਯਾਕੋ ਇਸ ਕਰਕੇ ਜਿਹੜਾ ਹੈ ਗ੍ਰਸਤੀ ਨੂੰ ਤੁਸੀਂ ਸਮੁੰਦਰ ਦੀ ਤਰ੍ਹਾਂ ਜਾਣੋ, ਉਹ ਸਮੁੰਦਰ ਹੈ। ਮੁਕਤਾਦਿਕ ਨਿਕਸਤ ਹੈ ਨਾਨਾ। ਹਾਂ, ਦੇਖੋ ਜਿਵੇਂ ਸਮੁੰਦਰ ਵਿੱਚੋਂ ਤਰ੍ਹਾਂ ਦੇ ਪਰਲਸ ਮਿਲਦੇ ਹਨ, ਤਰ੍ਹਾਂ ਦੀਆਂ ਹੋਰ ਵਸਤੂਆਂ ਵੀ ਮਿਲਦੀਆਂ ਹਨ। ਬ੍ਰਹਮਚਰਜ ਪੁਨ ਬਾਨ ਪਰਸਤਾ। ਹਾਂ, ਦੇਖੋ ਇੱਕ ਬ੍ਰਹਮਚਰਜ ਹੈ। ਬ੍ਰਹਮਚਰਜ ਉਹ ਹੈ ਜਿਹੜੇ ਕਿ ਕਿਤੇ ਵੀ ਵਿਆਹ ਨਹੀਂ ਕਰਦੇ,
ਜਿਨ੍ਹਾਂ ਦੀ ਸ਼ਾਦੀ ਨਹੀਂ ਹੁੰਦੀ ਉਹ ਹਮੇਸ਼ਾ ਹੀ ਬ੍ਰਹਮਚਰਜ ਰੱਖਦੇ ਨੇ, ਦੇ ਨੈਵਰ ਗੈਟ ਮੈਰਿਡ। ਸੋ ਉਹ ਜਿਹੜਾ ਹਨ ਹਮੇਸ਼ਾ ਇਕੱਲੇ ਹੀ ਰਹਿੰਦੇ ਹਨ। ਸੋ ਉਹ ਬ੍ਰਹਮਚਰਜ ਹੈ। ਜਾਂ ਬਨਪ੍ਰਸਤ ਹੁੰਦੇ ਨੇ ਜਿਹੜੇ ਜੰਗਲਾਂ ਵਿੱਚ ਰਹਿੰਦੇ ਨੇ ਤੇ ਜੰਗਲਾਂ ਦੀ ਤਰ੍ਹਾਂ ਜਿਵੇਂ ਜਾਨਵਰ ਰਹਿੰਦੇ ਨੇ ਉਵੇਂ ਹੀ ਰਹਿੰਦੇ ਨੇ। ਦੈਟ ਮੀਨਸ ਦੇ ਡੋਨਟ ਵੇਅਰ ਕਲੋਥਸ, ਉਹਨਾਂ ਦੇ ਕੱਪੜੇ ਨਹੀਂ ਪਾਏ ਹੁੰਦੇ। ਉਹ ਜਿਵੇਂ ਜੰਗਲ ਵਿੱਚ ਰਹਿੰਦੇ ਹਨ ਜਾਨਵਰ ਉਵੇਂ ਉਹ ਰਹਿੰਦੇ ਹਨ ਤੇ ਕੋਈ ਵੀ ਉਹ ਘਰ ਨਹੀਂ ਬਣਾਉਂਦੇ। ਸੋ ਜਿਹੜੇ ਹਨ ਇਸ ਤਰ੍ਹਾਂ ਕਰਕੇ ਉਹ ਰਹਿੰਦੇ ਹਨ। ਸੋ ਇਹ ਦੋ ਹੋ ਗਏ ਬ੍ਰਹਮਚਰਜ ਤੇ ਬਨਪ੍ਰਸਤ। ਪਰ ਸੰਨਿਆਸ ਸਭਨ ਕੋ ਕਰਤਾ। ਦੇਖੋ ਜਿਹੜਾ ਸੰਨਿਆਸ ਹੈ, ਸੰਨਿਆਸ ਕੀ ਹੁੰਦਾ ਹੈ? ਜਿਹੜਾ ਕਿ ਸੰਨਿਆਸ ਧਾਰਨ ਕਰਨਾ, ਆਪਣੇ ਘਰ ਨੂੰ ਛੱਡ ਕੇ ਦੁਨੀਆ ਦੇ ਵਿੱਚ ਜਿੰਨੀਆਂ ਵੀ ਵਸਤੂਆਂ ਨੇ, ਜਿੰਨੀਆਂ ਵੀ ਮਟੀਰੀਅਲਸ ਨੇ, ਉਹਨਾਂ ਤੋਂ ਵਿਰਾਗ ਧਾਰਨ ਕਰ ਲੈਣਾ। ਉਹਨਾਂ ਤੋਂ ਜਿਹੜਾ ਹੈ ਆਪਣਾ ਮੋਹ ਹਟਾ ਕੇ ਜਿਹੜਾ ਹੈ ਸਿਰਫ ਪਰਮਾਤਮਾ ਦੇ ਰਸਤੇ ਤੁਰ ਪੈਣਾ। ਸੋ ਸਭ ਕੁਝ ਪਿੱਛੇ ਛੱਡ ਕੇ, ਕੁਝ ਵੀ ਆਪਣਾ ਨਹੀਂ ਸਮਝਣਾ। ਸੋ ਇਹ ਸੰਨਿਆਸ ਹੈ। ਵੰਡ ਖਾਏ ਅਰ ਦਾਨ ਕਰੇ। ਦੇਖੋ ਇਹ ਜਿਹੜਾ ਹੈ ਕਹਿੰਦੇ ਵੰਡ ਖਾਏ ਅਰ ਦਾਨ ਕਰੇ। ਦੇਖੋ ਇਹ ਜਿਹੜਾ ਗ੍ਰਸਤੀ ਕਿਉਂ ਉੱਚਾ ਹੈ? ਕਿਉਂਕਿ ਗ੍ਰਸਤੀ ਦੇ ਵਿੱਚ ਵੰਡ ਕੇ ਛਕਦੇ ਨੇ। ਜੋ ਗ੍ਰਸਤੀ ਕਮਾ ਕੇ ਲਿਆਉਂਦਾ, 10 ਨੋਹਾਂ ਦੀ ਕਿਰਤ ਕਰਦਾ ਹੈ, ਹੀ ਅਰਨਸ ਐਂਡ ਹੀ ਸ਼ੇਅਰਸ। ਉਹ ਜਿਹੜਾ ਹੈ ਸ਼ੈ ਵੀ ਕਰਦਾ ਹੈ, ਦਾਨ ਵੀ ਕਰਦਾ ਹੈ। ਛੂਛ ਨਾ ਫਿਰੈ ਅਭਿਆਗਤ ਜੇ। ਕਹਿਣ ਲੱਗੇ ਦੇਖੋ ਛੂਛ ਨਾ ਫਿਰੇ ਅਭਿਆਗਤ ਜੇ। ਉਹ ਖਾਲੀ ਨਹੀਂ ਤੁਰਿਆ ਫਿਰਦਾ। ਹਾਂਜੀ, ਸਾਹਮਣੇ ਆਇਆ, ਸਾਹਮਣੇ ਗਿਆ, ਐਂ ਤੁਰਿਆ ਫਿਰਦਾ, ਕਹਿੰਦੇ ਉਹ ਨਹੀਂ ਹੁੰਦਾ। ਕਹਿੰਦੇ ਜਿਹੜਾ ਵੀ ਕੋਈ ਉਹਦੇ ਸਾਹਮਣੇ ਆ ਜਾਵੇ, ਜੇ ਗ੍ਰਸਤੀ ਦੇ ਘਰ ਆ ਜਾਵੇ ਜਾਂ ਗ੍ਰਸਤੀ ਦੇ ਸਾਹਮਣੇ ਆ ਜਾਵੇ, ਜਿਹਦੇ ਕੋਲ ਕੱਪੜਾ ਨਾ ਹੋਵੇ, ਜਿਹਦੇ ਕੋਲ ਖਾਣਾ ਨਾ ਹੋਵੇ, ਜਿਹਦੇ ਕੋਲ ਛੱਤ ਨਾ ਹੋਵੇ ਰਹਿਣ ਵਾਸਤੇ, ਤਾਂ ਕਹਿੰਦੇ ਛੂਛ ਨਾ ਫਿਰੇ। ਕਹਿੰਦੇ ਉਹ ਖਾਲੀ ਨਹੀਂ ਜਾਵੇਗਾ। ਗ੍ਰਸਤੀ ਉਹਨੂੰ ਜ਼ਰੂਰ ਕੁਝ ਨਾ ਕੁਝ ਦੇਗਾ, ਉਹਨੂੰ ਕੁਝ ਮਿਲੇਗਾ। ਦੈਟ ਮੀਨ ਹੀ ਇਜ਼ ਏਬਲ ਟੂ ਸਰਵ ਜਿਹੜਾ ਹਨ ਦ ਵਿਜ਼ਿਟਰਸ। ਹਾਂਜੀ, ਸੋ ਜਿਹੜੇ ਅਤਿਥੀ ਹਨ ਉਹਨਾਂ ਨੂੰ ਸਰਵ ਕਰ ਸਕਦਾ ਹੈ ਗ੍ਰਸਤੀ। ਨੀਰ ਕੂਪ ਜੇ ਨਿਕਸਤ ਨਾਹੀ। ਦੇਖੋ ਕਹਿੰਦੇ ਜਿਹੜਾ ਖੂਹ ਹੁੰਦਾ ਹੈ ਨਾ, ਜੇ ਖੂਹ ਦਾ ਪਾਣੀ ਖੜਾ ਰਵੇ, ਉਹ ਖੂਹ ਦੇ ਨੂੰ ਲੋਕ ਵਰਤਨ ਨਾ, ਉਹ ਖੂਹ ਦਾ ਪਾਣੀ ਬਾਹਰ ਨਾ ਲੋਕੀ ਕੱਢਣ, ਤਾਂ ਕੀ ਹੁੰਦਾ ਜੀ? ਖੂਹ ਲਾ ਠਹਿਰਤ ਗੰਦਾ ਹੋਇਆ ਤੇ ਸਮਾਹੀ। ਦੇਖੋ ਠਹਿਰਿਆ ਹੋਇਆ ਜਲ ਜਿਹੜਾ ਹੁੰਦਾ ਹੈ ਉਹ ਗੰਦਾ ਹੋ ਜਾਂਦਾ ਹੈ। ਦ ਸਟੈਂਡ ਸਟਿਲ ਵਾਟਰ ਗੈਟਸ ਡਰਟੀ। ਸੋ ਜਿਹੜਾ ਹੈ ਕਹਿੰਦੇ ਸਟੈਂਡ ਸਟਿਲ ਜਿਹੜਾ ਹੋ ਜਾਂਦਾ ਹੈ, ਕਹਿੰਦਾ ਮੈਲਾ ਹੋ ਜਾਂਦੇ ਹਨ। ਨਿਕਸਤ ਰਹਿ ਨੀਰ ਜੇ ਤਾਹੂ। ਹਾਂ, ਜੇ ਉਹਦੇ ਚੋਂ ਪਾਣੀ ਕੱਢਦੇ ਰਹੀਏ ਤਾਂ ਫਿਰ ਕੀ ਹੁੰਦਾ? ਉਹ ਜਿਹੜਾ ਪਾਣੀ ਸਾਫ਼ ਰਹਿੰਦਾ ਹੈ। ਮਧੁਰ ਹੋਏ ਜਨ ਹੈ ਸਭ ਕਾਹੂ। ਕਹਿ ਲਗੇ ਮਧੁਰ ਹੋਏ ਜਨ ਹੈ ਸਭ ਕਾਹੂ। ਫਿਰ ਜਿੰਨਾ ਉਹ ਪਾਣੀ ਅੰਦਰੋਂ ਧਰਤੀ ਦੇ ਹੋਰ ਦਾ ਹੋਰ ਨਵੇਂ ਤੋਂ ਨਵਾਂ ਨਿਕਲਦਾ, ਉਹ ਮਿੱਠਾ ਹੁੰਦਾ ਜਾਂਦਾ ਹੈ। ਤਿਉ ਗ੍ਰਸਤੀ ਕੀ ਰੀਤ ਸੁਹਾਏ। ਇਸੇ ਤਰ੍ਹਾਂ ਹੀ ਗ੍ਰਸਤੀ ਦੀ ਰੀਤੀ ਹੈ। ਗ੍ਰਸਤੀ ਵਿੱਚ ਜਿਹੜਾ ਕੋਈ ਰਹਿੰਦਾ ਹੈ, ਜਿਹੜਾ ਗ੍ਰਸਤੀ ਧਰਮ ਵਿੱਚ ਜਿਉਂਦਾ ਹੈ, ਕਰਹਿ ਜੇ ਨਰ ਇਤ ਉਤ ਸੁਖ ਪਾਏ। ਦੇਖੋ ਜੇ ਕੋਈ ਗ੍ਰਸਤੀ ਜੀਵਨ ਵਿੱਚ ਰਹਿ ਕੇ ਸੇਵਾ ਕਰੇ, ਦਾਨ ਕਰੇ, ਦਸਵੰਧ ਦਵੇ, ਜੋ ਆਪਣੀ ਕਮਾਈ ਕੀਤੀ ਦੂਜਿਆਂ ਦੀ ਸੇਵਾ ਕਰੇ, ਹਾਂਜੀ, ਸਮਾਜ ਦੀ ਸੇਵਾ ਕਰੇ, ਗਰੀਬਾਂ ਦੀ ਸੇਵਾ ਕਰੇ, ਗੁਰਸਿੱਖਾਂ ਦੀ ਸੇਵਾ ਕਰੇ, ਤਾਂ ਕਹਿੰਦੇ ਫੇਰ ਕੀ ਹੁੰਦਾ ਹੈ? ਕਹਿੰਦੇ ਉਹਨਾਂ ਨੂੰ ਸੁੱਖ ਮਿਲਦਾ ਹੈ। ਉਹਨਾਂ ਨੂੰ ਜਿਹੜਾ ਹੈ ਕਰਹਿ ਜੇ ਨਰ ਇਤ ਉਤ ਸੁਖ ਪਾਈ, ਉਹਨੂੰ ਸੁੱਖ ਮਿਲਦਾ ਹੈ। ਗ੍ਰਸਤ ਵਿਖੇ ਆਤਮ ਅਭਿਆਸਾ। ਦੇਖੋ ਗ੍ਰਸਤ ਵਿੱਚ ਰਹਿ ਕੇ ਹੀ ਆਤਮ ਪਰਮਾਤਮਾ ਦੀ ਪਹਿਚਾਣ ਕਰ ਸਕਦਾ ਹੈ, ਪਰਮਾਤਮਾ ਦੀ ਪੂਜਾ ਕਰ ਸਕਦਾ ਹੈ। ਉਹ ਆਤਮ ਦਾ ਅਭਿਆਸ ਕਰ ਸਕਦਾ ਹੈ, ਪਰਮਾਤਮਾ ਦਾ ਅਭਿਆਸ ਕਰਕੇ ਆਤਮਾ ਨੂੰ ਪਹਿਚਾਣ ਕਰ ਸਕਦਾ ਹੈ। ਕਰਤ ਰਹਿ ਸਿਮਰਹਿ ਸੁਖ ਰਾਸਾ। ਇਸ ਕਰਕੇ ਕਰਤ ਰਹਿ ਗ੍ਰਸਤੀ ਜਿਹੜਾ ਹੈ ਉਹ ਜੇ ਕਰਦਾ ਹੀ ਰਵੇ, ਕਹਿੰਦੇ ਉਹ ਸੁਖ ਰਾਸਾ। ਪਰਮਾਤਮਾ ਜਿਹੜਾ ਸੁਖ ਦੇਣ ਵਾਲਾ, ਉਹਦੇ ਵਿੱਚ ਆਪਣੀ ਬਿਰਤੀ ਨੂੰ ਟਿਕਾ ਕੇ ਜਿਹੜਾ ਰੱਖੇ, ਕਵਲ ਫੁੱਲਦੀ ਨਿਆਈ। ਉਹ ਭਾਵੇਂ ਗ੍ਰਸਤੀ ਹੈ ਪਰ ਉਹਦਾ ਧਿਆਨ ਸੂਰਜ ਵੱਲ, ਪਰਮਾਤਮਾ ਵੱਲ ਹੈ। ਉਹ ਆਪਣਾ ਧਿਆਨ ਪਰਮਾਤਮਾ ਨਾਲ ਜੋੜ ਕੇ ਰੱਖਦਾ ਹੈ। ਭਾਵ ਭਗਤ ਕਰ ਕ੍ਰਿਤ ਕੋ ਕਰਹੀ। ਦੇਖੋ ਪ੍ਰੇਮਾ ਭਗਤੀ ਕਰਕੇ ਫਿਰ ਹੱਥਾਂ ਪੈਰਾਂ ਨਾਲ ਉਹ ਕੰਮ ਕਰਦਾ ਹੈ। ਜਿਹੜਾ ਹਨ ਹੱਥ ਪੈਰ ਕੰਮ ਸਭ ਚਿਤ ਨਿਰੰਜਨ ਨਾਲ। ਸੋ ਕਹਿੰਦੇ ਹੱਥਾਂ ਪੈਰਾਂ ਨਾਲ ਭਾਵੇਂ ਕੰਮ ਕਰਦਾ ਹੈ ਪਰ ਉਹਦਾ ਚਿੱਤ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ। ਤਿਨ ਕੀ ਉਪਮਾ ਕੌਣ ਉਚਰਹੀ। ਕਹਿੰਦੇ ਉਹਨਾਂ ਦੀ ਉਪਮਾ ਕੌਣ ਕਰ ਸਕਦਾ ਹੈ, ਉਹਨਾਂ ਦੀ ਵਡਿਆਈ ਕੌਣ ਕਰ ਸਕਦਾ ਹੈ। ਬੇਲ ਸੰਗ ਖਰਬੂਜਾ ਜੋਈ। ਦੇਖੋ ਜਿਵੇਂ ਵੇਲ ਦੇ ਨਾਲ ਖਰਬੂਜਾ ਲੱਗਿਆ ਹੋਵੇ, ਹੁਣ ਖਰਬੂਜਾ ਜਿਹੜਾ ਵੇਲ ਨਾਲ ਲੱਗਿਆ ਹੁੰਦਾ, ਕਹਿੰਦੇ ਜੇ ਉਹ ਵੇਲ ਨਾਲ ਹੀ ਲੱਗਿਆ ਰਹੇ, ਹੋਇ ਪਰਪੱਕ ਮਧੁਰੋ ਅਤ ਸੋਈ। ਜੇ ਉਹ ਵੇਲ ਨਾਲ ਲੱਗਿਆ ਹੀ ਪੱਕ ਜਾਵੇ, ਰਾਈਪ ਹੋ ਜਾਵੇ, ਪੱਕ ਜਾਵੇ ਖਰਬੂਜਾ ਉਹ ਵੇਲ ਨਾਲ ਲੱਗ ਕੇ, ਜੇ ਡਾਲੀ ਤੇ ਤੋਰ ਪਕਾਵੈ। ਤਾਂ ਕਹਿੰਦੇ ਜੇ ਉਹ ਹਜੇ ਕੱਚਾ ਹੋਵੇ ਤੇ ਉਹ ਜਿਹੜਾ ਹਨ ਉਸ ਖਰਬੂਜੇ ਨੂੰ ਤੋੜਿਆ ਜਾਵੇ, ਤੇ ਹੁੰਦਾ ਉਹ ਕੱਚਾ, ਹਜੇ ਪੱਕਿਆ ਨਾ ਹੋਵੇ ਤੇ ਤੋੜ ਦਿੱਤਾ ਹੋਵੇ। ਮਧੁਰ ਥੋਰ ਪੁਨ ਦਾਗ ਲਗਾਵੈ। ਦੇਖੋ ਫਿਰ ਉਹਦਾ ਖਰਬੂਜੇ ਦਾ ਕੀ ਬਣਦਾ ਹੈ? ਕਹਿੰਦੇ ਉਹਨੂੰ ਦਾਗ ਲੱਗ ਜਾਂਦਾ ਹੈ ਤੇ ਉਹ ਉਨਾ ਮਿੱਠਾ ਨਹੀਂ ਹੁੰਦਾ। ਜੇ ਉਹਨੂੰ ਤੋੜ ਕੇ ਪਕਾਇਆ ਜਾਵੇ ਨਾ ਤਾਂ ਫਿਰ ਉਨਾ ਮਿੱਠਾ ਨਹੀਂ ਹੁੰਦਾ। ਉਹ ਮਿੱਠਾ ਹੁੰਦਾ ਜਦੋਂ ਡਾਲੀ ਤੇ ਜਾ ਕੇ ਪੱਕਦਾ ਹੈ। ਇਸ ਕਰਕੇ ਜਿਹੜਾ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਹੜੇ ਮਨੁੱਖ ਪਰਮਾਤਮਾ ਨਾਲ ਜੁੜੇ ਰਹਿਣ, ਜਿਵੇਂ ਇਹ ਫਲ ਜੇ ਕਿਤੇ ਡਾਲੀ ਨਾਲ ਜੁੜਿਆ ਰਵੇ,
ਤਾਂ ਕਹਿੰਦੇ ਉਹ ਬਹੁਤ ਮਿੱਠਾ ਹੁੰਦਾ। ਕਹਿੰਦੇ ਜੇ ਡਾਲੀ ਨਾਲੋਂ ਤੋੜਿਆ ਜਾਵੇ ਤਾਂ ਕਹਿੰਦੇ ਉਹ ਮਿਠਾਸ ਉਹਦੀ ਘਟ ਜਾਂਦੀ ਹੈ। ਇਸੇ ਤਰ੍ਹਾਂ ਹੀ ਜੇ ਆਪਾਂ ਪਰਮਾਤਮਾ ਨਾਲ ਜੁੜੇ ਰਵਾਂਗੇ ਆਪਣੇ ਵਿੱਚ ਭਗਤੀ ਦੀ ਮਿਠਾਸ ਹੋਵੇਗੀ। ਜੇ ਟੁੱਟ ਜਾਵਾਂਗੇ ਤਾਂ ਫਿਰ ਭੜਕਣਾ ਹੀ ਪੈਂਦਾ ਹੈ। ਜੀ ਫਿਰ ਇਸ ਤਰ੍ਹਾਂ ਹੁੰਦਾ ਹੈ। ਸੁਨੇ ਬਚਨ ਹਰ ਖਾਏ ਭੁਵਾਲਾ, ਕਹਿਣਗੇ ਇਹ ਬਚਨ ਸੁਣ ਕੇ ਉਹ ਰਾਜਾ ਬੜਾ ਖੁਸ਼ ਹੋਇਆ। ਬੰਧਨ ਕੀਆ ਹੋਇਆ ਨਿਮਰ ਬਸਾਲਾ, ਉਹਨੇ ਮਹਾਰਾਜ ਨੂੰ ਮੱਥਾ ਟੇਕਿਆ ਤੇ ਨਿਮਰਤਾ ਵਿੱਚ ਆ ਕੇ ਬੜੀ ਨਿਮਰਤਾ 'ਚ ਮੱਥਾ ਟੇਕਿਆ। ਦਿਵਸ ਨਿਜਪੁਰ ਮਹਿ ਡੇਰਾ, ਕੁਝ ਕੁ ਦਿਨ ਸਤਿਗੁਰੂ ਜੀ ਉੱਥੇ ਰਹੇ, ਡੇਰਾ ਲਾਇਆ ਮਹਾਰਾਜ ਨੇ ਉਸ ਪਿੰਡ ਦੇ ਵਿੱਚ, ਉਸ ਜ਼ਿਲ੍ਹਾ ਨਗਰੀ ਦੇ ਵਿੱਚ। ਰਾਖਿਓ ਕਰਕੇ ਭਾਉ ਕਨੇਰਾ, ਬਹੁਤ ਭਾਉ ਰੱਖ ਕੇ ਉਹ ਰਾਜੇ ਨੇ ਬੜੀ ਸੇਵਾ ਕੀਤੀ ਸਤਿਗੁਰਾਂ ਦੀ। ਭਾਵਨਾ ਰੱਖ ਕੇ, ਸ਼ਰਧਾ ਰੱਖ ਕੇ ਉਸ ਰਾਜੇ ਨੇ ਸੇਵਾ ਕੀਤੀ। ਇਹ ਉਪਦੇਸ਼ ਦੀਨ ਜਗਤੇਸਾ, ਕਹਿਣਗੇ ਮਹਾਰਾਜ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਜੋ ਆਤਮ ਉਪਦੇਸ਼ ਬ੍ਰਹਮ ਗਿਆਨ ਹੈ। ਸਿਮਰਨ ਲਾਗਿਓ ਕਰਨ ਨਰੇਸਾ, ਉਹ ਰਾਜਾ ਸਿਮਰਨ ਕਰਨ ਲੱਗ ਪਿਆ। ਹੁਣ ਸਿਮਰਨ ਦੇ ਰਸਤੇ ਤੁਰ ਪਿਆ। ਕਰਨੀ ਭਗਤ ਤਬਹਿ ਪ੍ਰਗਟਾਈ, ਸੋ ਕਰਨੀ ਭਗਤ ਤਬਹਿ ਪ੍ਰਗਟਾਈ, ਜੋ ਭਗਤੀ ਦੀ ਕਰਨੀ ਹੈ ਸਤਿਗੁਰਾਂ ਨੇ ਪ੍ਰਗਟ ਕਰ ਦਿੱਤੀ। ਗੁਰਸਿੱਖੀ ਕੀ ਰੀਤ ਚਲਾਈ, ਤੇ ਗੁਰਸਿੱਖੀ ਦੀ ਰੀਤ ਚਲਾ ਦਿੱਤੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਵਿਦਾ ਹੋਏ ਗਮਨੇ ਗੁਨਖਾਨੀ, ਮਹਾਰਾਜ ਉੱਥੋਂ ਵਿਦਾ ਹੋ ਕੇ ਹੁਣ ਅੱਗੇ ਜਾਂਦੇ ਹਨ। ਮਰਦਾਨੇ ਸੋ ਬੋਲੇ ਬਾਣੀ, ਉਸ ਵੇਲੇ ਭਾਈ ਮਰਦਾਨੇ ਨੂੰ ਮਹਾਰਾਜ ਨੇ ਐਸੇ ਬਚਨ ਕਹੇ। ਅਸ਼ਟ ਖੰਡ ਇਹ ਤੁਝਾ ਦਿਖਾਏ, ਕਹਿਣ ਲੱਗੇ ਦੇਖ ਮਰਦਾਨਿਆ ਇਹ 8ਵਾਂ ਖੰਡ ਸੀ ਜੋ ਤੈਨੂੰ ਦਿਖਾ ਦਿੱਤਾ। ਹੁਣ ਨੌਵੇਂ ਭਾਰਤ ਖੰਡ ਗਿਨਾਏ, ਚੱਲ ਮਰਦਾਨਿਆ ਹੁਣ 9ਵੇਂ ਖੰਡ ਵਿੱਚ ਚਲੀਏ ਜਿਹਨੂੰ ਭਾਰਤ ਖੰਡ ਕਹਿੰਦੇ ਹਾਂ। ਚੱਲ ਕਰ ਅਬਹਿ ਦਿਖਾਵੇ ਹੈ ਉਹੀ, ਚੱਲ ਹੁਣ ਆਪਾਂ ਉਧਰ ਹੀ ਜਾਣਾ ਹੈ, ਭਾਰਤ ਖੰਡ ਜਾਵਾਂਗੇ ਸਿੱਧੇ ਤੇ ਉਹ ਤੁਹਾਨੂੰ ਦਿਖਾਉਂਦੇ ਹਾਂ ਜਾ ਕੇ। ਜਹ ਪਰਿਵਾਰ ਸਦਨ ਹੈ ਤੋਹੀ, ਉਹੀ ਭਾਰਤ ਖੰਡ ਹੈ ਜਿੱਥੇ ਤੇਰਾ ਪਰਿਵਾਰ ਰਹਿੰਦਾ ਹੈ, ਜਿੱਥੇ ਪੰਜਾਬ ਹੈ, ਜਿੱਥੇ ਇਹ ਸਾਰੀ ਆਪਾਂ ਜਾਂਦੇ ਹਾਂ। ਕਹਿੰਦੇ ਉਹੀ ਥਾਂ ਹੈ, ਉਹ ਵੀ ਭਾਰਤ ਖੰਡ ਵਿੱਚ ਹੀ ਹਨ। ਸੁਣ ਮਰਦਾਨੇ ਪੁੰਨ ਬਚ ਭਾਖਾ, ਸੋ ਇਹ ਗੱਲ ਸੁਣ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਭਾਈ ਮਰਦਾਨੇ ਨੇ ਕਿਹਾ ਚਲੋ ਪ੍ਰਭੂ ਜਿਤ ਕੋ ਅਭਿਲਾਖਾ, ਮਹਾਰਾਜ ਚਲਿਏ ਆਪਾਂ ਜਿੱਥੇ ਤੁਹਾਡੀ ਇੱਛਾ ਹੈ, ਜਿਵੇਂ ਤੁਸੀਂ ਜਿੱਥੇ ਆਪ ਤੁਸੀਂ ਜਾਓਗੇ ਉੱਥੇ ਹੀ ਅਸੀਂ ਜਾਣਾ ਹੈ। ਤੁਮ ਕਰਨਾ ਤੇ ਪਿਖੇ ਸਥਾਨਾ, ਮਹਾਰਾਜ ਤੁਹਾਡੀ ਕਿਰਪਾ ਤੇ ਅਸੀਂ ਸਾਰੇ ਥਾਂ ਦੇਖੇ ਹਨ। ਨਤ ਹਮ ਤੇ ਜਨਤਨ ਕਹੇ ਜਾਨਾ, ਮਹਾਰਾਜ ਨੇ ਤਾਂ ਅਸੀਂ ਕਿੱਥੇ ਦੇਖਣੇ ਸੀ ਇਹ ਸਾਰੇ ਥਾਂ ਜਿਹੜੇ ਆਪ ਜੀ ਨੇ ਦਿਖਾ ਦਿੱਤੇ। ਮਹਾਰਾਜ ਹੁਣ 9ਵਾਂ ਖੰਡ ਹੋ ਗਿਆ। ਮਹਾਰਾਜ ਦੇਖੋ ਤੁਸੀਂ 8 ਖੰਡ ਦਿਖਾ ਦਿੱਤੇ। ਮਹਾਰਾਜ ਨੇ ਤਾਂ ਕਿੱਥੇ ਦੇਖਣੇ ਸੀ ਅਸੀਂ, ਸਾਡੀ ਪਹੁੰਚ ਨਹੀਂ ਜੀ ਉੱਥੇ ਤੱਕ। ਇਸ ਪ੍ਰਕਾਰ ਬੋਲਤ ਬਿਗਸਾਏ, ਸੋ ਇਸ ਤਰ੍ਹਾਂ ਬੋਲਦਿਆਂ ਆਪਸ ਵਿੱਚ ਹੱਸਦਿਆਂ ਹੋਇਆਂ ਤਤ ਛਿਨ ਜੰਮੂ ਪੁਰ ਮਹਿ ਆਏ, ਸੋ ਜੰਮੂ ਵਿੱਚ ਆ ਗਏ ਹੁਣ ਸਤਿਗੁਰੂ ਜੀ। ਜਦੋਂ ਭਾਰਤ ਖੰਡ ਆਏ ਤਾਂ ਉਤਰੇ ਕਿੱਥੇ? ਜੰਮੂ ਵਿੱਚ ਉਤਰੇ। ਪਿਖ ਰਮਣੀਕ ਥਾਨ ਤਹ ਏਕੂ, ਉਹ ਬਹੁਤ ਸੁੰਦਰ ਥਾਂ ਹੈ ਜੰਮੂ। ਸੋ ਜੰਮੂ ਜਿਹੜਾ ਹੈ ਉਹ ਦੇਖ ਕਰਕੇ ਬੜਾ ਸੁੰਦਰ ਪਹਾੜੀ ਇਲਾਕਾ ਹੈ, ਬੜਾ ਹੀ ਸੋਹਣਾ ਹੈ ਜੀ। ਬੈਠ ਗਏ ਤਬ ਜਲਦ ਵਿਵੇਕੂ, ਜਾਂ ਕਿ ਉਸ ਵੇਲੇ ਮਹਾਰਾਜ ਜੀ ਉੱਥੇ ਬੈਠ ਗਏ। ਮਹਾਰਾਜ ਜੀ ਉੱਥੇ ਜਿਹੜਾ ਹਨ ਆਪਣਾ ਡੇਰਾ ਲਾ ਲਿਆ। ਸ੍ਰੀ ਅੰਗਦ ਸੁਨ ਕਥਾ ਮਹਾਨੀ, ਉਸ ਵੇਲੇ ਭਾਈ ਬਾਲਾ ਜੀ ਕਹਿੰਦੇ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਹੁਣ ਤੁਸੀਂ ਇਹ ਕਥਾ ਅੱਗੇ ਸੁਣੋ। ਮੁਝ ਸੋ ਬੋਲਤ ਭੇ ਅਸਬਾਨੀ, ਕਹਿਣਗੇ ਮੰਨੂ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਜਾਮਵੰਤ ਭਾਲਕ ਜੋ ਭਾਰੀ, ਜਿਹੜਾ ਹਾਂ ਦੇਖੋ ਕਹਿੰਦੇ ਜਾਮਵੰਤ ਭਾਲਕ ਜੋ ਭਾਰੀ, ਜੋ ਰਿਛ ਹੈ ਨਾ ਜਿਹਦਾ ਨਾਂ ਸੀ ਜਾਮਵੰਤ। ਸੋ ਜਾਮਵੰਤ ਜਿਹੜਾ ਪਹਾੜਾ ਰਿਛ ਹੈ, ਲਿਖ ਕੇ ਨਾਮ ਸੋ ਨਗਰ ਉਚਾਰੀ, ਕਹਿਣ ਲਗੇ ਤੇ ਕੋਈ ਨਾਮ, ਕਹਿਣ ਲਗੇ ਉਹਦੇ ਨਾਂ ਤੇ ਹੀ ਜੰਮੂ ਪਿਆ ਹੈ। ਜੋ ਜਾਮਵੰਤ ਹੈ ਉਹਦਾ ਨਾਂ ਤੋਂ ਹੀ ਇਹ ਜਿਹੜਾ ਥਾਂ ਦਾ ਨਾਂ ਜੰਮੂ, ਲੋਕ ਜੰਮੂ ਕਹਿੰਦੇ ਹਨ। ਵੱਡੀ ਗੁਫਾ ਜਿਸ ਮਹਿ ਤਿਸ ਬਾਸਾ, ਕਹਿਣ ਲਗੇ ਉਹਦੀ ਜਿਹੜੀ ਗੁਫਾ ਹੈ ਨਾ ਜਿਹੜਾ ਹਨ ਜਾਮਵੰਤ ਦੀ, ਇੱਥੇ ਹੀ ਹੈ। ਇੱਥੇ ਇੱਕ ਗੁਫਾ ਇੱਕ ਕੇਵ ਦੇ ਵਿੱਚ ਰਹਿੰਦਾ ਸੀ ਤੇ ਰਹਿੰਦਾ ਵੀ ਹੋਣਾ ਹੈ। ਚਿਰੰਕਾਲ ਜੀਵਿਓ ਬਲ ਰਾਸਾ, ਕਹਿਣ ਲਗੇ ਉਹ ਚਿਰੰਜੀਵ ਹੈ, ਉਹਦੀ ਵੀ ਉਮਰ ਬਹੁਤ ਲੰਮੀ ਹੈ। ਸੋ ਇਹ ਜਿਹੜਾ ਹੈ ਕਹਿੰਦੇ ਜੀਵਿਓ ਬਲ ਰਾਸਾ ਤੇ ਬਲੀ ਵੀ ਬਹੁਤ ਹੈ, ਬਹੁਤ ਤਾਕਤਵਰ ਤਕੜਾ ਹੈ ਇਹ ਜਾਮਵੰਤ। ਦੋਹਰਾ ਜਬ ਸ੍ਰੀ ਬਾਵਨ ਜੀ ਭਏ ਬਲ ਛਲਨੇ ਕੇ ਹੇਤ, ਦੇਖੋ ਕਿਦੋਂ ਦਾ ਹੈ, ਕਹਿੰਦੇ ਉਹ ਸਮੇਂ ਦਾ ਹੈ ਜਦੋਂ ਬਵਨ ਅਵਤਾਰ ਜੀ ਹੋਏ। ਬਵਨ ਅਵਤਾਰ ਹੋਏ ਜਦੋਂ ਉਹਨਾਂ ਨੇ ਆ ਕੇ ਬਲ ਰਾਜੇ ਨੂੰ ਛਲਿਆ। ਸੋ ਕਹਿੰਦੇ ਉਸ ਵੇਲੇ ਤੋਂ ਜਿਹੜੀ ਸਤਜੁਗ ਦੀ ਗੱਲ ਹੈ, ਕਹਿੰਦੇ ਉਸ ਸਮੇਂ ਵਿੱਚ ਤੀਨ ਲੋਕ ਦਵੈ ਕਰਮ ਕਰ ਮਾਪੇ ਕਿਰਪਾ ਨਿਕੇਤ, ਦੇਖੋ ਉਸ ਵੇਲੇ 52 ਅਵਤਾਰ ਨੇ ਕੀ ਕੀਤਾ, 2.5 ਕਦਮਾਂ ਜ਼ਮੀਨ ਮੰਗ ਕੇ 2 ਕਦਮਾਂ ਦੇ ਵਿੱਚ ਉਹਨੇ 3 ਲੋਕ ਆਪਣੇ 2 ਕਦਮਾਂ ਵਿੱਚ ਪੂਰੇ ਕਰ ਲਏ ਸਨ। ਸੋ ਜਿਹੜਾ ਹੈ ਜਿਵੇਂ ਸਾਖੀ ਆਉਂਦੀ ਹੈ, ਅੱਧਾ ਕਦਮ ਲੈ ਕੇ ਬਲ ਰਾਜੇ ਨੇ ਕਿਹਾ ਮੇਰੇ ਪਿੱਠ ਰਹਿ ਗਈ ਹੈ, ਹੁਣ
ਤੇ ਉਹਦੇ ਪਿੱਠ ਤੇ ਰੱਖ ਕੇ ਤੇ ਉਹਨੂੰ ਫਿਰ ਜਿਹੜਾ ਹਨ ਅੰਦਰ ਜਿਹੜਾ ਅੰਡਰਗਰਾਉਂਡ ਵਰਲਡਸ ਵਿੱਚ ਲੈ ਕੇ ਗਏ। ਸੋ ਇਹ ਸਾਖੀ ਆਉਂਦੀ ਹੈ, ਕਹਿੰਦੇ ਉਸ ਵੇਲੇ ਚੌਪੇ 2100 ਇਨ ਪ੍ਰਦਰਸ਼ਨ ਦੀਨੀ। ਦੇਖੋ ਜਦੋਂ ਬਵਨ ਅਵਤਾਰ ਨੇ ਆਪਣਾ ਸਰੂਪ ਬਹੁਤ ਵੱਡਾ ਬਣਾਇਆ ਨਾ, ਜਿਹਦੇ 2 ਕਦਮਾਂ ਵਿੱਚ ਉਹਨੇ 3 ਲੋਕ ਮਾਪ ਲਏ ਸਨ, ਤਾਂ ਉਸ ਵੇਲੇ ਕਹਿੰਦੇ ਜਾਮਵੰਤ ਨੇ 21 ਵਾਰੀ ਉਹਦੀ ਜਿਹੜੇ ਹਨ ਪਰਿਕਰਮਾ ਕੀਤੀ ਬਵਨ ਅਵਤਾਰ ਦੀ। ਮਤਲਬ ਕਿ ਬਵਨ ਅਵਤਾਰ ਨੇ 3 ਲੋਕ 2 ਕਦਮਾਂ ਵਿੱਚ ਮਿਲ ਲਏ। ਹੁਣ ਹਿਸਾਬ ਕਰੋ ਕਿ ਬਵਨ ਅਵਤਾਰ ਦਾ ਆਕਾਰ ਫਾਰਮ ਕਿੱਡਾ ਵੱਡਾ ਹੋਵੇਗਾ। ਕਹਿੰਦੇ ਉਹਦੀਆਂ ਇਹਨੇ 21 ਪਰਿਕਰਮਾ ਕੀਤੀਆਂ, 21 ਵਾਰੀ ਉਹਦਾ ਸਰਕੂਲੇਸ਼ਨ ਕੀਤਾ। ਇੱਕ ਮਹੂਰਤ ਮਹਿ ਕਰ ਲੀਨੀ। ਤੇ ਕਿੰਨੇ ਕੁ ਸਮੇਂ ਵਿੱਚ ਕੀਤਾ? ਇੱਕ ਮੁਹੂਰਤ ਦਾ ਸਮਾਂ ਜਿਹੜਾ ਹੈ 2 ਘੜੀਆਂ ਦਾ ਹੈ, ਜਿਹੜਾ ਹਨ ਰਫਲੀ 48 ਮਿੰਟਸ। 48 ਮਿੰਟਸ ਦੇ ਵਿੱਚ 21 ਵਾਰੀ ਉਹਦੇ ਆਲੇ ਦੁਆਲੇ ਘੁੰਮ ਗਿਆ, ਕਿਉਂਕਿ ਜਿਹੜਾ ਜੇ ਆਪਾਂ 3 ਲੋਕਾਂ ਦੀ ਗੱਲ ਕਰਦੇ ਹਾਂ ਨਾ, ਉਹਦੇ 'ਚ ਸੂਰਜ ਚੰਦਰਮਾ ਵੀ ਆ ਜਾਂਦੇ ਨੇ, ਗੈਲੈਕਸੀ ਆ ਜਾਂਦੀ ਹੈ ਸਾਰੀ। ਕਹਿੰਦੇ ਕਿ ਉਹਦੇ ਵਿੱਚ ਇਹਨੇ ਸਾਰੀਆਂ 21 ਵਾਰੀ ਘੁੰਮਿਆ 48 ਮਿੰਟਸ ਦੇ ਵਿੱਚ। ਮਹਾਬਲੀ ਸੋ ਬੇਗ ਵੱਡ ਜਾਮੈ। ਦੇਖੋ ਇਹ ਮਹਾਬਲੀ ਹੈ, ਬਹੁਤ ਜ਼ੋਰ ਵਾਲਾ ਹੈ, ਬੜਾ ਤਾਕਤਵਰ ਹੈ ਤੇ ਬਹੁਤ ਤੇਜ ਵੀ ਹੈ, ਵੈਰੀ ਫਾਸਟ। ਹਾਂਜੀ, ਸੁਪਰ ਫਾਸਟ, ਅਲਟਰਾ ਫਾਸਟ ਕਹਿ ਲਈਏ। ਇਹ ਤੋਂ ਬਲ ਕਹੀਏ ਕਹੋ ਕਾਮ ਹੈ। ਕਹਿਣਗੇ ਇਹਦੇ ਵਿੱਚ ਜਿੰਨਾ ਬਲ ਜਿੰਨੀ ਤਾਕਤ ਜਾਮਵੰਤ ਵਿੱਚ ਹੈ, ਉਨੀ ਕਿਸੇ ਵਿੱਚ ਨਹੀਂ ਹੋਏ ਹੁਣੀ। ਪੁੰਨ ਸ੍ਰੀ ਰਾਮਚੰਦ ਜਗ ਹੋਏ। ਦੇਖੋ ਫਿਰ ਰਾਮਚੰਦਰ ਜੀ ਹੋਏ ਤ੍ਰੇਤੇ ਯੁੱਗ ਦੇ ਵਿੱਚ, ਜਿਨ ਨਿਜ ਭਗਤਨ ਕੇ ਦੁੱਖ ਖੋਏ। ਜਿਨੇ ਆ ਕੇ ਆਪਣੇ ਭਗਤਾਂ ਦੇ ਦੁੱਖ ਕੱਟੇ, ਜਿਨ੍ਹਾਂ ਨੇ ਆ ਕੇ ਆਪਣੇ ਭਗਤਾਂ ਦੇ ਦੁੱਖ ਦੂਰ ਕੀਤੇ, ਉਹ ਰਾਮਚੰਦਰ ਨੇ। ਤਿਨਕੇ ਸੰਗ ਲੰਕ ਮਹਿ ਗਇਓ। ਤੇ ਉਹਦੇ ਨਾਲ ਜਾਮਵੰਤ ਗਿਆ ਲੰਕਾ ਨੂੰ। ਅਧਿਕ ਜੁੱਧ ਤਹਿ ਹੋਵਤ ਭਇਓ। ਜਿੱਥੇ ਅਧਿਕ ਬਹੁਤ ਵੱਡਾ ਯੁੱਧ ਹੋਇਆ ਰਾਵਣ ਦੇ ਨਾਲ ਲੰਕਾ ਵਿੱਚ। ਕਰਿਓ ਪਰਾਕਰਮ ਰਣ ਮਹਿ ਭਾਰੀ। ਕਹਿਣਗੇ ਇਹਨੇ ਵੀ ਬੜਾ ਪਰਾਕਰਮ ਕੀਤਾ, ਇਹਨੇ ਵੀ ਬੜਾ ਬਲ ਦਿਖਾਇਆ ਆਪਣਾ, ਇਹ ਵੀ ਬੜਾ ਬਹਾਦਰੀ ਨਾਲ ਲੜਿਆ ਉੱਥੇ ਲੰਕਾ ਵਿੱਚ। ਤੇ ਨਿਸਾਚਰ ਅਤ ਬਲਕਾਰੀ। ਕਹਿਣਗੇ ਇਹਨੇ ਵੱਡੇ ਵੱਡੇ ਦੈਂਤ ਮਾਰੀ ਜੀ ਉਸਤੇ ਲੰਕਾ ਦੇ ਵਿੱਚ, ਬਲਵਾਰੇ ਤਕੜੇ। ਦੁਆਪਰ ਭਏ ਕ੍ਰਿਸ਼ਨ ਅਵਤਾਰਾ। ਫਿਰ ਦੇਖੋ ਕ੍ਰਿਸ਼ਨ ਅਵਤਾਰ ਹੋਏ ਦੁਆਪਰ ਦੇ ਵਿੱਚ, ਤੀਜਾ ਯੁੱਗ ਆ ਗਿਆ। ਸੋ ਜਦੋਂ ਤੀਜੇ ਯੁੱਗ ਜਿਹੜਾ ਹਨ ਦੁਆਪਰ ਦੇ ਵਿੱਚ ਕ੍ਰਿਸ਼ਨ ਭਗਵਾਨ ਜੀ ਆਏ। ਧਰਨੀ ਹੇਤ ਨਿਵਾਰਨ ਭਾਰਾ। ਕਹਿਣਗੇ ਧਰਨੀ ਹੇਤ ਨਿਵਾਰਨ ਭਾਰਾ। ਕਹਿਣਗੇ ਧਰਨੀ ਹੇਤ, ਕਹਿਣਗੇ ਨਿਵਾਰਨ ਭਾਰਾ, ਧਰਤੀ ਦਾ ਭਾਰ ਹੌਲਾ ਕਰਨ ਵਾਸਤੇ ਵਿਸ਼ਨੂੰ ਨੇ ਕ੍ਰਿਸ਼ਨ ਭਗਵਾਨ ਦਾ ਅਵਤਾਰ ਧਾਰਨ ਕੀਤਾ। ਮਨ ਖੋਜਨ ਹਿਤ ਚੱਲ ਕੇ ਆਏ। ਕਹਿਣਗੇ ਉਸ ਵੇਲੇ ਜਿਹੜਾ ਕਿ ਇਹ ਆਪਣਾ ਕ੍ਰਿਸ਼ਨ ਭਗਵਾਨ ਸੀਗਾ, ਇਹਨੇ ਇੱਕ ਜਿਹੜਾ ਹੈ ਇੱਕ ਡਾਇਮੰਡ ਇੱਕ ਜਿਹੜਾ ਹੈ ਲੱਭਣ ਵਾਸਤੇ ਉਹਨਾਂ ਨੇ ਜਾਣਾ ਕੀਤਾ। ਜਾਮਵੰਤ ਦੇਖਿਓ ਇਹ ਥਾਏ। ਤੇ ਜਾਮਵੰਤ ਦੇਖਿਓ ਇਹ ਥਾਏ। ਉਸ ਵੇਲੇ ਕ੍ਰਿਸ਼ਨ ਭਗਵਾਨ ਉਸ ਦੀ ਕੇਫ ਵਿੱਚ ਆਇਆ ਉਹ ਡਾਇਮੰਡ ਲੱਭਣ ਵਾਸਤੇ। ਸੋ ਉਹ ਡਾਇਮੰਡ ਨੂੰ ਲੱਭਦਾ ਉੱਥੇ ਆਇਆ ਤੇ ਉੱਥੇ ਪਹੁੰਚ ਗਿਆ ਜੀ ਆ ਕੇ, ਜਿੱਥੇ ਇਹ ਜਿਹੜਾ ਹਨ ਜਾਮਵੰਤ ਰਹਿੰਦਾ ਸੀ। ਲੱਗੇ ਕਰਨ ਮਿਲ ਕੇ ਸੰਗਰਾਮਾ। ਇਹ ਦੋਵਾਂ ਵਿੱਚ ਯੁੱਧ ਹੋ ਗਿਆ, ਵੱਡੀ ਲੜਾਈ ਹੋ ਗਈ ਜੀ ਦੋਵਾਂ ਦੇ ਵਿੱਚ। ਦੁੰਦ ਯੁੱਧ ਅਤ ਸਹਿ ਬਲ ਧਾਮਾ। ਕਹਿਣਗੇ ਦੋਨੇ ਯੋਧੇ ਜਿਹੜੇ ਹਨ ਕ੍ਰਿਸ਼ਨ ਭਗਵਾਨ ਤੇ ਇਧਰੋਂ ਜਾਮਵੰਤ, ਕਹਿੰਦੇ ਇਹ ਅਤਸ਼ਲ ਬਲ ਬੜੇ ਤਕੜੇ ਨੇ। ਕ੍ਰਿਸ਼ਨ ਭਗਵਾਨ ਵੀ ਬੜਾ ਤਕੜਾ, ਇਹ ਵੀ ਬੜਾ ਤਕੜਾ ਹੈ। ਕਹਿੰਦੇ ਦੋਵਾਂ ਦੇ ਵਿੱਚ ਬਹੁਤ ਭਾਰੀ ਯੁੱਧ ਹੋਇਆ। ਨਹੀਂ ਪਰਾਜੈ ਕਿਸ ਦਿਸ ਹੋਈ। ਕਿਸੇ ਦੀ ਹਾਰ ਨਹੀਂ ਹੋਈ, ਨਾ ਜਾਮਵੰਤ ਹਾਰਿਆ ਨਾ ਕ੍ਰਿਸ਼ਨ ਭਗਵਾਨ ਹਾਰਿਆ। ਦੋਵੇਂ ਲੜਦੇ ਰਹੇ। ਕਿੰਨੇ ਕੁ ਦਿਨ ਲੜੇ? ਦਿਵਸ ਅਸ਼ਟ ਬਿਨਸਤ ਭਟ ਦੋਈ। ਦੇਖੋ ਦੋਵੇਂ ਸੂਰਮੇ 21 ਡੇਜ਼ ਵਾਸਤੇ ਲੜਦੇ ਰਹੇ, ਕੰਟੀਨਿਊਅਸਲੀ 21 ਡੇਜ਼ ਵਾਸਤੇ ਦੋਵੇਂ ਲੜਦੇ ਰਹੇ। ਨਹੀਂ ਸੌਰੀ, ਅਸ਼ਟ ਬਿਨਸਤ 28 ਡੇਜ਼ ਵਾਸਤੇ। ਹਾਂਜੀ, ਸੋ ਜਿਹੜਾ ਹਨ ਦਿਵਸ ਅਸ਼ਟ ਬਿਨਸਤ, ਸੋ 28 ਡੇਜ਼ ਵਾਸਤੇ ਇਹਨਾਂ ਦੀ ਲੜਾਈ ਹੁੰਦੀ ਰਹੀ। ਲੜਤਿਓ ਜਬੈ ਵਿਜੈ ਨਹਿ ਪਾਵਾ। ਕਹਿੰਦੇ ਲੜਤਿਓ ਲੜੀ ਗਏ ਪਰ ਕਹਿੰਦੇ ਕੋਈ ਵੀ ਨਾ ਹਾਰੇ। ਰਾਮ ਬੇਖ ਸ੍ਰੀ ਕ੍ਰਿਸ਼ਨ ਬਣਾਵਾ। ਉਸ ਵੇਲੇ ਕ੍ਰਿਸ਼ਨ ਭਗਵਾਨ ਨੇ ਦੇਖਿਆ ਵੀ ਇਹ ਤਾਂ ਲੜਾਈ ਮੁੱਕਣੀ ਨਹੀਂ ਹੁਣ, ਤੇ ਉਸ ਵੇਲੇ ਕ੍ਰਿਸ਼ਨ ਨੇ ਕੀ ਕੀਤਾ, ਆਪਣਾ ਰੂਪ ਰਾਮਚੰਦਰ ਦਾ ਬਣਾ ਲਿਆ। ਬਿਕੋਜ਼ ਹੈ ਤਾਂ ਉਹ ਵੀ ਵਿਸ਼ਨੂੰ ਦਾ ਅਵਤਾਰ ਸੀ ਨਾ, ਤੇ ਕਹਿੰਦੇ ਉਹਨਾਂ ਨੇ ਆਪਣਾ ਰੂਪ ਰਾਮਚੰਦਰ ਦਾ ਰੂਪ ਬਣਾ ਲਿਆ। ਜਾਮਵੰਤ ਰਾਮਚੰਦਰ ਦਾ ਭਗਤ ਸੀਗਾ। ਜਦੋਂ ਕ੍ਰਿਸ਼ਨ ਨੇ ਉਹਨੂੰ ਰਾਮਚੰਦਰ ਦਾ ਰੂਪ ਬਣਾ ਕੇ ਦਿਖਾਇਆ, ਦੋਹਰਾ ਦੇਖ ਰੂਪ ਸ੍ਰੀ ਰਾਮ ਕੋ ਤਤ ਛਿਨ ਪਗਲ ਪਟਾਏ। ਦੇਖੋ ਐਡਾ ਤਕੜਾ ਜਿਹੜਾ ਸੀ ਜਾਮਵੰਤ, ਹੁਣ ਹੱਥ ਜੋੜ ਲਏ। ਜੋ ਰਾਮਚੰਦਰ ਨੂੰ ਆਪਣੇ ਸਾਹਮਣੇ ਦੇਖਿਆ ਨਾ, ਹੱਥ ਜੋੜ ਕੇ ਉਸੇ ਵੇਲੇ ਜਿਹੜਾ ਹਨ ਰਾਮਚੰਦਰ ਦੇ ਚਰਨ ਪਕੜ ਲਏ, ਉਸਨੇ ਚਰਨਾਂ ਤੇ ਡਿੱਗ ਪਿਆ। ਮਨ ਤਨੁਜਾ ਦੇ ਆਪਣੀ ਭੂਲ ਲਈ ਬਖਸਾਏ। ਫਿਰ ਉਹਨੇ ਕੀ ਕੀਤਾ, ਕ੍ਰਿਸ਼ਨ ਭਗਵਾਨ ਦੇ ਨਾਲ ਆਪਣੀ ਇੱਕ ਪੁੱਤਰੀ ਸੀ, ਉਹਦਾ ਨਾਂ ਸੀ ਜਾਮਵੰਤੀ। ਜਾਮਵੰਤੀ ਦਾ ਜਿਹੜਾ ਹੈ ਉਹਨੇ ਵਿਆਹ ਕਰਾਇਆ ਫਿਰ
ਕ੍ਰਿਸ਼ਨ ਦੇ ਨਾਲ। ਚੌਪਈ ਤਬ ਸ੍ਰੀ ਕ੍ਰਿਸ਼ਨ ਦਵਾਰਕਾ ਗਇਓ। ਤਾਂ ਕਹਿੰਦੇ ਇਹ ਜਿਹੜਾ ਹੈ ਉਸ ਵੇਲੇ ਜਿਹੜਾ ਹੈ ਉਸ ਦੇ ਨਾਲ ਵਿਆਹ ਕਰਾ ਕੇ ਤੇ ਕ੍ਰਿਸ਼ਨ ਫਿਰ ਵਾਪਸ ਜਿਹੜਾ ਹੈ ਦਵਾਰਕਾ ਨੂੰ ਗਿਆ। ਇਹ ਸਵੈ ਮੰਤਕ ਮਣੀ ਨੂੰ ਲੱਭਣ ਵਾਸਤੇ ਗਿਆ ਸੀ ਕ੍ਰਿਸ਼ਨ, ਜਿੱਥੇ ਫਿਰ ਇਹਦੀ ਜਿਹੜੇ ਹਨ ਆਮੋ ਸਾਹਮਣੇ ਦੀ ਲੜਾਈ ਜਾਮਵੰਤ ਨਾਲ ਹੋਈ। ਸੋ ਕਹਿੰਦੇ ਦੇਖੋ ਉਹ ਲੜਾਈ ਤੋਂ ਜਿਹੜਾ ਹੈ ਜਾਮਵੰਤ ਬਲ ਕਰਕੇ ਨਹੀਂ ਹਾਰਿਆ, ਉਹਦੀ ਤੇਜ਼ੀ ਕਰਕੇ ਨਾ, ਪਰ ਭਗਤੀ ਜਦੋਂ ਆ ਗਈ ਜਾਮਵੰਤ ਨੇ ਆਪਣਾ ਸਭ ਕੁਝ ਤਿਆਗ ਦਿੱਤਾ, ਕਦਮਾਂ ਤੇ ਡਿੱਗ ਪਿਆ ਜਦੋਂ ਕ੍ਰਿਸ਼ਨ ਭਗਵਾਨ ਨੇ ਰਾਮਚੰਦਰ ਦਾ ਰੂਪ ਬਣਾਇਆ। ਦੇਖੋ ਇਹੀ ਤਾਂ ਭਗਤ ਆ ਨਾ। ਕਹਿੰਦੇ ਭਗਤਾਂ ਦੇ ਵਿੱਚ ਜਿਹੜਾ ਹੈ ਜੋਸ਼ ਵੀ ਹੈ, ਹੋਸ਼ ਵੀ ਹੈ, ਤਾਕਤ ਵੀ ਹੈ, ਉਹ ਜਾਂ ਫੁਰਤੀ ਵੀ ਹੈ। ਇਹ ਸਾਰੇ ਗੁਣ ਇੱਕ ਭਗਤ ਵਿੱਚ ਹੁੰਦੇ ਨੇ। ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਯੋਧੇ ਨੇ, ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਯੋਧੇ ਨੇ, ਦੇਖੋ ਜਦੋਂ ਲੜਦੇ ਨੇ ਉਦੋਂ ਕਿਸੇ ਦੇ ਪੈਰ ਨਹੀਂ ਲੱਗਣ ਦਿੰਦੇ, ਪਰ ਜਦੋਂ ਸੇਵਾ ਕਰਦੇ ਹਨ, ਜਦੋਂ ਜਿਹੜਾ ਹਨ ਨਿਮਰਤਾ ਵਿੱਚ ਆਉਂਦੇ ਆ ਨਾ, ਤਾਂ ਜਿਹੜਾ ਹਨ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਅੱਗੇ ਕੋਈ ਲੜ ਨਹੀਂ ਸਕਦਾ ਸੀ, ਪਰ ਜਿਸ ਵੇਲੇ ਉਹਨਾਂ ਨੇ ਗੁਰੂ ਦਾ ਭਾਣਾ ਮੰਨਿਆ ਨਾ, ਤਾਂ ਫਿਰ ਜਿਹੜਾ ਹੈ ਸ਼ਹੀਦੀ ਵੀ ਦੇਖੋ ਕਿਹੜੇ ਸਿਰੇ ਦੀ ਪਾਈ, ਫਿਰ ਉਸ ਵੇਲੇ ਆਪਣਾ ਇੱਕ ਵੀ ਜ਼ੋਰ ਨਾ ਦਿਖਾਇਆ। ਦੇਖੋ ਸਿੱਖ ਐਸਾ ਹੈ ਜਿਹੜੇ ਲੜਦੇ ਵੀ ਨੇ, ਜਦੋਂ ਲੜਨ ਵੇਲੇ ਉਹਨਾਂ ਦੀ ਤਾਕਤ ਨੂੰ ਕੋਈ ਹਰਾ ਨਹੀਂ ਸਕਦਾ, ਪਰ ਜਦੋਂ ਆ ਕੇ ਆਪਣੇ ਗੁਰੂ ਦੇ ਕਦਮਾਂ ਤੇ ਡਿੱਗਦੇ ਆ ਨਾ, ਤੇ ਫਿਰ ਸਭ ਕੁਝ ਨਿਸ਼ਾਵਰ ਕਰ ਦਿੰਦੇ ਨੇ। ਸੋ ਇਹ ਭਗਤਾਂ ਦੀ ਨਿਸ਼ਾਨੀ ਹੁੰਦੀ ਹੈ। ਸੋ ਕਹਿੰਦੇ ਦੇਖੋ ਹੁਣ ਜਿਹੜਾ ਹਨ ਕ੍ਰਿਸ਼ਨ ਭਗਵਾਨ ਫਿਰ ਜਾਮਵੰਤੀ ਨੂੰ ਨਾਲ ਲੈ ਕੇ ਦਵਾਰਕਾ ਨੂੰ ਆ ਗਏ। ਜਾਮਵੰਤ ਤੇ ਜੰਮੂ ਭਇਓ। ਇਸ ਕਰਕੇ ਜਾਮਵੰਤ ਦੇ ਨਾਂ ਕਰਕੇ ਸ਼ਹਿਰ ਦਾ ਨਾਂ ਜੰਮੂ ਪੈ ਗਿਆ। ਇਸ ਬਿਦ ਕਰਤਿਓ ਬਚਨ ਬਿਲਾਸਾ। ਇਸ ਤਰ੍ਹਾਂ ਦੇ ਬਚਨ ਬਿਲਾਸ ਕਰਦਿਆਂ ਹੋਇਆਂ ਦਿਵਸ ਬਿਤਾਏ ਦੁਐ ਸੁਖ ਰਾਸਾ। ਕਹਿਣ ਲੱਗੇ ਦਿਵਸ ਬਿਤਾਏ ਦੁਐ, 2 ਦਿਨ ਬੀਤ ਗਏ ਜੀ ਸੁਖ ਦੇ ਨਾਲ। ਗੁਰ ਮਿਲ ਕੇਤਕ ਨਰ ਹਰ ਖਾਏ। ਗੁਰੂ ਮਹਾਰਾਜ ਨੇ ਮਿਲ ਕਰਕੇ ਬਹੁਤ ਸਾਰੇ ਨਰ ਜਿਹੜੇ ਲੋਕ ਸਨ ਬੜੇ ਖੁਸ਼ ਹੋਏ। ਜਾਏ ਭੂਪ ਟਿਗ ਬੈਨ ਸੁਨਾਏ। ਉਹਨਾਂ ਨੇ ਜਾ ਕੇ ਰਾਜੇ ਨੂੰ ਦੱਸਿਆ, ਰਾਜੇ ਨੂੰ ਜਾ ਕੇ ਦੱਸਦੇ ਨੇ ਉਹ ਲੋਕ ਵੀ ਭਾਈ ਦੇਖ ਵਹਿਰ ਤਪਾ ਸ੍ਰੀ ਨਾਨਕ ਆਵਾ। ਦੇਖੋ ਤੇਰੇ ਸ਼ਹਿਰ ਤੋਂ ਬਾਹਰ ਇੱਕ ਤਪਾ ਆਇਆ ਹੈ ਜਿਹਦਾ ਨਾਂ ਹੈ ਨਾਨਕ। ਉਹ ਸ਼੍ਰੀ ਨਾਨਕ ਨੇ, ਉਹ ਆਏ ਹਨ ਤੇਰੇ ਸ਼ਹਿਰ ਵਿੱਚ। ਜਿਸ ਕੋ ਜਸ ਜਗ ਮੈਂ ਬਹੁ ਛਾਵਾ। ਜਿਹਦਾ ਜਸ ਸਾਰੇ ਜਗਤ ਵਿੱਚ ਫੈਲਿਆ ਹੋਇਆ ਹੈ। ਸੁਨਤ ਨਗਨ ਪਗ ਤੂਰਨ ਧਾਇਓ। ਦੇਖੋ ਰਾਜਾ ਵੀ ਕਿੰਨਾ ਸ਼ਰਧਾ ਵਾਲਾ ਹੈ। ਉਹਨੇ ਜਿਹੜਾ ਹਨ ਕਦਮਾਂ ਦੇ ਵਿੱਚੋਂ ਜੁੱਤੀਆਂ ਲਾ ਦਿੱਤੀਆਂ, ਨੰਗੇ ਪੈਰੀਂ ਉਹ ਭੱਜ ਕੇ ਆਇਆ ਗੁਰੂ ਨਾਨਕ ਸਾਹਿਬ ਜੀ ਕੋਲ। ਉੱਤਮ ਬਹੁਤ ਉਪਾਇਨ ਤੇ ਲਿਆਇਓ। ਬਹੁਤ ਸਾਰੀਆਂ ਜਿਹੜੀਆਂ ਉੱਤਮ, ਬਹੁਤ ਜਿਹੜੀਆਂ ਕੀਮਤੀ, ਬੜੀਆਂ ਵੈਲਿਊਬਲ ਜਿਹੜੀਆਂ ਹਨ ਗਿਫਟਸ ਲੈ ਕੇ ਆਇਆ ਗੁਰੂ ਨਾਨਕ ਸਾਹਿਬ ਜੀ ਵਾਸਤੇ। ਦੀਨ ਹੋਏ ਪਦ ਬੰਧਨ ਕੀਨੀ। ਕਹਿਣ ਲੱਗੇ ਇਸ ਕਰਕੇ ਉਹਨੇ ਆ ਕੇ ਦੀਨ, ਬੜਾ ਦੀਨ ਗਰੀਬ ਬਣ ਕੇ ਨਿਮਰਤਾ ਵਿੱਚ ਆ ਕੇ ਸਤਿਗੁਰਾਂ ਨੂੰ ਮੱਥਾ ਟੇਕਿਆ। ਬਿਨੈ ਭਣੀ ਭੇਟਾਂ ਧਰ ਦੀਨੀ। ਬਿਨੈ ਭਣੀ ਬੇਨਤੀ ਕਰਕੇ ਆਪਣੀਆਂ ਭੇਟਾਵਾਂ ਸਤਿਗੁਰੂ ਨੂੰ ਅਰਪਣ ਕੀਤੀਆਂ। ਦੋਹਰਾ ਪੂਰਨ ਸ੍ਰੀ ਸਤਿਗੁਰ ਤੁਹੀ ਦੀਜੈ ਨਿਜ ਉਪਦੇਸ਼। ਮਹਾਰਾਜ ਪੂਰਨ, ਤੁਸੀਂ ਪੂਰਨ ਪਰਮੇਸ਼ਰ ਰੂਪ ਹੋ, ਮਾਇਆ ਦੇ ਪਤੀ ਹੋ। ਹੇ ਸਤਿਗੁਰੂ ਤੁਸੀਂ ਸੱਚੇ ਗੁਰੂ ਹੋ। ਮਹਾਰਾਜ ਆਪਣਾ ਉਪਦੇਸ਼ ਦੇ ਦਿਓ ਸਾਨੂੰ। ਗਹੀ ਚਰਨ ਕੀ ਸਰਣ ਮੈਂ, ਸਿੱਖ ਕਰੋ ਜਗਤੇਸ। ਮਹਾਰਾਜ ਮੈਂ ਤੁਹਾਡੇ ਸ਼ਰਨ ਪਕੜ ਲਈ ਹੈ, ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ ਹਾਂ। ਸਤਿਗੁਰੂ ਜੀ ਮੈਨੂੰ ਸਿੱਖ ਬਣਾ ਲਓ। ਚੌਪੇ ਸੁਨਤ ਬਿਨੈ ਕਰ ਦਇਆ ਕਿਰਪਾਲਾ। ਸੋ ਉਹਦੀ ਬੇਨਤੀ ਨੂੰ ਸੁਣ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜੋ ਦਇਆ ਦੇ ਘਰ ਵਿੱਚ ਆ ਗਏ। ਕਿਰਪਾ ਕਰਕੇ ਮਹਾਰਾਜ ਨੇ ਫਿਰ ਜਿਹੜਾ ਹੈ ਉਸਨੂੰ ਸੁਖ ਨਿਦ ਬੋਲੇ ਬਚਨ ਰਸਾਲਾ। ਸੁੱਖਾਂ ਦੇ ਨਿੱਧ, ਸੁੱਖਾਂ ਦੇ ਖਜ਼ਾਨੇ ਸਤਿਗੁਰਾਂ ਨੇ ਉਹਨੂੰ ਜਿਹੜੇ ਮਿੱਠੇ ਬਚਨ ਕਹਿ ਕੇ, ਸਤਿਕਾਰ ਵਾਲੇ ਬਚਨ ਕਹਿ ਕੇ, ਉਹਨੇ ਤੇ ਤਰਸ ਕਰਕੇ ਮਹਾਰਾਜ ਨੇ ਐਸੀ ਕਿਰਪਾ ਕੀਤੀ। ਜੈ ਸਦਾ ਧਰਮ ਕੋ ਨਿਆਉ। ਕਹਿ ਲਗੇ ਦੇਖ ਰਾਜਨ ਤੇਰਾ ਕੰਮ ਹੈ ਧਰਮ ਦਾ ਨਿਆਂ ਕਰਨਾ। ਹਮੇਸ਼ਾ ਧਰਮ ਦਾ ਨਿਆਂ ਕਰੀ, ਧਰਮ ਨੂੰ ਅੱਗੇ ਰੱਖੀ, ਰਾਜ ਨੂੰ ਪਿੱਛੇ ਰੱਖੀ। ਸਭ ਤੋਂ ਪਹਿਲਾਂ ਜਿਹੜਾ ਹੈ ਧਰਮ ਦਾ ਨਿਆਂ ਕਰੀ, ਜਸਟਿਸ ਕਰੀ ਸਾਰਿਆਂ ਦੇ ਨਾਲ। ਲੋਭ ਧਾਰਨ ਹੈ ਕਰ ਕੋ ਨਿਆਉ। ਹਾਂ, ਲੋਭ ਨਾ ਕਿਤੇ ਵੀ ਧਰੀ, ਗ੍ਰੀਡ ਜਿਹੜੀ ਹੈ ਕਿਤੇ ਵੀ ਆਪਣੇ ਮਨ ਵਿੱਚ ਲੈ ਕੇ ਨਾ ਆਈ, ਤੇ ਗ੍ਰੀਡ ਕਰਕੇ ਕੋਈ ਫੈਸਲਾ ਨਾ ਕਰੀ, ਕੋਈ ਹੁਕਮ ਨਾ ਸੁਣਾਈ ਆਪਦੀ ਗ੍ਰੀਡ ਨੂੰ ਪੂਰਾ ਕਰਨ ਵਾਸਤੇ। ਸੋ ਕਹਿੰਦੇ ਐਸੀ ਜਿਹੜੀ ਹਨ ਲਾਲਚ ਕਰਕੇ ਕੋਈ ਅਨਿਆਈ ਨਾ ਕਰਦੀ। ਜਗਤ ਜਾਣੇ ਸੁਪਨ ਸਮਾਨਾ। ਦੇਖੋ ਇਹ ਜਗਤ ਸੰਸਾਰ ਨੂੰ ਸੁਪਨੇ ਦੀ ਤਰ੍ਹਾਂ ਤੂੰ ਦੇਖ ਹੈ ਰਾਜਨ। ਇਹ ਸਾਰਾ ਜਗਤ ਜਿਹੜਾ ਹੈ ਸੁਪਨਾ ਹੈ, ਇੱਕ ਡ੍ਰੀਮ ਹੈ ਜੋ ਆਪਾਂ ਦੇਖ ਰਹੇ ਹਾਂ। ਜਾਗਣਾ ਕਿਦੋਂ, ਜਦੋਂ ਮੌਤ ਆਉਣੀ ਹੈ। ਸਤ ਆਤਮਾ ਏਕ ਪਛਾਨਾ। ਇਹਦੇ ਵਿੱਚ ਸੰਸਾਰ ਦੇ ਵਿੱਚ ਇੱਕੋ ਇੱਕ ਸੱਤ ਹੈ, ਉਹ ਹੈ ਆਤਮਾ ਕਰਕੇ ਪਰਮੇਸ਼ਰ। ਉਹਨੂੰ ਹੀ ਸੱਤ ਕਰਕੇ ਮੰਨੋ, ਉਹੀ ਸੱਤ ਹੈ। ਜੋ ਹੈ ਜਿਹੜਾ ਹੈ ਸੱਤ ਪਰਮੇਸ਼ਰ ਹੀ ਹੈ, ਹੋਰ ਸਭ ਕੁਝ ਝੂਠਾ ਹੈ। ਸੋ ਇਸ ਕਰਕੇ ਇਹ ਦੁਨੀਆ ਨੂੰ ਸੁਪਨਾ ਜਾ ਕਰਕੇ ਜਾਣਨਾ ਕਰ। ਸੇਵਾ ਸੰਤਨ ਕੀ ਚਿਤ ਦੀਜੈ। ਕਹਿਣ ਕਿ ਸੰਤਾਂ ਦੀ ਸੇਵਾ ਵਿੱਚ ਆਪਣਾ ਧਿਆਨ ਜੋੜ,
ਫੋਕਸ ਕਰ ਵੀ ਮੈਂ ਸੰਤਾਂ ਦੀ ਸੇਵਾ ਕਰਕੇ ਸੰਤਾਂ ਦੀ ਖੁਸ਼ੀ ਲੈਣੀ ਹੈ। ਨਗਨ ਛੁਦਿਤ ਪਰ ਕਰਨਾ ਕੀਜੈ। ਜੋ ਨੰਗਾ ਹੈ, ਜਿਹੜਾ ਹੈ ਜਿਹਦੇ ਕੋਲ ਖਾਣਾ ਕੋਈ ਨਹੀਂ, ਜਿਹੜਾ ਭੁੱਖਾ ਹੈ, ਉਹਦੇ ਉੱਤੇ ਤਰਸ ਕਰ, ਦਇਆ ਕਰ। ਸਤਨਾਮ ਜਪੀਏ ਲਿਵਲਾਈ। ਤੇ ਸਤਨਾਮ ਦਾ ਜਾਪ ਆਪਣੇ ਮਨ ਦੀ ਬ੍ਰਿਤੀ ਨੂੰ ਜੋੜ ਕੇ, ਲਿਵ ਜੋੜ ਕੇ ਕਰਿਆ ਕਰ। ਸੁਣੀਏ ਹਰ ਕੀਰਤ ਗੁਣ ਗਾਏ। ਤੇ ਸੁਣਿਆ ਕਰ ਪਰਮਾਤਮਾ ਦੀ ਕੀਰਤੀ ਨੂੰ ਤੇ ਗਾਇਆ ਵੀ ਕਰ ਪਰਮਾਤਮਾ ਦੇ ਗੁਣਾਂ ਨੂੰ। ਸਤ ਸੰਗਤ ਮਿਲ ਸਮਾਂ ਬਿਤਾਵ ਹੋ। ਸਤ ਸੰਗਤ ਵਿੱਚ ਬੈਠ ਕੇ ਸਮਾਂ ਬਿਤਾਇਆ ਕਰ। ਇਹ ਉਪਦੇਸ਼ ਜੇ ਆਪ ਕਮਾਵ ਹੋ। ਜੇ ਇਹ ਉਪਦੇਸ਼ ਤੂੰ ਕਮਾਏਗਾ ਤੋ 22 ਧਾਰਨ ਹੋਇ ਰਾਜਾ। ਕਹਿਣਗੇ ਤੋ 22 ਧਾਰਨ ਹੋਇਆ ਰਾਜਾ। ਤੂੰ 22 ਧਾਰਨਾ, 22 ਜਿਹੜੇ ਹਨ ਰਾਜਿਆਂ ਦਾ ਵੀ ਤੂੰ ਰਾਜਾ ਹੋਵੇਂਗਾ। 22 ਧਾਰ ਦੇ ਰਾਜੇ ਤੇਰੇ ਥੱਲੇ ਹੋਣਗੇ ਸਾਰੇ, ਕਿਉਂਕਿ ਪਹਾੜੀ ਰਾਜੇ ਆ ਨਾ, ਇਹ ਉਹੀ ਪਹਾੜੀ ਰਾਜੇ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ 'ਚ ਹੋਏ। ਮਹਾਰਾਜ ਉਹਨਾਂ ਦੀ ਗੱਲ ਕਰ ਰਹੇ ਨੇ, ਕਹਿਣ ਲੱਗੇ ਇਹ 22 ਧਾਰ ਰਾਜੇ ਤੇਰੇ ਥੱਲੇ ਹੋਣਗੇ ਸਾਰੇ। ਸਭ ਇਸ ਲੋਕ ਹੈ ਪੂਜਾ ਹੈ ਕਾਜਾ। ਹਾਂ, ਕਹਿਣ ਲੱਗੇ ਜਿਹੜਾ ਹਨ ਤੂੰ ਇਹ ਜਿਹੜਾ ਸਭ, ਜੇ ਤੂੰ ਪਰਮਾਤਮਾ ਦੀ ਪੂਜਾ ਕਰੇਗਾ ਤਾਂ ਸਾਰੀ ਦੁਨੀਆ ਤੇਰੀ ਪੂਜਾ ਕਰੇਗੀ। ਜੇ ਤੂੰ ਪਰਮਾਤਮਾ ਨੂੰ ਵੱਡਾ ਕਰਕੇ ਮੰਨੇਗਾ ਤਾਂ 22 ਧਾਰ ਦੇ ਰਾਜੇ ਵੀ ਤੈਨੂੰ ਵੱਡਾ ਕਰਕੇ ਮੰਨਣਗੇ। ਵੈ ਪਰ ਲੋਕ ਵਿਖੈਗਤ ਅੱਛੇ। ਤੇ ਫੇਰ ਦੇਖ ਦੁਨੀਆ 'ਚ ਵੀ ਤੈਨੂੰ ਸਤਕਾਰ ਮਿਲੇਗਾ, ਮਰ ਕੇ ਤੈਨੂੰ ਮੁਕਤੀ ਮਿਲੇਗੀ। ਬਖਸ਼ੇ ਅਬ ਜੋ ਕਰੇ ਅਗ ਪਾਛੇ। ਕਹਿਣ ਲੱਗੇ ਚੱਲ ਰਾਜਨ, ਅੱਜ ਤੋਂ ਤੇ ਜਿਹੜੇ ਤੂੰ ਪਾਛੇ, ਜਿਹੜੇ ਤੂੰ ਪਿਛਲੇ ਕੀਤੇ ਹੋਏ ਪਾਪ ਅਸੀਂ ਬਖਸ਼ ਦਿੱਤੇ ਨੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਬਖਸ਼ ਦਿੱਤੇ ਤੇਰੇ ਸਾਰੇ ਪਾਪ ਪਿਛਲੇ, ਹੁਣ ਅੱਗੇ ਨੂੰ ਨਾ ਕਰੀ। ਸੋ ਅੱਗੇ ਮਾਰਗ ਪਾਵੈ ਵੀ ਤੂੰ ਅੱਗੇ ਮਹਾਰਾਜ ਨੇ ਮਾਰਗ ਪਾਤਾ, ਪਿਛਲੇ ਔਗਣ ਬਖਸ਼ ਲੈ, ਅੱਗੇ ਮਾਰਗ ਪਾਵੈ। ਹੁਣ ਮੈਂ ਜਿਹੜਾ ਹਨ ਕਹਿੰਦੇ ਹੁਣ ਅੱਗੇ ਤੈਨੂੰ ਮਾਰਗ ਪਾਤਾ ਹੈ, ਪਿਛਲੇ ਤੇਰੇ ਔਗਣ ਬਖਸ਼ ਲੈ। ਦੇਖੋ ਮਹਾਰਾਜ ਨੇ ਇੱਕ ਸੱਚੇ ਰਾਜੇ ਦੇ ਹੋਣ ਦੀਆਂ ਨਿਸ਼ਾਨੀਆਂ ਦੱਸੀਆਂ ਨੇ। ਕਹਿੰਦੇ ਰਾਜੇ ਨੂੰ ਨਿਆਂ ਹੀ ਕਰਨਾ ਚਾਹੀਦਾ ਹੈ। ਰਾਜੇ ਨੂੰ ਇਹ ਜਗਤ ਨੂੰ ਸੁਪਨਾ ਕਰਕੇ ਜਾਣ ਕਰਕੇ ਲੋਭ ਨਹੀਂ ਕਰਨਾ ਚਾਹੀਦਾ। ਉਹਨੂੰ ਸੇਵਾ ਭਾਵਨਾ ਰੱਖਣੀ ਚਾਹੀਦੀ ਹੈ ਕਿ ਮੈਂ ਆਪਣੀ ਨਗਰੀ 'ਚ ਕਿਸੇ ਨੂੰ ਭੁੱਖਾ ਨਾ ਰੱਖਾਂ, ਕਿਸੇ ਨੂੰ ਨੰਗਾ ਨਾ ਰੱਖਾਂ, ਕਿਸੇ ਨੂੰ ਬਿਨਾਂ ਘਰ ਤੋਂ ਨਾ ਰੱਖਾਂ, ਸਾਰਿਆਂ ਦੀਆਂ ਲੋੜਾਂ ਮੈਂ ਪੂਰੀਆਂ ਕਰਾਂ ਤੇ ਸਾਰਿਆਂ ਦੀ ਸੇਵਾ ਕਰਾਂ। ਰਾਜੇ ਉਹੀ ਚੰਗੇ ਨੇ ਜਿਹੜੀ ਸੇਵਾ ਭਾਵਨਾ ਕਰਕੇ ਆਪਣੀ ਪ੍ਰਜਾ ਦੀ ਦੇਖਭਾਲ ਕਰਦੇ ਨੇ। ਸੋ ਐਸਾ ਮਹਾਰਾਜ ਨੇ ਉਪਦੇਸ਼ ਦਿੱਤਾ। ਸੁਨ ਗੁਰ ਬਚਨ ਨਿਰਪਤ ਮਨ ਭਾਏ। ਸੋ ਇਹ ਬਚਨ ਜਿਹੜੇ ਸਤਿਗੁਰਾਂ ਦੇ ਉਹ ਰਾਜੇ ਨੂੰ ਬੜੇ ਚੰਗੇ ਲੱਗੇ, ਮਨ ਨੂੰ ਭਾਏ। ਜਸ ਭਾਖੇ ਤਸ ਬਹੁਰ ਕਮਾਏ। ਕਹਿਣਗੇ ਜਸ ਭਾਖੇ, ਜਿਸ ਤਰ੍ਹਾਂ ਸਤਿਗੁਰਾਂ ਨੇ ਕਿਹਾ ਰਾਜੇ ਨੇ ਉਹੀ ਕਮਾਇਆ। ਵਧਿਓ ਰਾਜ ਜੇਤੋ ਗੁਰ ਭਾਖਾ। ਦੇਖੋ ਉਹਦਾ ਰਾਜ ਫਿਰ ਬਹੁਤ ਵਧਿਆ। ਸੋ 22 ਧਾਰ ਦੇ ਰਾਜੇ ਉਹਦੇ ਥੱਲੇ ਆ ਗਏ, ਉਹਦਾ ਰਾਜ ਵੱਡਾ ਹੋ ਗਿਆ। ਤਕ ਦਿਵਸ ਸ੍ਰੀ ਗੁਰ ਤੇ ਰਾਖਾ। ਮਹਾਰਾਜ ਨੂੰ ਉੱਥੇ ਗਏ ਰਾਜੇ ਨੇ ਜੰਮੂ ਵਿੱਚ ਕੁਝ ਕੁ ਦਿਨ ਵਾਸਤੇ ਰੱਖਿਆ। ਧਰਮ ਦ੍ਰਿੜਾਏ ਦੀਨ ਉਪਦੇਸਾ। ਮਹਾਰਾਜ ਨੇ ਜਿਹੜਾ ਹੈ ਉਹਨੂੰ ਧਰਮ ਦ੍ਰਿੜ ਕਰਾਇਆ। ਮਹਾਰਾਜ ਨੇ ਉਹਨੂੰ ਧਰਮ 'ਚ ਪਰਪੱਕਤਾ ਦਿੱਤੀ। ਆਪ ਸਤਿਗੁਰਾਂ ਨੇ ਉੱਥੇ ਰਹਿ ਕੇ ਉਪਦੇਸ਼ ਦੇ ਕੇ ਰਾਜੇ ਨੂੰ ਨਾਲ ਰੱਖ ਕੇ ਉਹਦਾ ਧਰਮ ਪੱਕਾ ਕੀਤਾ। ਵਿਦਾ ਹੋਏ ਗਮਨੇ ਜਗਤੇਸਾ। ਮਹਾਰਾਜ ਫਿਰ ਉੱਥੋਂ ਵਿਦਾ ਹੋ ਕੇ ਮਹਾਰਾਜ ਜੀ ਜਗਤ ਏਸ਼ ਜਗਤੇ ਸਵਾਮੀ ਹੁਣ ਉੱਥੋਂ ਚੱਲੇ ਹਨ। ਇੱਕ ਗ੍ਰਾਮ ਬੰਜਾਰਨ ਕੇਰਾ। ਕਿ ਇੱਕ ਉੱਥੇ ਮਹਾਰਾਜ ਜੀ ਉੱਥੋਂ ਚੱਲ ਕਰਕੇ ਇੱਕ ਬੰਜਾਰਿਆਂ ਦਾ ਜਿਹੜਾ ਹੈ ਨਗਰ ਆਇਆ। ਸੋ ਇੱਕ ਗ੍ਰਾਮ ਸੀ, ਪਿੰਡ ਸੀ ਬੰਜਾਰਿਆਂ ਦਾ। ਵਣਜਾਰੇ ਹੁੰਦੇ ਨੇ ਜਿਹੜੇ ਕਿ ਇੱਕ ਥਾਂ ਤੋਂ ਦੂਜੇ ਥਾਂ ਜਾ ਕੇ ਵਪਾਰ ਕਰਨ ਵਾਲੇ ਹਨ। ਸੋ ਕਹਿੰਦੇ ਇਹ ਵਣਜਾਰਿਆਂ ਦਾ ਜਿਹੜਾ ਹੈ ਇਹ ਪਿੰਡ ਸੀਗਾ। ਤਹਾਂ ਆਏ ਨੇ ਸਕੀਨ ਬਸੇਰਾ। ਮਹਾਰਾਜ ਉਹ ਵਣਜਾਰਿਆਂ ਦੇ ਪਿੰਡ ਆ ਕੇ ਵਸੇਰਾ ਕੀਤਾ। ਤਿਨਕੇ ਵਿਖੇ ਹੁਤੋ ਜੋ ਨਾਇਕ। ਉਹਨਾਂ ਦਾ ਜੋ ਮੁਖੀ ਸੀ, ਜੋ ਸਵਾਮੀ ਸੀ, ਜਾਂ ਉਹਨਾਂ ਦਾ ਜਿਹੜਾ ਲੀਡਰ ਸੀ ਵਣਜਾਰਿਆਂ ਦਾ, ਸੁਤ ਜਨਮਿਓ ਤੇ ਘਰ ਸੁਖਦਾਇਕ। ਉਹਦੇ ਘਰ 'ਚ ਇੱਕ ਪੁੱਤਰ ਨੇ ਜਨਮ ਲਿਆ। ਜਿਸ ਦਿਨ ਸਤਿਗੁਰੂ ਜੀ ਉੱਥੇ ਪਹੁੰਚੇ ਉਸੇ ਦਿਨ ਉਹ ਜਿਹੜਾ ਬੰਜਾਰਿਆਂ ਦਾ ਲੀਡਰ ਸੀਗਾ ਉਹਦੇ ਘਰ ਵਿੱਚ ਇੱਕ ਪੁੱਤਰ ਨੇ ਜਨਮ ਲਿਆ। ਇਹ ਸੰਤਤ ਪੂਰਬ ਨ ਹੈ ਕੋਈ। ਉਹਦੇ ਘਰ 'ਚ ਅੱਗੇ ਕੋਈ ਸੰਤਾਨ ਨਹੀਂ ਸੀ। ਉਹਨੇ ਜਿਹੜੀ ਬੜੀ ਪੂਜਾ ਕੀਤੀ, ਬੜੇ ਪੀਰਾਂ ਫਕੀਰਾਂ ਨੂੰ ਮਨਾਇਆ, ਤਾਂ ਉਹਦੇ ਘਰ 'ਚ ਜਾ ਕੇ ਕੋਈ ਪੁੱਤਰ ਹੋਇਆ। ਤੇ ਉਹ ਪੁੱਤਰ ਜਿਹੜਾ ਹੋਇਆ ਸੀ ਇੱਕੋ ਇੱਕ ਪੁੱਤਰ ਸੀ ਉਸਦਾ। ਤਾਂ ਦਿਨ ਅਧਿਕ ਵਧਾਈ ਹੋਈ। ਤਾਂ ਕਿ ਲੋਕਾਂ ਨੇ ਬੜੀ ਉਹਨੂੰ ਵਧਾਈ ਦਿੱਤੀ। ਵਧਾਈ ਆ ਕੇ ਲੋਕ ਜਿਹੜਾ ਹਨ ਉਹਨੂੰ ਵਧਾਈਆਂ ਦਿੰਦੇ ਹਨ, ਕੰਗ੍ਰੈਚੁਲੇਟ ਕਰਦੇ ਹਨ ਕਿ ਤੈਨੂੰ ਵਧਾਈਆਂ ਹੈ ਜੀ, ਤੇਰੇ ਘਰ 'ਚ ਪੁੱਤਰ ਹੋਇਆ। ਬਹੁਤ ਲੋਕ, ਕਿਉਂਕਿ ਉਹ ਲੀਡਰ ਵੀ ਸੀਗਾ, ਸੋ ਸਤਿਕਾਰ ਉਹਦਾ ਕਰਦੇ ਸਨ ਲੋਕ। ਤੇ ਲੋਕਾਂ ਨੇ ਘਰ ਜਾ ਕੇ ਉਹਦੇ ਵਧਾਈਆਂ ਦਿੱਤੀਆਂ। ਆਨ ਮੁਬਾਰਕ ਮਾਨਵ ਦੇਵ ਹੈ। ਹਾਂ, ਲੋਕੀ ਆ ਕੇ ਵਧਾਈਆਂ ਦਿੰਦੇ ਹਨ। ਔਰ ਪ੍ਰਸੰਨਤਾ ਸਭ ਕੀ ਲੇਵ ਹੈ। ਕਹਿਣਗੇ ਔਰ ਪ੍ਰਸੰਨਤਾ, ਉਹ ਸਾਰਿਆਂ ਦੀ ਪ੍ਰਸੰਨਤਾ ਲੈਂਦਾ ਹੈ, ਬੜਾ ਖੁਸ਼ ਹੁੰਦਾ ਹੈ, ਬੜਾ ਫੁੱਲਿਆ ਪਿਆ ਅੱਜ ਵੀ ਮੈਨੂੰ ਵਧਾਈਆਂ ਮਿਲ ਰਹੀਆਂ, ਮੇਰੇ ਘਰ 'ਚ ਪੁੱਤਰ ਹੋ ਗਿਆ, ਬੜਾ ਖੁਸ਼ ਹੈ। ਮਿਲ ਕਰ ਦੇਤ ਅਸੀਸ ਵਿਸਾਲਾ। ਹਾਂ, ਕਹਿਣਗੇ ਮਿਲ ਕਰ ਦੇਤ, ਸਾਰੇ ਮਿਲ ਮਿਲ ਕੇ ਅਸੀਸਾਂ ਦਿੰਦੇ ਹੋ ਬੱਚੇ ਨੂੰ ਜਿਹੜਾ ਨਵਾਂ ਜੰਮਿਆ ਹੈ। ਡਾਰਤ ਅਲਤਾ ਬਹੁਰ ਗੁਲਾਲਾ। ਡਾਰਤ ਅਲਤਾ ਕਹਿੰਦੇ ਫਿਰ ਇਸ ਤਰ੍ਹਾਂ ਕਰਕੇ ਉਹ ਇੱਕ ਦੂਜੇ ਤੇ ਰੰਗ ਸੜਦੇ ਹਨ, ਜਿਵੇਂ
ਹੋਲੀ ਤੇ ਸੜਦੇ ਹੁੰਦੇ ਨੇ। ਖੁਸ਼ੀ 'ਚ ਆ ਕੇ ਸਾਰੇ ਇੱਕ ਦੂਜੇ ਤੇ ਰੰਗ ਸੁੱਟਣ ਲੱਗੇ ਜੀ। ਤੇ ਉਪਬਨ ਮੈਂ ਸ੍ਰੀ ਗੁਰ ਆਏ। ਕਹਿਣ ਲੱਗੇ ਉਹੀ ਜਿਹੜਾ ਹਨ ਉਪਬਨ ਇੱਕ ਔਚੜ ਦੇ ਨੇੜੇ ਆ ਕੇ ਗੁਰੂ ਨਾਨਕ ਸਾਹਿਬ ਜੀ ਬੈਠ ਗਏ ਭਾਈ ਬਾਲਾ ਤੇ ਭਾਈ ਮਰਦਾਨੇ ਦੇ ਨਾਲ। ਬੈਠੇ ਜਹ ਬਹੁ ਭਨਤ ਵਧਾਏ। ਕਹਿਣ ਲੱਗੇ ਉੱਥੇ ਬੈਠੇ ਹਨ ਜਿੱਥੇ ਲੋਕ ਤੁਰ ਕੇ ਜਾਂਦੇ ਹਨ, ਉੱਥੇ ਉਹਦੇ ਘਰ ਵਧਾਈਆਂ ਦੇਣ ਵਾਸਤੇ ਉੱਥੋਂ ਆਉਂਦੇ ਹਨ ਵਧਾਈਆਂ ਦੇ ਕੇ। ਸੋ ਲੋਕਾਂ ਦੀ ਆਵਾਜਾਈ ਉੱਥੇ ਦਿਖਾਈ ਦੇ ਰਹੀ ਹੈ। ਕਰਤ ਬਿਲਾਸ ਸੰਜ ਪੀ ਗਵਨੇ। ਕਹਿਣ ਲੱਗੇ ਸ਼ਾਮ ਹੋ ਗਈ, ਸ਼ਾਮ ਤੱਕ, ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਦੇ ਸਤਿਗੁਰੂ ਜੀ ਬੈਠੇ ਮਹਾਰਾਜ ਦੇਖੀ ਜਾਂਦੇ ਨੇ ਵੀ ਕਿੰਨੇ ਲੋਕ ਵਧਾਈਆਂ ਦੇਣ ਜਾਂਦੇ, ਕਿੰਨੇ ਵਧਾਈਆਂ ਦੇ ਕੇ ਆ ਰਹੇ। ਕੰਟੀਨਿਊਅਸ ਫਲੋ ਹੋ ਰਿਹਾ ਜੀ ਲੋਕਾਂ ਦਾ। ਪ੍ਰਾਪਤ ਹੋਤ ਭਏ ਨਿਜ ਭਵਨੇ। ਹਾਂ ਕਹਿਣਗੇ ਪ੍ਰਾਪਤ ਹੋਤ। ਫਿਰ ਜਿਹੜਾ ਕੀ ਹੋਇਆ, ਸ਼ਾਮਾਂ ਨੂੰ ਜਿਹੜਾ ਰਾਤ ਪੈਣ ਲੱਗੀ ਤਾਂ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ, ਲੋਕ ਹਟ ਗਏ ਜੀ ਤੇ ਆਉਣ ਜਾਣ ਵਾਸਤੇ। ਨਹਿ ਸੁਧ ਸ੍ਰੀ ਨਾਨਕ ਕੀ ਲੀਨੀ। ਕਿਸੇ ਨੇ ਵੀ ਗੁਰੂ ਨਾਨਕ ਸਾਹਿਬ ਵੱਲ ਦੇਖਿਆ, ਦੇਖ ਕੇ ਵੀ ਦੇਖ ਵੀ ਲਿਆ, ਪਰਵਾਹ ਨਹੀਂ ਕੀਤੀ। ਵੀ ਬੈਠੇ ਹਨ ਸੰਤ ਲੋਕ, ਵੀ ਕੁਝ ਪੁੱਛੇ ਲਈਏ, ਤੁਸੀਂ ਕੁਝ ਖਾਓਗੇ ਪੀਓਗੇ ਜਾਂ ਕੋਈ ਸੇਵਾ ਕਰ ਲਈਏ ਜਾਂ ਪੁੱਛ ਲਈਏ ਤੁਹਾਨੂੰ ਆਪਣੇ ਘਰ ਲੈ ਜਾਈਏ, ਕੁਝ ਨਹੀਂ ਕਿਸੇ ਨੇ ਪੁੱਛਿਆ। ਦੇ ਜਸਟ ਇਗਨੋਰਡ, ਦੇਖ ਕੇ ਵੀ ਇਗਨੋਰ ਕਰਦੇ ਰਹੇ, ਉਹਨਾਂ ਨੇ ਪਰਵਾਹ ਹੀ ਨਹੀਂ ਕੀਤੀ। ਮਿਲ ਕਰ ਕਿਸੇ ਨਾ ਬੰਧਨ ਕੀਨੀ। ਕਿਸੇ ਨੇ ਆ ਕੇ ਬੰਦਨਾ ਵੀ ਨਹੀਂ ਕੀਤੀ, ਮੱਥਾ ਵੀ ਨਹੀਂ ਟੇਕਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ। ਹਰਖ ਭਰੇ ਗਰਬਤ ਸੋ ਗਵਨੇ। ਦੇਖੋ ਇਹ ਹੰਕਾਰੀ ਲੋਕ ਸਨ ਜੋ ਬੜੇ ਖੁਸ਼ੀ ਵਿੱਚ ਤੇ ਬੜੇ ਹੰਕਾਰੇ ਸਨ, ਹੰਕਾਰ ਵਿੱਚ ਬੜੇ ਤੁਰੇ ਫਿਰਦੇ ਸਨ, ਛਾਤੀਆਂ ਤਾਣ ਕੇ। ਨਹਿ ਸਨਮਾਨ ਹੈ ਲਖ ਗੁਣ ਭਵਨੇ। ਦੇਖੋ ਗੁਣਾ ਦਾ ਘਰ ਹੈ ਗੁਰੂ ਨਾਨਕ ਸਾਹਿਬ ਜੀ। ਮਹਾਰਾਜ ਨੂੰ ਇੱਕ ਨੇ ਵੀ ਆ ਕੇ ਨਮਸਕਾਰ ਨਹੀਂ ਕੀਤੀ, ਇੱਕ ਨੇ ਵੀ ਨਹੀਂ ਆ ਕੇ ਬੁਲਾਇਆ ਜਾਂ ਦੇਖਿਆ ਚੰਗੀ ਤਰ੍ਹਾਂ। ਕਿਤਕ ਕਾਲ ਪਿੱਛੇ ਮਰਦਾਨੇ। ਕਹਿੰਦੇ ਕੁਝ ਜੋ ਹਨੇਰਾ ਜਾ ਹੋ ਗਿਆ ਉਸ ਵੇਲੇ ਭਾਈ ਮਰਦਾਨੇ ਨੇ ਸ੍ਰੀ ਗੁਰ ਸੋ ਅਸ ਬਚਨ ਬਖਾਨੇ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭਾਈ ਮਰਦਾਨੇ ਨੇ ਇਹ ਪੁੱਛਿਆ, ਖੁਸ਼ੀ ਭਰੇ ਗਰਬਤ ਮਨ ਮੂਡੇ। ਮਹਾਰਾਜ ਦੇਖੋ ਕਿੱਡੇ ਹੰਕਾਰੀ ਨੇ, ਖੁਸ਼ੀਆਂ ਜਿਹੜੀਆਂ ਖੁਸ਼ੀਆਂ ਦਾ ਸਮਾਂ ਮਨਾ ਰਹੇ ਨੇ ਤੇ ਕਿੰਨੇ ਹੰਕਾਰੇ ਫਿਰਦੇ ਨੇ ਸਾਰੇ ਲੋਕ। ਕਹਿੰਦੇ ਇੱਕ ਦੋ ਨਹੀਂ, ਇਹ ਸਾਰਾ ਪਿੰਡ ਹੀ ਹੰਕਾਰੀਆਂ ਦਾ ਹੈ। ਸੁਤ ਜਨਮੇ ਬਹੁ ਮੋਹ ਅਰੂਡੇ। ਦੇਖੋ ਕਿੰਨਾ ਮੋਹ ਇਹਨਾਂ ਨੂੰ, ਮੋਹ ਵਿੱਚ ਫਸੇ ਹੋਏ ਨੇ ਕਿ ਇੱਕ ਪੁੱਤਰ ਜੰਮਿਆ ਤੇ ਇਹਨਾਂ ਨੂੰ ਇਹ ਹੰਕਾਰੇ ਫਿਰਦੇ ਨੇ ਸਾਰੇ। ਇੱਕ ਪੁੱਤਰ ਜੰਮਿਆ, ਸਾਰਾ ਪਿੰਡ ਹੰਕਾਰੀਆਂ ਦਾ ਤੁਰਿਆ ਫਿਰਦਾ ਹੈ। ਤੁਮਰੋ ਕਛ ਸਨਮਾਨ ਨਾ ਕੀਨਾ। ਮਹਾਰਾਜ ਤੁਹਾਡਾ ਪੂਰਾ ਸਤਿਕਾਰ ਨਹੀਂ ਕੀਤਾ। ਮਹਾਰਾਜ ਆ ਕੇ ਪੁੱਛਿਆ ਵੀ ਨਹੀਂ। ਜੇ ਅਗਰ ਜਿਹੜਾ ਹੈ ਪੁੱਛਣ ਦਾ ਤਾਂ ਫਰਜ਼ ਬਣਦਾ ਹੈ ਨਾ ਵੀ ਤੁਸੀਂ ਬਾਹਰੋਂ ਆਏ, ਦੱਸੋ ਕੋਈ ਲੋੜ ਹੈ। ਕਹਿੰਦੇ ਪੁੱਛਿਆ ਤੱਕ ਵੀ ਨਹੀਂ, ਇੱਕ ਇਨਸਾਨ ਦੀ ਤਰ੍ਹਾਂ ਵੀ ਨਹੀਂ ਟ੍ਰੀਟ ਕੀਤਾ। ਭੇਟ ਨਾ ਦੀਨ ਅਤੀਤ ਨਾ ਚੀਨਾ। ਦੇਖੋ ਨਾ ਭੇਟ ਵੀ ਨਹੀਂ ਦਿੱਤੀ ਤੇ ਨਾ ਅਤੀਤ ਵੀ ਨਹੀਂ ਜਾਣਿਆ। ਇਹ ਵੀ ਨਹੀਂ ਜਾਣਿਆ ਕੋਈ ਵਿਜ਼ਿਟਰ ਆਇਆ ਹੈ ਵੀ ਚਲੋ ਪੁੱਛੇ ਲਈਏ, ਉਹ ਵੀ ਨਹੀਂ ਪਰਵਾਹ ਕੀਤੀ ਉਹਨਾਂ ਨੇ। ਕਰ ਹੈ ਪਰਸ ਪਰ ਅਧਿਕ ਵਧਾਈ। ਹਾਂ ਕਹਿੰਦੇ ਇੱਕ ਦੂਜੇ ਨੂੰ ਬਸ ਵਧਾਈਆਂ ਦੇਣ ਤੇ ਹੋਏ ਨੇ, ਵਧਾਈਆਂ ਦੇਈ ਜਾਂਦੇ, ਵਧਾਈਆਂ ਦੇਈ ਜਾਂਦੇ, ਪਤਾ ਨਹੀਂ ਕਰਦੇ ਕੀ ਹੈ। ਬਾਕੀ ਸਭ ਕੁਝ ਭੁੱਲ ਕੇ, ਕੋਈ ਸੇਵਾ ਭਾਵਨਾ ਨਹੀਂ ਇਹਨਾਂ ਦੇ ਵਿੱਚ। ਇਹ ਮਤਮੰਦ ਰਹੇ ਗਰਬਾਈ। ਕਹਿੰਦੇ ਇਹ ਮਤਮੰਦ ਨੇ ਕਿ ਇਹ ਜਿਹੜੇ ਹਨ ਹੰਕਾਰੀ ਹਨ ਸਾਰੇ। ਗੁਰੂ ਕਹੈ ਇਹ ਬਾਲ ਜੋ ਆਇਓ। ਸੋ ਮਹਾਰਾਜ ਨੇ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਕਹਿੰਦੇ ਜੋ ਇਹ ਬਾਲਕ ਨੇ ਜਨਮ ਲਿਆ ਹੈ ਨਾ, ਜਿਹਦੀਆਂ ਵਧਾਈਆਂ ਇੱਕ ਦੂਜੇ ਨੂੰ ਦੇ ਰਹੇ ਹਨ ਨਾ, ਜਿਹੜੇ ਇਹਦੇ ਮੁਖੀ ਦੇ ਘਰ ਵਿੱਚ ਜਿਹੜਾ ਬੱਚਾ ਜੰਮਿਆ ਹੈ, ਕਹਿੰਦੇ ਇਹ ਬਾਲ ਜਿਹੜਾ ਹੈ, ਜਿਹੜਾ ਜੰਮਿਆ ਹੈ, ਸੋ ਆਪਣਾ ਰਿਣ ਲੈਣੇ ਆਇਓ। ਇਹ ਪਤਾ ਹੀ ਨਹੀਂ ਜਨਮ ਕਿਉਂ ਲਿਆ ਇਹ ਬੱਚੇ ਨੇ, ਇਹ ਆਪਣਾ ਕਰਜ਼ਾ ਲੈਣ ਵਾਸਤੇ ਆਇਆ ਹੈ। ਇਹਨਾਂ ਨੇ, ਇਹਦਾ ਪਿਓ ਜਿਹੜਾ ਸੀਗਾ ਇਹ ਬੱਚੇ ਦਾ, ਇਹਨੇ ਕੁਝ ਕਰਜ਼ਾ ਦੇਣਾ ਸੀਗਾ ਤੇ ਇਹ ਬੱਚਾ ਜੰਮਿਆ ਆਪਣਾ ਕਰਜ਼ਾ ਪੂਰਾ ਕਰਨ ਵਾਸਤੇ, ਉਹਦਾ ਜਿਹੜਾ ਦੇਣਾ ਲੈਣਾ ਜਿਹੜਾ ਸੀਗਾ ਉਹ ਪੂਰਾ ਕਰਨ ਵਾਸਤੇ ਆਇਆ ਹੈ। ਪੂਰਬ ਜਨਮ ਜਿਤੋ ਇਸ ਪਾਹੀ। ਕਹਿਣ ਲੱਗੇ ਪੂਰਬ ਜਨਮ ਦੇ ਵਿੱਚ ਜਿਹੜਾ ਕੋਈ ਬਾਕੀ ਰਹਿੰਦਾ ਸੀ ਨਾ ਉਹਦਾ ਦੇਣ ਵਾਲਾ, ਇਹਦੇ ਪਿਓ ਦਾ ਇਹਨੂੰ ਦੇਣ ਵਾਲਾ, ਕਿ ਉਹਨੇ ਨਹੀਂ ਦਿੱਤਾ, ਇਸ ਕਰਕੇ ਇਹ ਹੁਣ ਜਨਮ ਲੈ ਕੇ ਉਹਦੇ ਘਰ ਵਿੱਚ ਆਇਆ ਲੈਣ ਵਾਸਤੇ। ਸੋਲੇ ਭੋਰ ਹੋਤ ਮਰ ਜਾਹੀ। ਕਹਿਣ ਲੱਗੇ ਇਹਨੇ ਲੈ ਲੈਣਾ ਹੈ, ਹੁਣ ਇਹਦੇ ਘਰ ਵਿੱਚ ਇਹ ਆਇਆ, ਇਹਨੂੰ ਜਿਹੜਾ ਹੈ ਜੋ ਕੁਝ ਇਹਨੇ ਲੈਣਾ ਇਹਨੇ ਲੈ ਲੈਣਾ ਹੈ ਤੇ ਬੱਚੇ ਨੇ ਸਵੇਰੇ ਹੁੰਦਿਆਂ ਮਰ ਜਾਣਾ। ਦ ਬੇਬੀ ਵਿਲ ਡਾਈ। ਮਹਾਰਾਜ ਨੇ ਉਹਦਾ ਫਿਊਚਰ ਦੱਸ ਦਿੱਤਾ ਵੀ ਸਵੇਰੇ ਹੁੰਦਿਆਂ ਸਾਰ ਇਹਨੇ ਮਰ ਜਾਣਾ ਬੱਚੇ ਨੇ, ਕਿਉਂਕਿ ਜਿੰਨਾ ਕਿ ਇਹਨੇ ਲੈਣਾ ਇੱਕ ਰਾਤ ਵਿੱਚ ਲੈ ਕੇ ਇਹਨੇ ਚਲਿਆ ਜਾਣਾ। ਇਹ ਲੈਣੇ ਆਇਆ ਸੀ। ਇਸ ਕੋ ਦੈ ਹੈ ਸੰਕਟ ਭਾਰਾ। ਹਾਂ ਕਹਿਣ ਲੱਗੇ ਇਸ ਕਰਕੇ ਜਿਹੜਾ ਹੈ ਜਦੋਂ ਇਹ ਮਰੇਗਾ ਇਹ ਬੜਾ ਦੁੱਖ ਦੇ ਕੇ ਜਾਏਗਾ। ਮੋਹ ਕਰਕੇ ਜਿਨ੍ਹਾਂ ਦੇ ਘਰ 'ਚ ਬੱਚਾ ਹੋਇਆ ਕਿੰਨੇ ਚਿਰਾਂ ਬਾਅਦ ਹੋਇਆ, ਉਹ ਤਾਂ ਰੋ ਪਿੱਟਣਗੇ, ਉਹਨਾਂ ਨੂੰ ਦੁੱਖ ਦੇ ਕੇ ਇਹ ਜਾਏਗਾ। ਰੋਦਨ ਕਰ ਹੈ ਕਹਿ ਬਾਲ ਹਮਾਰਾ। ਇਹ ਕਿਉਂ ਇਹ ਰੋਣਗੇ, ਕਿਉਂ ਰੋਣਗੇ? ਇਹ ਕਹਿਣਗੇ ਬੱਚਾ ਮੇਰਾ ਹੈ। ਇਹਨਾਂ ਨੇ ਇਹ ਨਹੀਂ ਜਾਣਨਾ ਵੀ ਇਹ ਪਰਮਾਤਮਾ ਦਾ ਹੈ, ਪਰਮਾਤਮਾ ਨੇ ਦਿੱਤਾ, ਪਰਮਾਤਮਾ ਨੇ ਲੈ ਲਿਆ, ਦੇ ਹੈ ਲੈ ਹੈ, ਉਹ ਮਹਾਰਾਜ ਜੀ ਦੇਣ ਵਾਲੇ ਤੇ ਲੈਣ ਵਾਲੇ ਨੇ। ਕਹਿੰਦੇ ਇਹਨਾਂ ਨੇ ਇਹ ਨਹੀਂ ਜਾਣਿਆ,
ਇਹ ਰੋਣਗੇ ਕਿ ਉਹ ਬੱਚਾ ਮੇਰਾ ਹੈ, ਮੇਰਾ ਬੱਚਾ ਮਰਿਆ, ਇਸ ਕਰਕੇ ਰੋਂਦੇ ਪਿੱਟਣਗੇ ਬਾਅਦ ਵਿੱਚ ਸਵੇਰੇ। ਮੋਹ ਫਾਸ ਮੈਂ ਫਸ ਕਰ ਆਪਾ। ਦੇਖੋ ਕਹਿੰਦੇ ਇਹਨਾਂ ਦਾ ਇਹ ਮੋਹ ਵਿੱਚ ਫਸੇ ਹੋਏ, ਆਪਣੀ ਹਉਮੈ ਦੇ ਕਰਕੇ ਇਹ ਮੋਹ ਵਿੱਚ ਫਸੇ ਹੋਏ ਨੇ। ਇਹ ਇਹਨਾਂ ਦਾ ਜਿਹੜਾ ਹੈ ਇਹ ਹਉਮੈ ਕਰਕੇ ਇਹਨਾਂ ਦੇ ਵਿੱਚ ਮੋਹ ਹੈ, ਤੇ ਮੋਹ ਵਿੱਚ ਇਹ ਜਿਹੜਾ ਹੈ ਬੱਚੇ ਨੂੰ ਆਪਣਾ ਬਣਾ ਲਿਆ ਇਹਨਾਂ ਨੇ, ਤੇ ਇਹ ਨਹੀਂ ਜਾਣਿਆ ਵੀ ਪਰਮਾਤਮਾ ਦੀ ਦਾਤ ਹੈ। ਮਿਲ ਕਰ ਕਰਹਿ ਬਿਲਾਪ ਕਲਾਪਾ। ਫੇਰ ਦੇਖੀ ਕਹਿੰਦੇ ਮਰਦਾਨੀਆਂ ਸਵੇਰੇ ਇਹੀ ਬੰਦੇ ਜਿਹੜੇ ਵਧਾਈਆਂ ਦੇਣ ਜਾਂਦੇ ਨਾ, ਇਹ ਉੱਥੇ ਜਾ ਕੇ ਰੋਣੇ ਪਿੱਟਣਗੇ ਸਾਰੇ ਜਾ ਕੇ, ਫਿਰ ਉਦੋਂ ਜਿਹੜਾ ਹਨ ਮਹਿਸੂਸ ਕਰਨਗੇ। ਇਸ ਬਿਦ ਕਹਿ ਕਰ ਕਹਿ ਅਨੁਰਾਗਾ। ਸੋ ਗੁਰੂ ਮਹਾਰਾਜ ਨੇ ਐਸਾ ਜਿਹੜਾ ਹੈ ਮਹਾਰਾਜ ਨੇ ਕਿਹਾ, ਜਿਹੜਾ ਹੈ ਕਹਿ ਕਰਕੇ ਜਿਹੜਾ ਹੈ ਅਨੁਰਾਗਾ ਪ੍ਰੇਮੀ ਹੋਏ, ਜਿਹੜਾ ਆਪਣਾ ਪ੍ਰੇਮੀ ਜਾਣ ਕੇ ਭਾਈ ਮਰਦਾਨੇ ਨੂੰ ਇਹ ਸਾਰੀ ਗੱਲ ਦੱਸ ਦਿੱਤੀ ਫਿਊਚਰ ਵਾਲੀ। ਉਚਰਿਓ ਸ਼ਬਦ ਗਾਏ ਮੁਖ ਰਾਗਾ। ਤੇ ਉਸ ਵੇਲੇ ਭਾਈ ਮਰਦਾਨੇ ਨੂੰ ਆਪਣਾ ਪਿਆਰਾ ਜਾਣ ਕੇ ਮਹਾਰਾਜ ਕਹਿੰਦੇ ਆਪਣੇ ਮੁਖ ਤੋਂ ਹੁਣ ਸ਼ਬਦ ਪੜ, ਬਾਣੀ ਆਈ ਹੈ। ਮਰਦਾਨੇ ਤਬ ਆਏ ਸਪਾਈ। ਭਾਈ ਮਰਦਾਨੇ ਨੇ ਉਸ ਵੇਲੇ ਆਪਣਾ ਰਬਾਬ ਸੰਭਾਲਿਆ, ਆਗਿਆ ਭਾਈ ਸਤਿਗੁਰਾਂ ਦੀ ਮੰਨੀ, ਤੇ ਰਬਾਬ ਸੁਰ ਤਾਰ ਬਜਾਈ। ਤੇ ਲੈ ਕੇ ਰਬਾਬ ਨੂੰ ਸੁਰ ਤਾਰ ਜਿਹੜੀ ਹਨ ਠੀਕ ਕਰਕੇ ਭਾਈ ਮਰਦਾਨਾ ਲੱਗਿਆ ਕੀਰਤਨ ਕਰਨ। ਸੋ ਇਹ ਸ਼ਬਦ ਹੈ, ਆਪਾਂ ਸੰਖੇਪ ਤੌਰ ਤੇ ਇੱਕ ਇੱਕ ਲਾਈਨ ਦੇ ਆਪਾਂ ਅਰਥ ਕਰਕੇ ਫਿਰ ਆਪਾਂ ਚੱਲਾਂਗੇ, ਬਹੁਤ ਸਿੰਪਲ ਅਰਥ ਰੱਖਾਂਗੇ। ਸ੍ਰੀ ਮੁਖਵਾਕ ਸ੍ਰੀ ਰਾਗ ਮਹੱਲਾ ਪਹਿਲਾ। ਪਹਿਰੇ ਘਰ ਪਹਿਲਾ। ਪਹਿਲੇ ਪਹਿਰੇ ਰੈਣ ਕੈ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਭਾਸ। ਸੋ ਇਹ ਸ਼ਬਦ ਜਿਹੜਾ ਹੈ ਇਹ ਅੰਗ 74 ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ। ਸੋ ਇੱਥੇ ਸ੍ਰੀ ਰਾਗ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ, ਤੇ ਇਹ ਬਾਣੀ ਦਾ ਨਾਮ ਪਹਿਰੇ ਦੀ ਬਾਣੀ ਹੈ। ਸੋ ਸਤਿਗੁਰੂ ਜੀ ਨੇ ਪਹਿਲੇ ਘਰ ਵਿੱਚ ਉਚਾਰਨ ਕੀਤੀ, ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ। ਹੇ ਵਣਜਾਰਿਆ ਮਿੱਤਰਾ, ਰਾਤ ਦਾ ਪਹਿਲਾ ਪਹਿਰ, ਹੁਣ ਰਾਤ ਦੇ 4 ਪਹਿਰ ਹੁੰਦੇ ਨੇ। ਸੋ 4 ਪਹਿਰ ਹੁੰਦੇ ਨੇ, 1 ਪਹਿਰ ਇਕੁਅਲਸ ਟੂ 3 ਆਵਰਸ। ਸੋ 4 ਪਹਿਰ 12 ਆਵਰਸ। ਸੋ ਰਾਤ ਦੇ 4 ਪਹਿਰ ਹੁੰਦੇ ਨੇ। ਸੋ ਕਹਿੰਦੇ ਪਹਿਲੇ ਪਹਿਰੇ, ਹੇ ਵਣਜਾਰਿਆ ਮਿੱਤਰਾ, ਕਹਿੰਦੇ ਜਿਹੜਾ ਪਹਿਲੇ ਪਹਿਰੇ ਰਹਿਣ ਕੇ ਮਹਾਰਾਜ ਨੇ ਰਾਤ ਦੇ ਦੱਸੇ ਨੇ। ਕਹਿੰਦੇ ਹੇ ਵਣਜਾਰਿਆ, ਵਣਜਾਰਾ ਕੀ ਆ? ਜਿਹੜਾ ਇੱਕ ਥਾਂ ਤੇ ਆ ਕੇ ਬਿਜ਼ਨਸ ਕਰਕੇ ਦੂਜੇ ਥਾਂ ਤੇ ਚਲਿਆ ਜਾਂਦਾ। ਕਹਿੰਦੇ ਇਹ ਜੀਵੀ ਵਣਜਾਰਾ ਹੈ, ਇਹ ਆਪਣੇ ਪ੍ਰਾਲਬੱਧ ਕਰਮਾਂ ਨੂੰ ਲੈ ਕੇ ਆਇਆ ਤੇ ਇੱਥੇ ਆ ਕੇ ਕੁਝ ਖੱਟਿਆ ਕੁਝ ਗਵਾਇਆ, ਫਿਰ ਮਰ ਕੇ ਅਗਲੀ ਜੂਨ ਵਿੱਚ ਚਲਿਆ ਗਿਆ। ਇਸ ਕਰਕੇ ਇਹ ਵਣਜਾਰਾ ਹੈ, ਇਹ ਆਪਣੇ ਚੰਗੇ ਕਰਮ ਲੈ ਕੇ ਇੱਥੇ ਕੈਸ਼ ਆਊਟ ਕਰਦਾ ਹੈ ਤੇ ਆਪਣੇ ਜਿਹੜੇ ਮਾੜੇ ਕਰਮ ਨੇ ਉਹਦਾ ਦੁੱਖ ਭੋਗ ਕੇ ਜਾਂਦਾ ਹੈ। ਇਸ ਕਰਕੇ ਇਹ ਵਣਜਾਰਾ ਹੈ। ਤੇ ਮਹਾਰਾਜ ਜੀ ਕਹਿੰਦੇ ਹਨ, ਹੁਕਮ ਭਇਆ ਗਰਭਾਸ। ਕਹਿਣਗੇ ਜਦੋਂ ਹੁਕਮ ਹੋਇਆ ਜਿਹੜਾ ਹੈ ਇੱਥੇ ਆ ਕੇ ਜਨਮ ਲੈਣ ਦਾ, ਤਾਂ ਫਿਰ ਇਹ ਗਰਭ ਵਿੱਚ ਜਾਂਦਾ ਹੈ। ਇਹਦਾ ਜਿਹੜਾ ਹੈ ਇਹਦਾ ਸਟੋਰੀ ਕਿੱਥੋਂ ਸ਼ੁਰੂ ਹੁੰਦੀ ਆ ਲਾਈਫ ਦੀ, ਇਹ ਗਰਭ ਵਿੱਚ ਜਾਂਦਾ ਹੈ, ਇਹ ਜਿਹੜੀ ਮਾਂ ਦੀ ਕੁੱਖ ਵਿੱਚ ਜਾਂਦਾ ਹੈ। ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ। ਕਹਿਣਗੇ ਹੇ ਵਣਜਾਰਿਆ ਮਿੱਤਰਾ, ਉਸ ਵੇਲੇ ਇਹ ਪੁੱਠਾ ਹੁੰਦਾ, ਇਹਦਾ ਸਿਰ ਥੱਲੇ ਨੂੰ ਤੇ ਇਹਦੀਆਂ ਲੱਤਾਂ ਉੱਤੇ ਨੂੰ ਹੁੰਦੀਆਂ ਹਨ, ਤੇ ਜਿਹੜਾ ਹੈ ਉਸ ਵੇਲੇ ਇਹ ਪੁੱਠਾ ਹੋ ਕੇ ਪਰਮਾਤਮਾ ਦੀ ਭਗਤੀ ਕਰਦਾ ਅੰਦਰ ਮਾਂ ਦੀ ਕੁੱਖ ਦੇ ਵਿੱਚ। ਖਸਮ ਸੇਤੀ ਅਰਦਾਸ। ਤੇ ਉਸ ਵੇਲੇ ਅਰਦਾਸਾਂ ਵੀ ਕਰਦਾ ਹੈ, ਪਰਮਾਤਮਾ ਮੈਨੂੰ ਬਚਾ ਲਾ ਤੂੰ ਇੱਥੋਂ, ਮੈਂ ਬਹੁਤ ਭੈੜੇ ਥਾਂ ਤੇ ਬੈਠਾ ਹਾਂ, ਬੜੀ ਗਰਮੀ ਵੀ ਹੈ, ਮਿੱਠਾ ਜਿਹੜਾ ਹੈ ਬਿਲਕੁਲ ਬੰਦ, ਹਨੇਰਾ ਹੈ, ਕੁਝ ਦਿਖਾਈ ਨਹੀਂ ਦਿੰਦਾ, ਕਿ ਮਹਾਰਾਜ ਮੈਨੂੰ ਕਿਰਪਾ ਕਰਕੇ ਇੱਥੋਂ ਬਚਾ ਲਾ। ਕਿਉਂਕਿ ਜਦੋਂ ਬੱਚਾ ਮਾਂ ਦੀ ਕੁੱਖ ਵਿੱਚ ਹੁੰਦਾ, ਉਹਨੂੰ 101 ਜਨਮਾਂ ਦਾ ਗਿਆਨ ਹੁੰਦਾ, ਇਸ ਕਰਕੇ ਉਹਨੂੰ ਪਤਾ ਹੁੰਦਾ ਵੀ ਮੈਂ ਅੱਖਾਂ ਨਾਲ ਦੇਖ ਸਕਦਾ, ਕੰਨਾਂ ਨਾਲ ਸੁਣ, ਉਹਨੂੰ ਇਹ ਗਿਆਨ ਹੁੰਦਾ ਹੈ। ਉਹਨੂੰ ਪਤਾ ਹੁੰਦਾ ਵੀ ਇੰਦਰੀਆਂ ਦਾ ਸਵਾਦ ਉਹਨੂੰ ਆਉਂਦਾ, ਪਤਾ ਹੁੰਦਾ। ਇਸ ਕਰਕੇ ਉਹ ਅਰਦਾਸ ਕਰਦਾ, ਮਹਾਰਾਜ ਇੱਥੋਂ ਕੱਢ ਲਓ, ਮੈਨੂੰ ਬਚਾ ਲਓ ਹੁਣ। ਖਸਮ ਸੇਤੀ ਅਰਦਾਸ ਵਖਾਣਾ। ਦੇਖੋ ਆਪਣੇ ਖਸਮ ਪਰਮਾਤਮਾ ਨੂੰ ਆਪਣਾ ਖਸਮ ਮਾਲਕ ਜਾਣ ਕੇ ਉਹਦੇ ਅੱਗੇ ਅਰਦਾਸ ਕਰਦਾ ਹੈ। ਉਰਦ ਧਿਆਨ ਲਿਵ ਲਾਗਾ। ਕਹਿਣਗੇ ਪੁੱਠਾ ਹੋ ਕੇ ਉਹ ਧਿਆਨ ਆਪਣਾ ਪਰਮੇਸ਼ਰ ਵਿੱਚ ਲਾ ਕੇ ਰੱਖਦਾ ਹੈ, ਲਿਵ ਜੋੜ ਕੇ ਰੱਖਦਾ ਹੈ। ਨਾ ਮਰਜਾਦ ਆਇਆ ਕਲ ਭੀਤਰ। ਕਹਿਣ ਲਗੇ ਨਾ ਮਰਜਾਦ ਆਇਆ ਕਲ ਭੀਤਰ। ਕਹਿੰਦੇ ਫੇਰ ਕਹਿੰਦੇ ਕੀ ਹੁੰਦਾ ਹੈ? ਨਾ ਮਰਜਾਦ ਮਤਲਬ ਕਿ ਨੰਗਾ ਆਇਆ, ਜਿਹੜਾ ਮਰਿਆਦਾ ਨਹੀਂ, ਮਤਲਬ ਸੰਸਾਰ ਦੀ ਮਰਿਆਦਾ ਤਾਂ ਕੱਪੜੇ ਪਾਉਣ ਦੀ ਹੈ, ਇਹ ਨਾ ਮਰਿਆਦ ਵਿਚਾਰਾ ਆਇਆ ਵੀ ਨੰਗਾ। ਸੋ ਨੰਗਾ ਹੋ ਕੇ ਨੇ ਜਨਮ ਲਿਆ ਇਹ ਕਲਯੁਗ ਇੱਕ ਸਮੇਂ ਦੇ ਵਿੱਚ। ਬਾਹੁੜ ਜਾਸੀ ਨਾਗਾ। ਤੇ ਫਿਰ ਜਦੋਂ ਮਰ ਕੇ ਜਾਂਦਾ ਹੈ ਨਾ ਬੰਦਾ, ਉਦੋਂ ਵੀ ਤਾਂ ਨੰਗਾ ਹੀ ਜਾਂਦਾ, ਉਦੋਂ ਕਿਹੜੇ ਕੱਪੜੇ ਪਾ ਕੇ ਜਾਂਦਾ ਹੈ? ਜੈਸੀ ਕਲਮ ਵੁੜੀ ਹੈ ਮਸਤਕ। ਦੇਖੋ ਜੈਸੀ ਪਰਮਾਤਮਾ ਨੇ ਜਿਹੜਾ ਹੈ ਇਸ ਦੇ ਮੱਥੇ ਤੇ ਕਲਮ ਚਲਾ ਦਿੱਤੀ ਹੈ ਪ੍ਰਾਲਬੱਧ ਕਰਮਾਂ ਦੀ, ਤੈਸੀ ਜੀੜੇ ਪਾਸ। ਫਿਰ ਤੈਸਾ ਹੀ ਇਹਦੇ ਕੋਲ ਉਨੇ ਕੇ ਕਰਮ ਹੁੰਦੇ ਨੇ ਇੱਥੇ ਭੁਗਤਣ ਵਾਸਤੇ। ਇਹ ਉਨੇ ਕੁ ਥਾਂ ਵਿੱਚ ਉਨੇ ਕੁ ਕਰਮ ਲੈ ਕੇ ਆਉਂਦਾ ਤੇ ਉਨੇ ਕੁ ਕਰਮ ਇਹ ਭੁਗਤਦਾ ਹੈ। ਜਿੰਨਾ ਪਰਮਾਤਮਾ ਨੇ ਸੁੱਖ ਲਿਖ ਦਿੱਤਾ ਉਹਨਾਂ ਇਹਨੇ ਸੁੱਖ ਪਾ ਲਿਆ, ਜਿੰਨਾ ਦੁੱਖ ਲਿਖ ਦਿੱਤਾ ਉਹਨਾਂ ਦੁੱਖ ਪਾ ਲਿਆ। ਇਹ ਬੰਦੇ ਦੇ ਹੱਥ ਵਿੱਚ ਤਾਂ ਕੁਝ ਵੀ ਨਹੀਂ ਹੁੰਦਾ।
ਇਹ ਤਾਂ ਜਿਹੜੇ ਮੱਥੇ ਦੇ ਲੇਖ ਹਨ, ਜਿਹੜੇ ਇਹ ਲਿਖ ਕੇ ਲਿਆਇਆ ਹੈ, ਜਿਹੜੇ ਪਰਮਾਤਮਾ ਨੇ ਪ੍ਰਾਲਬੱਧ ਲਿਖ ਦਿੱਤੇ। ਐਂਡ ਪ੍ਰਾਲਬੱਧ ਕੈਨੋਟ ਬੀ ਚੇਂਜ, ਇਹ ਚੇਂਜ ਵੀ ਨਹੀਂ ਹੁੰਦੀ, ਇਹ ਤਾਂ ਲਿਖੇ ਗਏ ਹੁਣ। ਸੋ ਇਸ ਕਰਕੇ ਕਹੋ ਨਾਨਕ ਪ੍ਰਾਣੀ ਪਹਿਲਾ ਪਹਿਰੈ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਹੇ ਪ੍ਰਾਣੀ, ਤੂੰ ਪਹਿਲਾ ਪਹਿਰ ਜਿਹੜਾ ਰਾਤ ਦਾ ਹੈ ਤੇਰੇ ਜੀਵਨ ਦਾ, ਹੁਕਮ ਪਿਆ ਗਰਭਾਸ। ਤੈਨੂੰ ਹੁਕਮ ਹੋ ਗਿਆ ਗਰਭਾਸ ਵਿੱਚ ਜਾਣ ਦਾ, ਗਰਭ ਵਿੱਚ ਜਾਣ ਦਾ, ਗਰਭ ਚ ਪੈਣ ਦਾ ਤੈਨੂੰ ਪ੍ਰਮਾਤਮਾ ਨੇ ਹੁਕਮ ਕਰ ਦਿੱਤਾ। ਇਹ ਰਾਤ ਦੇ ਪਹਿਰਾਂ ਦੀ ਗੱਲ ਕਿਉਂ ਮਹਾਰਾਜ ਨੇ ਕੀਤੀ? ਕਿਉਂਕਿ ਇਹ ਇਗਨੋਰੈਂਟ ਆ ਨਾ, ਇਹ ਹਨੇਰਾ ਹੈ ਨਾ, ਇੱਥੇ ਕਲਯੁਗ ਵਰਤ ਰਿਹਾ ਹੈ ਨਾ, ਇੱਥੇ ਮਾਇਆ ਹੈ ਨਾ। ਸੋ ਇਸ ਕਰਕੇ ਕਹਿੰਦੇ ਹਨੇਰਾ ਹੈ। ਕਿਉਂ ਪਰਮਾਤਮਾ ਜਿਹੜਾ ਹੈ ਜਦੋਂ ਕੋਈ ਜਨਮ ਲੈ ਕੇ ਆਉਂਦਾ ਉਹ ਮਾਇਆ ਵਿੱਚ ਉਲਝ ਜਾਂਦਾ ਹੈ ਨਾ, ਇਸ ਕਰਕੇ ਰਾਤ ਦਾ ਪਹਿਰ ਹੈ। ਸੋ ਇਹ ਪਹਿਲਾ ਰਾਤ ਦਾ ਪਹਿਰ ਸਤਿਗੁਰੂ ਜੀ ਕਹਿੰਦੇ ਤੈਨੂੰ ਹੁਕਮ ਹੋਇਆ ਤੂੰ ਗਰਭ ਵਿੱਚ ਜਾਣ ਦਾ। ਦੂਜਾ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ। ਦੇਖੋ ਹੁਣ ਦੂਜਾ ਪਹਿਰ ਰਾਤ ਦਾ, ਹੇ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ। ਦੇਖੋ ਜੋ ਤੂੰ ਜਿਹੜਾ ਹੈ ਤੂੰ ਤਾਂ ਪ੍ਰੋਮਿਸ ਕਰਦਾ ਸੀ ਨਾ ਪਰਮਾਤਮਾ ਨੂੰ ਕਿ ਮਹਾਰਾਜ ਮੈਨੂੰ ਬਚਾ ਲਾ ਇੱਥੋਂ, ਮੈਂ ਤੇਰਾ ਸਿਮਰਨ ਕਰਾਂਗਾ, ਮੈਂ ਤੇਰਾ ਧਿਆਨ ਜੋੜਾਂਗਾ, ਮੈਂ ਤੇਰੀ ਭਗਤੀ ਕਰਾਂਗਾ, ਤੂੰ ਜੋ ਕਹੇਗਾ ਮੈਂ ਉਹੀ ਕਰਾਂਗਾ, ਮਹਾਰਾਜ ਮੈਨੂੰ ਮੁੜ ਕੇ ਨਾ ਇਹ ਜੇ ਥਾਂ ਤੇ ਭੇਜੀ। ਹਾਂਜੀ, ਪਰ ਕਹਿੰਦੇ ਜਦੋਂ ਜੰਮਦਾ ਹੈ ਨਾ ਬੱਚਾ, ਜਦੋਂ ਜਨਮ ਲੈ ਕੇ ਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਕੀ ਹੁੰਦਾ ਹੈ? ਕਹਿੰਦੇ ਵਿਸਰ ਗਿਆ ਧਿਆਨ, ਤੇਰਾ ਧਿਆਨ ਵਿਸਰ ਗਿਆ, ਤੂੰ ਪਰਮਾਤਮਾ ਦਾ ਧਿਆਨ ਜਿਹੜਾ ਹਨ ਭੁਲਾ ਦਿੱਤਾ, ਤੈਨੂੰ ਹੁਣ ਧਿਆਨ ਨਹੀਂ ਰਿਹਾ ਪਰਮਾਤਮਾ ਤੇ। ਸਾਰੇ ਸੁੱਖ ਮਾਇਆ ਦੇ ਕਰਕੇ ਤੂੰ ਸਾਰੀ ਮਾਇਆ ਨੂੰ ਆਪਣਾ ਬਣਾ ਲਿਆ ਤੇ ਪਰਮਾਤਮਾ ਨੂੰ ਪਰਾਇਆ ਕਰਤਾ। ਹੱਥੋਂ ਹੱਥ ਨਚਾਈਐ ਵਣਜਾਰਿਆ ਮਿੱਤਰਾ। ਦੇਖੋ ਹੱਥੋਂ ਹੱਥ ਨਚਾਇਆ, ਕਹਿੰਦੇ ਤੂੰ ਜਨਮ ਲਿਆ, ਤੈਨੂੰ ਕਿਸੇ ਨੇ ਚੱਕ ਲਿਆ, ਬੇਬੀ ਤੈਨੂੰ ਕਿਸੇ ਨੇ ਚੱਕ ਲਿਆ, ਹੱਥਾਂ ਵਿੱਚ ਨਚਾਉਂਦੇ ਫਿਰਦੇ, ਤੈਨੂੰ ਖੇਡਦੇ ਫਿਰਦੇ, ਤੈਨੂੰ ਲੱਗਿਆ ਤੂੰ ਰੱਬੇ ਬਣ ਗਿਆ, ਤੂੰ ਤਾਂ ਪਰਮਾਤਮਾ ਨੂੰ ਭੁੱਲੇ ਗਿਆ। ਫਿਰ ਜਿਉਂ ਜਸਦਾ ਕਰ ਕਾਨ। ਕਹਿਣਗੇ ਜਿਵੇਂ ਜਸੋਦਾ, ਜਿਵੇਂ ਯਸੋਦਾ ਜਿਹੜਾ ਹਨ ਕਾਨ ਕ੍ਰਿਸ਼ਨ ਨੂੰ ਖਿਡਾਇਆ ਕਰਦੀ ਸੀ, ਗੋਦ ਵਿੱਚ ਲੈ ਕੇ ਯਸੋਦਾ ਨੇ ਖਿਡਾਉਣਾ ਕ੍ਰਿਸ਼ਨ ਨੂੰ। ਕਹਿਣਗੇ ਇਸੇ ਤਰ੍ਹਾਂ ਤੈਨੂੰ ਲੋਕ ਇੱਧਰ ਉੱਧਰ ਚੱਕਦੇ ਫਿਰਦੇ ਹਨ ਕਿ ਮੈਂ ਚੱਕ ਲਵਾਂ, ਮੈਂ ਚੱਕ ਲਵਾਂ। ਹਾਂਜੀ, ਖਿਡਾਉਂਦੇ, ਕੋਈ ਉੱਤੇ ਉਡਾਉਂਦਾ, ਕੋਈ ਬਿਠਾਉਂਦਾ, ਕੋਈ ਕਿਵੇਂ। ਕਹਿੰਦੇ ਸਾਰੇ ਘਰ ਜਿਹੜੇ ਹਨ ਕਹਿੰਦੇ ਜਿਵੇਂ ਯਸੋਦਾ ਕ੍ਰਿਸ਼ਨ ਨੂੰ ਕਰਦੀ ਹੈ, ਤੂੰ ਵੀ ਉਹਦੇ ਵਿੱਚ ਉਲਝ ਗਿਆ ਹੁਣ। ਹੱਥੋਂ ਹੱਥ ਨਚਾਈਐ ਪ੍ਰਾਣੀ। ਹਾਂ, ਕਹਿੰਦੇ ਫੇਰ ਪਹਿਲਾਂ ਲੋਕ ਤੈਨੂੰ ਨਚਾਉਂਦੇ ਸੀ, ਵੀ ਤੂੰ ਲੋਕਾਂ ਨੂੰ ਨਚਾਉਣਾ ਸ਼ੁਰੂ ਕਰ ਦਿੰਦਾ ਹੈ। ਮਾਤ ਕਹੈ ਸੁਤ ਮੇਰਾ। ਤੇ ਮਾਤਾ ਕਹਿੰਦੀ ਹੈ ਮੇਰਾ ਪੁੱਤਰ ਹੈ, ਮੇਰਾ ਪੁੱਤਰ ਹੈ, ਮੇਰਾ ਪੁੱਤਰ ਹੈ। ਮਾਂ ਤਾਂ ਮੁੜ ਮੁੜ ਕੇ ਕਹਿੰਦੀ ਵੀ ਪੁੱਤਰ ਮੇਰਾ ਹੀ ਹੈ, ਬਸ ਇਹ ਧੀ ਮੇਰੀ ਹੈ, ਇਹ ਮੇਰੇ ਪੁੱਤਰ ਮੇਰਾ ਹੀ ਹੈ। ਚੇਤ ਅਚੇਤ ਮੂੜ ਮਨ ਮੇਰੇ। ਕਹਿਣਗੇ ਚੇਤ ਅਚੇਤ, ਜਿਹੜਾ ਅਚੇਤ ਹੈ ਮਨੁੱਖ, ਤੂੰ ਭੁੱਲ ਗਿਆ ਹਾਂ, ਤੂੰ ਚੇਤ ਕਰ, ਤੂੰ ਚੇਤਾ ਕਰ, ਤੂੰ ਯਾਦ ਕਰ, ਤੂੰ ਪ੍ਰੋਮਿਸ ਕੀਤਾ ਸੀ ਪਰਮਾਤਮਾ ਨੂੰ ਕਿ ਮੈਂ ਜਾ ਕੇ ਜਨਮ ਲੈ ਕੇ ਤੇਰੀ ਭਗਤੀ ਕਰਾਂਗਾ। ਹੇ ਮੂੜ ਮਨ, ਤੂੰ ਮੂਰਖ ਮਨਾ, ਤੂੰ ਕੁਝ ਸੋਚ, ਕੁਝ ਯਾਦ ਕਰ। ਅੰਤ ਨਹੀਂ ਕਛ ਤੇਰਾ। ਕਿਉਂਕਿ ਸੰਸਾਰ ਵਿੱਚ ਅੰਤ ਵੇਲੇ ਤੇਰਾ ਤਾਂ ਕੁਝ ਵੀ ਨਹੀਂ ਹੈ। ਜਿਵੇਂ ਮਾਂ ਕਹਿੰਦੀ ਪੁੱਤਰ ਮੇਰਾ, ਪਰ ਕਹਿੰਦੇ ਪੁੱਤਰ ਤਾਂ ਤੇਰਾ ਨਹੀਂ ਨਾ, ਉਹ ਤਾਂ ਹੀ ਪਰਮਾਤਮਾ ਦਾ। ਤੂੰ ਆਪਣਾ ਕਿਉਂ ਬਣਾ ਕੇ ਵਾਧੂ ਦਾ ਮੋਹ ਕਰ ਰਹੀ ਹਾਂ? ਜਿਨੇ ਰਚ ਰਚਿਆ ਤਿਸ ਹੈ ਨਾ ਜਾਣੈ। ਦੇਖੋ ਜਿਹਨੇ ਤੇਰਾ ਰਚਿਆ, ਜਿਹਨੇ ਸੰਸਾਰ ਬਣਾਇਆ ਤੇਰੇ ਵਾਸਤੇ, ਉਹਨੂੰ ਨਹੀਂ ਤੂੰ ਯਾਦ ਕੀਤਾ, ਉਹਨੂੰ ਤੂੰ ਭੁਲਾ ਦਿੱਤਾ। ਮਨ ਭੀਤਰ ਧਰ ਗਿਆਨ। ਕਹਿਣਗੇ ਮਨ ਦੇ ਵਿੱਚ ਤੂੰ ਗਿਆਨ ਧਾਰਨ ਕਰ, ਜਿਹਦੇ ਕਰਕੇ ਤੈਨੂੰ ਅਸਲੀਅਤ ਦੀ ਪਹਿਚਾਨ ਹੋ ਜਾਵੇ, ਜਿਹਦੇ ਕਰਕੇ ਤੂੰ ਆਤਮਾ ਨੂੰ ਪਹਿਚਾਨ ਸਕੇ, ਜਿਹੜੇ ਗਿਆਨ ਕਰਕੇ ਤੂੰ ਨਿਰਗੁਣ ਸਰੂਪ ਨੂੰ ਜਿਹੜਾ ਜਾਣ ਸਕੇ। ਕਹੋ ਨਾਨਕ ਪ੍ਰਾਣੀ ਦੂਜਾ ਪਹਿਰੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਦੂਜੇ ਪਹਿਰ ਦੇ ਵਿੱਚ ਵਿਸਰ ਗਿਆ ਧਿਆਨ। ਦੇਖੋ ਧਿਆਨ ਵਿਸਰ ਗਿਆ। ਦੇਖੋ ਪਹਿਲੇ ਪਹਿਰ ਦੇ ਵਿੱਚ ਹੋਇਆ ਸੀ ਹੁਕਮ ਭਇਆ ਗਰਭਾਸ, ਹੁਕਮ ਹੋਇਆ ਜੀ ਗਰਭ ਵਿੱਚ ਜਾਣ ਦਾ। ਹੁਣ ਦੂਜੇ ਵਿੱਚ ਮਹਾਰਾਜ ਜੀ ਕਹਿੰਦੇ ਨੇ, ਕਹਿੰਦੇ ਦੇਖ ਭਾਈ ਵਿਸਰ ਗਿਆ ਧਿਆਨ, ਤੇਰਾ ਧਿਆਨ ਵਿਸਰ ਗਿਆ ਹੁਣ ਦੂਜੇ ਪਹਿਰ ਦੇ ਵਿੱਚ। ਤੀਜਾ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ। ਹੁਣ ਤੀਜੇ ਪਹਿਰ ਦੇ ਵਿੱਚ ਹੇ ਵਣਜਾਰਿਆ ਮਿੱਤਰਾ, ਧਨ ਜੋਬਨ ਸਿਓ ਚਿੱਤ। ਹੁਣ ਤੇਰਾ ਜਿਹੜਾ ਤੂੰ ਵੱਡਾ ਹੋਇਆ, ਤੇਰੇ ਮਿੱਤਰ ਜਿਹੜਾ ਹਨ, ਹੁਣ ਜਿਹੜਾ ਹਨ ਧਨ ਤੇਰਾ ਜਿਹੜਾ ਹਨ ਧਿਆਨ ਲੱਗ ਗਿਆ, ਤੈਨੂੰ ਪਿਆਰ ਪੈ ਗਿਆ ਵੈਲਥ ਦੇ ਨਾਲ, ਧਨ ਦੇ ਨਾਲ। ਤੈਨੂੰ ਆਪਣੀ ਜਵਾਨੀ ਤੇ ਈਗੋ ਹੋ ਗਈ, ਤੈਨੂੰ ਆਪਣੀ ਜਵਾਨੀ ਤੇ ਹੁਣ ਮਾਣ ਹੋ ਗਿਆ, ਤੂੰ ਆਪਣੀਆਂ ਜਵਾਨੀਆਂ ਮਾਣਨੀਆਂ ਸ਼ੁਰੂ ਕਰਤੀਆਂ। ਸੋ ਸਿਉ ਚਿੱਤ, ਇਹਨਾਂ ਵਿੱਚ ਤੇਰਾ ਚਿੱਤ ਰੁੜ ਜਿਹੜਾ ਹਨ ਲੱਗ ਗਿਆ। ਹਰ ਕਾ ਨਾਮ ਨਾ ਚੇਤ ਹੈ ਵਣਜਾਰਿਆ ਮਿੱਤਰਾ। ਹੇ ਵਣਜਾਰਿਆ ਮਿੱਤਰਾ, ਤੂੰ ਪਰਮਾਤਮਾ ਦਾ ਨਾਮ ਨਹੀਂ ਹੁਣ ਚੇਤੇ ਕਰਦਾ। ਬੱਧਾ ਛੁੱਟ ਹੈ ਜਿੱਤ। ਜੇ ਦੇਖੋ ਬੱਧਾ ਛੁੱਟ ਹੈ ਜਿੱਤ, ਕਹਿਣਗੇ ਜਿਹਦੇ ਕਰਕੇ ਤੂੰ ਬੱਧਿਆ ਹੋਇਆ ਇਹ ਮੋਹ ਦੇ ਵਿੱਚ ਤੂੰ ਛੁਟਕਾਰਾ ਪਾਉਣਾ ਸੀ, ਤੇ ਤੂੰ ਛੁਟਕਾਰਾ ਪਾਉਣ ਵਾਸਤੇ ਤੈਨੂੰ ਪਰਮਾਤਮਾ ਦਾ ਨਾਮ ਜਪਣਾ ਪੈਣਾ ਸੀ, ਤੂੰ ਉਹ ਤਾਂ ਛੱਡ ਦਿੱਤਾ ਹੁਣ। ਹਰ ਕਾ ਨਾਮ ਨਾ ਚੇਤੈ ਪ੍ਰਾਣੀ। ਤੂੰ ਹਰ ਦਾ ਨਾਮ ਨਹੀਂ ਚੇਤਨ ਕੀਤਾ, ਚੇਤਕ ਜਿਹੜਾ ਤੂੰ ਯਾਦ ਨਹੀਂ ਕੀਤਾ। ਵਿਕਲ ਭਇਆ ਸੰਗ ਮਾਇਆ। ਕਹਿਣਗੇ ਤੂੰ ਮਾਇਆ ਦੇ ਵਿੱਚ ਹੀ ਜਿਹੜਾ ਹਨ ਤੂੰ ਉਲਝ ਗਿਆ,
ਤੂੰ ਉਲਝ ਗਿਆ ਹੁਣ ਮਾਇਆ ਦੇ ਵਿੱਚ, ਤੈਨੂੰ ਹੁਣ ਵੀ ਕੋਈ ਵੀ ਜਿਹੜਾ ਹਨ ਚੇਤਾ ਨਹੀਂ ਰਿਹਾ। ਧਨ ਸਿਓ ਰੱਤਾ ਜੋਬਨ ਮੱਤਾ। ਕਹਿਣਗੇ ਦੇਖੋ ਧਨ ਸਿਓ ਰੱਤਾ, ਤੂੰ ਧਨ ਦੇ ਵਿੱਚ ਆਪਣਾ ਪਿਆਰ ਜੋੜ ਲਿਆ, ਤੂੰ ਧਨ ਦੇ ਵਿੱਚ ਹੀ ਆਪਣਾ ਜਿਹੜਾ ਹੈ ਸਭ ਕੁਝ ਸਮਝ ਲਿਆ, ਤੂੰ ਪਿਆਰ ਆਪਣਾ ਜਿਹੜਾ ਫੋਕਸ ਸਾਰਾ ਧਨ ਵਿੱਚ ਹੀ ਕਰ ਲਿਆ। ਇਸ ਕਰਕੇ ਅਹਲਾ ਜਨਮ ਗਵਾਇਆ। ਹਾਂ, ਇਹ ਵਿਅਰਥ ਹੀ ਤੂੰ ਜਨਮ ਗਵਾ ਲਿਆ, ਤੇਰਾ ਜਨਮ ਜਿਹੜਾ ਹੈ ਤੂੰ ਵਿਅਰਥ ਹੀ ਗਵਾ ਲਿਆ, ਕਿਉਂਕਿ ਧਨ ਸਿਓ ਰੱਤਾ ਤੇ ਦੂਜਾ ਜਵਾਨੀ, ਇਹ ਦੋਵਾਂ ਵਿੱਚ ਪੈ ਕੇ ਤੂੰ ਆਪਣਾ ਵਿਅਰਥ ਯੂਸਲੈਸ ਕਰ ਲਿਆ ਆਪਣਾ ਸਾਰਾ ਜਨਮ। ਧਰਮ ਸੇਤੀ ਵਪਾਰ ਨਾ ਕੀਤੋ। ਦੇਖੋ ਧਰਮ ਦੇ ਨਾਲ ਤੂੰ ਆਪਣਾ ਵਪਾਰ ਨਹੀਂ ਕੀਤਾ, ਜੋ ਜਿਹੜਾ ਹੈ ਕਹਿੰਦੇ ਉਹ ਪਰਮਾਤਮਾ ਜਿਹੜਾ ਸੀ ਧਰਮ ਦੇ ਨਾਲ ਤੈਨੂੰ ਮਿਲਣਾ ਸੀ, ਧਰਮ ਜਿਹੜਾ ਤੂੰ ਪ੍ਰੋਮਿਸ ਕੀਤਾ ਸੀ ਮਾਤਾ ਦੇ ਗਰਭ ਵਿੱਚ, ਤੂੰ ਉਹ ਪ੍ਰੋਮਿਸ ਵੀ ਭੁੱਲ ਗਿਆ। ਜਿਹੜਾ ਤੂੰ ਧਰਮ ਤੂੰ ਪ੍ਰੋਮਿਸ ਕਰਕੇ ਆਇਆ ਸੀ, ਕਹਿੰਦੇ ਛੇਤੀ ਵਪਾਰ ਨਾ ਕੀਤਾ, ਉਹਦਾ ਤੂੰ ਸਿਮਰਨ ਕਰਨ ਰੂਪੀ ਵਪਾਰ ਨਾ ਕੀਤਾ। ਕਰਮ ਨਾ ਕੀਤੋ ਮਿੱਤ। ਤੂੰ ਫਿਰ ਕੋਈ ਚੰਗਾ ਕਰਮ ਨਹੀਂ ਕੀਤਾ, ਨਿਸ਼ਕਾਮਤਾ ਵਾਲਾ ਕਰਮ ਵੀ ਨਾ ਤੂੰ ਕੀਤਾ। ਕਹੋ ਨਾਨਕ ਤੀਜੈ ਪਹਿਰੈ ਪ੍ਰਾਣੀ। ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਤੀਜੇ ਪਹਿਰ ਰਾਤ ਦੇ ਧਨ ਜੋਬਨ ਸਿਓ ਚਿੱਤ। ਧਨ ਤੇ ਜੋਬਨ ਵਿੱਚ ਤੇਰਾ ਚਿੱਤ ਲੱਗ ਗਿਆ, ਧਨ ਵੈਲਥ ਤੇ ਤੇਰੀ ਯੂਥ ਦੇ ਵਿੱਚ, ਤੇਰੀ ਸਰੀਰ ਦੇ ਜਿਹੜੇ ਹਨ ਸ਼ਕਤੀ ਦੇ ਵਿੱਚ, ਉਹਦਾ ਜਿਹੜਾ ਹੈ ਜੋਬਨ ਵਿੱਚ ਜਵਾਨੀ ਵਿੱਚ ਤੂੰ ਸਭ ਕੁਝ ਗਵਾ ਲਿਆ। ਹੁਣ ਤੂੰ ਭੁੱਲ ਗਿਆ ਪਰਮਾਤਮਾ ਨੂੰ। ਚੌਥਾ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ। ਚੌਥਾ ਪਹਿਰ ਜਿਹੜਾ ਅਖੀਰਲਾ ਪਹਿਰ ਹੈ ਰਾਤ ਦਾ, ਵਣਜਾਰਿਆ ਮਿੱਤਰਾ। ਲਾਵੀ ਆਇਆ ਖੇਤ। ਕਹਿਣ ਲੱਗੇ ਹੁਣ ਹਾਰਵੈਸਟ ਕਰਨ ਦਾ ਟਾਈਮ ਆ ਗਿਆ, ਹੁਣ ਤੂੰ ਬੁੱਢਾ ਹੋ ਗਿਆ, ਹੁਣ ਮਰਨ ਦਾ ਟਾਈਮ ਆ ਗਿਆ। ਕਹਿੰਦੇ ਲਾਵੀ ਆ ਗਏ, ਉਹ ਜਿਹੜੀਆਂ ਦਾਤੀਆਂ ਚੱਕ ਕੇ ਆ ਗਏ ਹੁਣ ਫਸਲਾਂ ਨੂੰ ਕੱਟਣ ਵਾਸਤੇ, ਤੇਰੇ ਜੀਵਨ ਨੂੰ ਹੁਣ ਖਤਮ ਕਰਨ ਵਾਸਤੇ, ਤੈਨੂੰ ਹਾਰਵੈਸਟ ਕਰਨ ਵਾਸਤੇ ਆ ਗਿਆ ਸਮਾਂ। ਜਾ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ। ਹੇ ਵਣਜਾਰਿਆ ਮਿੱਤਰਾ, ਜਦੋਂ ਤੈਨੂੰ ਜਮਾਂ ਨੇ ਆ ਕੇ ਪਕੜਨਾ ਹੈ ਨਾ, ਤੈਨੂੰ ਆ ਕੇ ਤੈਨੂੰ ਅਰੈਸਟ ਕਰ ਲੈਣਾ ਹੈ, ਤੈਨੂੰ ਆ ਕੇ ਉਹਨਾਂ ਨੇ ਪਕੜ ਲੈਣਾ ਹੈ, ਤੇਰਾ ਜੀਵਨ ਮੁੱਕ ਗਿਆ, ਹੁਣ ਤੈਨੂੰ ਮਾਰਨਾ ਹੈ ਉਹਨਾਂ ਨੇ। ਕਿਸੈ ਨਾ ਮਿਲਿਆ ਭੇਤ। ਕਹਿਣ ਲੱਗੇ ਜੇ ਤੈਨੂੰ ਮਾਰਨ ਲੱਗੇ ਤਾਂ ਤੈਨੂੰ ਮਾਰ ਕੇ ਜਿੱਥੇ ਲੈ ਕੇ ਜਾਣਗੇ ਕਿਸੇ ਨੂੰ ਨਹੀਂ ਪਤਾ ਲੱਗਣਾ ਤੂੰ ਕਿਵੇਂ ਮਰਿਆ ਤੇ ਤੂੰ ਕਿੱਥੇ ਗਿਆ ਮਰਨ ਤੋਂ ਬਾਅਦ, ਕਿਸੇ ਨੂੰ ਇਹ ਭੇਤ ਦਾ ਨਹੀਂ ਪਤਾ ਲੱਗਣਾ। ਭੇਤ ਚੇਤ ਹਰ ਕਿਸੈ ਨਾ ਮਿਲਿਓ। ਕਹਿਣਗੇ ਭੇਤ ਚੇਤ ਹਰ ਕਿਸੇ ਨਾ ਮਿਲਿਓ। ਜਿਹੜੀ ਚੀਜ਼ਾਂ ਨਾਲ ਤੂੰ ਪ੍ਰੇਮ ਕੀਤਾ ਸੀ, ਜਿਨ੍ਹਾਂ ਨਾਲ ਤੂੰ ਮੋਹ ਜੋੜਿਆ ਸੀ, ਜਿਹੜਾ ਧਨ ਤੇ ਜੋਬਨ ਨਾਲ ਤੂੰ ਹੰਕਾਰ ਕਰਦਾ ਸੀ, ਕਹਿੰਦੇ ਉਹ ਭੇਤ ਚੇਤ, ਕਹਿੰਦੇ ਇਹ ਜਿਹੜਾ ਭੇਤ, ਕਿਸੇ ਨੂੰ ਭੇਤ ਦਾ ਨਹੀਂ ਪਤਾ ਲੱਗਣਾ ਤੇਰੇ ਨਾਲ ਕੀ ਹੋਇਆ, ਕਿਸੇ ਨੇ ਤੈਨੂੰ ਚੇਤੇ ਵੀ ਨਹੀਂ ਕਰਨਾ ਤੇਰੇ ਮਰੇ ਤੋਂ ਬਾਅਦ, ਹਰ ਕਿਸੇ ਨਾ ਮਿਲਿਓ। ਉਹ ਤੋਂ ਬਾਅਦ ਜਿਹੜਾ ਹੈ ਕਹਿੰਦੇ ਹਰ ਕਿਸ ਜਿਹੜਾ ਹਰ ਸਾਰਿਆਂ ਨੇ ਹਰਤਾ, ਤੇ ਜਿਹੜਾ ਸਾਰਿਆਂ ਨੇ ਤੇ ਤੋਂ ਛੁੱਟ ਜਾਣਾ ਹੈ ਤੇ ਕਿਸੇ ਨਾ ਮਿਲਿਓ, ਤੂੰ ਕਿਸੇ ਨੂੰ ਨਹੀਂ ਫੇ ਮਿਲ ਸਕਦਾ। ਜਾ ਜਮ ਪਕੜ ਚਲਾਇਆ। ਜਦੋਂ ਜਮਾਂ ਨੇ ਪਕੜ ਕੇ ਤੈਨੂੰ ਚੱਲ ਕੇ ਲੈ ਗਏ ਤੈਨੂੰ ਧਰਮਰਾਜ ਕੋਲ। ਝੂਠਾ ਰੋਦਨ ਹੋਆ ਦੁਆਲਾ। ਦੇਖੋ ਫਿਰ ਲੋਕ ਆ ਕੇ ਤੇਰੇ ਵਾਸਤੇ ਰੋਣਗੇ, ਪਰ ਉਹ ਰੋਣਾ ਤਾਂ ਝੂਠਾ ਹੀ ਹੋਗਾ ਨਾ ਸਾਰਿਆਂ ਦਾ। ਕਿਹਨੇ ਤੇਰੇ ਵਾਸਤੇ ਰੋਣਾ ਹੈ, ਕਿਉਂਕਿ ਸਾਰਿਆਂ ਦੀ ਆਪੋ ਆਪਣੀ ਪਈ ਹੋਈ ਹੈ, ਸਾਰੇ ਮਤਲਬੀ ਹਨ। ਕਹਿੰਦੇ ਜਿਹੜਾ ਰੋਗਾ ਵੀ ਆ ਕੇ ਉਹ ਤਾਂ ਉਹਨਾਂ ਨੇ ਤਮਾਸ਼ਾ ਹੀ ਕਰਨਾ ਹੁੰਦਾ ਲੋਕਾਂ ਨੂੰ ਦਿਖਾਉਣ ਵਾਸਤੇ। ਖਿੰਨ ਮਹਿ ਭਇਆ ਪਰਾਇਆ। ਤੂੰ ਖਿੰਨ ਵਿੱਚ ਪਰਾਇਆ ਹੋ ਜਾਏਗਾ, ਤੇਰਾ ਸਰੀਰ ਚੱਕ ਕੇ ਉਹਨਾਂ ਨੇ ਦੱਬ ਦੇਣਾ ਹੈ, ਦਫਨ ਕਰ ਦੇਣਾ, ਜਾਂ ਤੇਰਾ ਸੰਸਕਾਰ ਕਰ ਦੇਣਾ ਆ ਕੇ। ਤੂੰ ਤਾਂ ਖਿੰਨ ਵਿੱਚ ਪਰਾਇਆ ਹੋ ਗਿਆ, ਲੋਕਾਂ ਨੇ ਕਾਢੋ ਕਰ ਦੇਣਾ ਤੇ ਘਰੋਂ ਵੀ ਇਹਨੂੰ ਕੱਢ ਕੇ ਲੈ ਜਾਓ ਹੁਣ ਛੱਤੀ। ਸਾਈ ਵਸਤ ਪ੍ਰਾਪਤ ਹੋਈ। ਕਹਿਣਗੇ ਸਾਈ ਵਸਤ ਪ੍ਰਾਪਤ ਹੋਈ, ਸਾਰਾ ਪੜ੍ਹਦੇ ਜਿਸ ਸਿਓ ਲਾਇਆ ਹੇਤ। ਕਹਿਣਗੇ ਸਾਈ ਵਸਤ ਪ੍ਰਾਪਤ ਹੋਈ, ਕਹਿੰਦੇ ਉਹੀ ਵਸਤੂ ਪ੍ਰਾਪਤ ਹੁੰਦੀ ਹੈ ਜਿਹਦੇ ਨਾਲ ਤੂੰ ਚਿੱਤ ਜੋੜਿਆ ਹੈ। ਅਖੀਰ ਕਰ ਤੈਨੂੰ ਉਹੀ ਮਿਲੇਗਾ ਜਿਹਦੇ ਨਾਲ ਤੂੰ ਆਪਣਾ ਇੰਟਰਸਟ ਜੋੜਿਆ, ਜਿਹਦੇ ਵਿੱਚ ਜਿਹੜੀ ਚੀਜ਼ ਨੂੰ ਤੂੰ ਫੇਵਰ ਕੀਤਾ ਆਪਣੀ ਸਾਰੀ ਜ਼ਿੰਦਗੀ, ਅਖੀਰ ਕਰ ਤੈਨੂੰ ਉਹੀ ਕੁਝ ਮਿਲਣਾ ਹੈ। ਸਾਈ ਵਸਤ ਪ੍ਰਾਪਤ ਹੋਈ, ਕਹਿੰਦੇ ਜੇ ਤੂੰ ਭਗਤੀ ਕਰ ਲੈਂਦਾ ਤਾਂ ਤੈਨੂੰ ਪਰਮਾਤਮਾ ਪ੍ਰਾਪਤ ਹੋ ਜਾਂਦਾ। ਜੇ ਤੂੰ ਜਿਹੜਾ ਹੈ ਜੇ ਤੂੰ ਮਾਇਆ ਵਿੱਚ ਚਿੱਤ ਜੋੜਿਆ, ਤੂੰ ਮਾਇਆ ਦਾ ਮੋਹ ਲੈ ਕੇ ਅਗਲੇ ਜਨਮ ਵਿੱਚ ਜਾਏਗਾ, ਫੇਰ ਤੇਰਾ ਅਗਲਾ ਜਨਮ ਫੇਰ ਹੋਵੇਗਾ। ਇਹ ਜਨਮ ਮਰਨ ਦੇ ਜਿਹੜੇ ਹਨ ਚੱਕਰਾਂ 'ਚ ਤੂੰ ਫਿਰਦਾ ਰਹੇਗਾ। ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਪ੍ਰਾਣੀਏ ਚੌਥੇ ਪਹਿਰੇ ਦੇ ਵਿੱਚ ਲਾਵੀ ਲੁਣਿਆ ਖੇਤ। ਉਹ ਲਾਵੀ ਜਿਹੜੇ ਹਨ, ਲਾਵੀ ਜਮਦੂਤ ਜਿਹੜੇ ਹਨ, ਖੇਤ ਵੱਢਣ ਵਾਲੇ ਜਿਹੜੇ ਹਨ, ਹਾਵਸ ਕਰਨ ਵਾਲੇ, ਉਹਨੇ ਆ ਕੇ ਕੱਟ ਦਿੱਤਾ ਸਾਰਾ ਖੇਤ, ਤੇਰਾ ਜੀਵਨ ਮੁਕਾ ਦਿੱਤਾ। ਜਿਹੜਾ ਜੀਵਨ ਤੋਂ ਇੰਨੇ ਸਾਲਾਂ ਵਿੱਚ ਬਣਾਇਆ ਸੀ ਨਾ, ਉਹ ਨਿਸ਼ਚਿੰਨ ਵਿੱਚ ਥੋੜੇ ਸਮੇਂ ਵਿੱਚ ਹੀ ਤੈਨੂੰ ਮਾਰ ਦੇਣਾ, ਆ ਕੇ ਮਾਰ ਕੇ ਜਿਹੜਾ ਤੇਰਾ ਸਾਰੀ ਉਮਰ ਦਾ ਬਣਾਇਆ ਹੋਇਆ ਤੇ ਤੂੰ ਪਰਾਇਆ ਹੋ ਜਾਣਾ। ਦੇਖੋ ਕਿੱਥੇ ਬੰਦਾ ਹਾਰਦਾ ਹੀ ਹੈ ਨਾ, ਸਾਰੀ ਉਮਰ ਲਾ ਦਿੰਦਾ ਬਣਾਉਣ ਵਾਸਤੇ, ਸਾਰੀ ਹਿੰਮਤ, ਸਾਰੇ ਸਵਾਸ ਜਿਹੜੇ ਦਿੱਤੇ ਸਨ ਸਿਮਰਨ ਵਾਸਤੇ, ਉਹ ਵੀ ਮਾਇਆ ਵਿੱਚ ਲਾ ਦਿੱਤੇ। ਪਰ ਜਦੋਂ ਇਹਨੇ ਮਰਨਾ ਹੈ, ਇੱਕ ਸੈਕਿੰਡ ਵਿੱਚ ਇਹਨੂੰ ਮਾਰ ਦੇਣਾ ਤੇ ਸਭ ਕੁਝ ਪਰਾਇਆ ਹੋ ਗਿਆ।
ਇਹਦਾ ਕੁਝ ਵੀ ਨਾ ਰਿਹਾ ਜਿਹੜਾ ਇਹਨੇ ਬਣਾਇਆ ਸੀ ਸਾਰੀ ਜ਼ਿੰਦਗੀ ਲਾ ਕੇ। ਸੋ ਮਹਾਰਾਜ ਜੀ ਇੱਥੇ ਇਹ ਸ਼ਬਦ ਪੜਿਆ ਸਤਿਗੁਰਾਂ ਨੇ, ਚੌਪੇ ਜਬ ਨਿਸ ਬੀਤ ਭਏ ਪੁਨ ਸਾਰਾ। ਜਦੋਂ ਐਸਾ ਸ਼ਬਦ ਪੜਿਆ ਨਾ ਸ਼ਾਮਾਂ ਵੇਲੇ ਸਤਿਗੁਰਾਂ ਨੇ, ਤਾਂ ਫੇਰ ਸਾਰੀ ਰਾਤ ਉਸ ਵੇਲੇ ਬੀਤ ਗਈ। ਜਦੋਂ ਰਾਤ ਬੀਤੀ ਸਵੇਰ ਹੋਈ, ਬਾਲਕ ਮਰ ਗਾ ਪਰੀ ਪੁਕਾਰਾ। ਕੀ ਹੋਇਆ? ਉਹ ਬਾਲਕ ਮਰ ਗਿਆ। ਲੋਕਾਂ ਦਾ ਰੋਣਾ ਪਿੱਟਣਾ ਸ਼ੁਰੂ ਹੋ ਗਿਆ ਜੀ। ਰੋਦਨ ਕਰੈ ਮਿਲ ਕੇ ਬਹੁ ਨਾਰੀ। ਨਾਰੀਆਂ ਜਿਹੜੀਆਂ ਆਪਸ ਵਿੱਚ ਮਿਲ ਮਿਲ ਕੇ ਰੋਣ ਲੱਗੀਆਂ, ਆਪਸ ਦੇ ਵਿੱਚ ਜੱਫੀਆਂ ਪਾ ਪਾ ਕੇ ਰੋਂਦੀਆਂ ਹਨ। ਬਾਰ ਉਖਾਰ ਸੀਸ ਕੇ ਡਾਰੀ। ਕਹਿੰਦੇ ਬਾਹਰ ਉਖਾਰ, ਉਹਨਾਂ ਨੇ ਆਪਣੇ ਵਾਲ ਵੂਲ ਖਿਲਾਰ ਲਏ ਜੀ, ਸਾਰੇ ਖਿਲਾਰ ਕੇ ਜਿਹੜੀਆਂ ਹਨ ਰੋਣ ਲੱਗੀਆਂ, ਪਿੱਟਣ ਲੱਗੀਆਂ। ਨਿਕਸੇ ਵਹਿਰ ਬਾਲ ਕੋ ਲੀਨਾ। ਕਹਿਣ ਲੱਗੇ ਬਾਲਕ ਨੂੰ ਲੈ ਕੇ ਫਿਰ ਬਾਹਰ ਲਿਆਂਦਾ ਜੀ, ਮਰੇ ਹੋਏ। ਉਹ ਬਾਲਕ ਮਰ ਗਿਆ ਵਿਚਾਰਾ, ਇੱਕ ਦਿਨ ਦਾ ਸੀਗਾ ਬੇਬੀ, ਉਹਨੂੰ ਮਰੇ ਹੋਏ ਨੂੰ ਬਾਹਰ ਲੈ ਕੇ ਆਏ। ਹੁਣ ਮਿਨ ਕਹਿ ਧਰਾ ਦਾਬ ਸੋ ਦੀਨਾ। ਧਰਤੀ ਨੂੰ ਖੋਦ ਕੇ, ਧਰਤੀ ਨੂੰ ਡਿੱਗ ਕਰਕੇ ਉਹ ਬੇਬੀ ਨੂੰ ਜਿਹੜਾ ਹੈ ਬਰੀ ਕਰਤਾ ਵਿੱਚ, ਉਦੋਂ ਉਹਨੂੰ ਜਿਹੜਾ ਦੱਬਤਾ ਵਿੱਚ। ਕਰੈ ਬਿਰਲਾਪ ਅਨੇਕ ਪ੍ਰਕਾਰਾ। ਕਹਿੰਦੇ ਬੜੇ ਤਰ੍ਹਾਂ ਦੇ ਵਿਰਲਾਪ ਰੋਣੇ ਪਿੱਟਣੇ ਕਰਦੇ ਹਨ। ਵੱਡਿਓ ਗ੍ਰਾਮ ਮਹਿ ਸੋਕ ਅਪਾਰਾ। ਉਹ ਸਾਰੀ ਪਿੰਡ ਦੇ ਵਿੱਚ ਬੜਾ ਸੋਕ, ਬੜਾ ਦੁੱਖ ਹੋਇਆ ਜੀ ਸਾਰਿਆਂ ਨੂੰ। ਤਿੰਨ ਬਿਲੋਕ ਬੋਲਿਓ ਮਰਦਾਨਾ। ਉਹਨਾਂ ਨੂੰ ਦੇਖ ਕਰਕੇ ਭਾਈ ਮਰਦਾਨਾ ਜੀ ਬੋਲੇ, ਪੂਰਬ ਇਨਕੇ ਹਰਖ ਮਹਾਨਾ। ਦੇਖੋ ਮਹਾਰਾਜ ਕੱਲ ਤਾਂ ਖੁਸ਼ੀਆਂ ਵਧਾਈਆਂ ਦਿੰਦੇ ਫਿਰਦੇ ਸੀ, ਅੱਜ ਰੋਂਦੇ ਫਿਰਦੇ ਹਨ। ਅਬ ਹੋਇਓ ਸੁਤ ਸੋਕ ਬਿਸਾਲਾ। ਤੇ ਹੁਣ ਮਰ ਗਿਆ, ਹੁਣ ਰੋਂਦੇ ਪਿੱਟਦੇ ਫਿਰਦੇ ਹਨ ਬਹੁਤ। ਰੁਦਨ ਕਰਤ ਅਚਰਜ ਗਤ ਕਾਲਾ। ਮਹਾਰਾਜ ਕੱਲ ਦੀ ਗਤੀ ਤੇ ਅੱਜ ਦੀ ਗਤੀ ਦੇਖ ਕੇ ਬੜੀ ਹੈਰਾਨਗੀ ਹੁੰਦੀ ਹੈ। ਦੇਖੋ ਇੱਕ ਦਿਨ ਦਾ ਹੀ ਫਰਕ ਸੀ। ਮੋਹ ਫਸੇ ਨਰ ਦੁਖ ਸੁਖ ਮਾਨਤ। ਦੇਖੋ ਮੋਹ ਦੇ ਵਿੱਚ ਫਸੇ ਹੋਏ ਵਿਚਾਰੇ ਕਿਵੇਂ ਦੁਖੀ ਹੋ ਰਹੇ ਹਨ। ਕਰਤਾ ਹਰਤਾ ਨਹਿ ਪਛਾਨਤ। ਦੇਖੋ ਮੋਹ ਦੇ ਕਰਕੇ ਦੁੱਖ ਮਹਿਸੂਸ ਹੁੰਦਾ ਹੈ, ਸੁੱਖ ਮਹਿਸੂਸ ਹੁੰਦਾ ਹੈ। ਤੇ ਇਹ ਦੋਵੇਂ ਹਾਲਤਾਂ ਜਿਹੜੀਆਂ ਹਨ ਉੱਥੇ ਬੈਠੇ ਬੈਠਿਆਂ ਨੇ ਗੁਰੂ ਨਾਨਕ ਸਾਹਿਬ, ਭਾਈ ਬਾਲਾ ਤੇ ਭਾਈ ਮਰਦਾਨੇ ਨੇ ਦੇਖੀਆਂ। ਭਾਈ ਮਰਦਾਨਾ ਕਹਿੰਦਾ ਕਰਤਾ ਹਰਤਾ ਨਹਿ ਪਹਿਚਾਨਤ। ਦੇਖੋ ਇਹਨਾਂ ਨੂੰ ਦੁੱਖ ਤੇ ਸੁੱਖ ਤਾਂ ਦਿਖਾਈ ਦਿੰਦਾ ਹੈ, ਫੀਲ ਹੁੰਦਾ ਹੈ, ਪਰ ਕਿ ਜਿਹੜਾ ਕਰਤਾ ਤੇ ਹਰਤਾ, ਜੋ ਇਹਨੂੰ ਬੇਬੀ ਨੂੰ ਬਣਾਉਣ ਵਾਲਾ ਸੀ ਤੇ ਬੇਬੀ ਨੂੰ ਮਾਰਨ ਵਾਲਾ, ਉਹ ਭੁੱਲ ਗਿਆ। ਉਹ ਨਹੀਂ ਇਹਨਾਂ ਨੂੰ ਯਾਦ ਹੈਗਾ ਵੀ ਗੁਰੂ ਨਾਨਕ ਸਾਹਿਬ ਜੀ ਇੱਥੇ ਬੈਠੇ ਨੇ, ਆ ਜਾਓ ਇੱਥੇ। ਉਹ ਨਹੀਂ ਦਿਸਦਾ, ਬਸ ਉਹ ਜਿਹੜਾ ਆਪਣਾ ਦੁੱਖ ਤੇ ਸੁੱਖ ਦਿਸਦਾ। ਇਹ ਤਾਂ ਕਹਿੰਦੇ ਨਾ ਕੁੱਤਾ ਦ੍ਰਿਸ਼ਟੀ ਹੈ, ਜੋ ਸਿਰਫ ਉਹੀ ਚੀਜ਼ ਨੂੰ ਦੇਖਦੇ ਨੇ, ਗੁਰੂ ਨਾਨਕ ਸਾਹਿਬ ਨੂੰ ਨਹੀਂ ਦੇਖਿਆ ਉੱਥੇ। ਸੁਣ ਕਰ ਸ੍ਰੀ ਗੁਰ ਪਰਮ ਉਧਾਰਾ। ਮਹਾਰਾਜ ਜੋ ਪਰਮ ਉਦਾਰ ਨੇ, ਵੈਰੀ ਜਨਰਸ ਹਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ। ਕਹਿਛਨ ਏਕ ਸ਼ਲੋਕ ਉਚਾਰਾ। ਮਹਾਰਾਜ ਨੇ ਭਾਈ ਮਰਦਾਨੇ ਦੀ ਇਹ ਗੱਲ ਸੁਣ ਕੇ ਇੱਕ ਸ਼ਲੋਕ ਉਚਾਰਨ ਕੀਤਾ। ਇਹ ਸ਼ਲੋਕ ਗੁਰਬਾਣੀ ਵਿੱਚ ਨਹੀਂ ਹੈਗਾ। ਸ਼ਲੋਕ ਜਿਤ ਮੋਹਿ ਮਿਲੈ ਮੁਮਾਰ ਰਖੀ। ਲੱਖ ਲੱਖ ਮਿਲਨ ਅਸੀਸ। ਸੇ ਮੁਖ ਰੋਂਦੇ ਡਿਠ ਮੈਂ ਮਿਲ ਮਿਲ ਪਿੱਟਨ ਸੀਸ। ਦੇਖੋ ਇਹ ਸ਼ਲੋਕ ਜਿਹੜਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤਾ, ਕਹਿੰਦੇ ਸ਼ਲੋਕ ਜਿਤ ਮੋਹਿ ਮਿਲੈ ਮੁਮਾਰ ਰਖੀ। ਕਹਿੰਦੇ ਜਿਹੜਿਆਂ ਨੂੰ ਜਿਹੜਾ ਹਨ ਮਿਲ ਮਿਲ ਕੇ ਮੂੰਹ ਦੇ ਨਾਲ ਵਧਾਈਆਂ ਦਿੰਦੇ ਸਨ, ਲੱਖ ਲੱਖ ਮਿਲਨ ਅਸੀਸ। ਤੇ ਲੱਖਾਂ ਦੀਆਂ ਲੱਖਾਂ ਅਸੀਸਾਂ ਮਿਲਦੀਆਂ ਸਨ ਉਹ ਬੱਚੇ ਨੂੰ ਦਿੰਦੇ ਸਨ ਆ ਕੇ ਸਾਰੇ। ਸੇ ਮੁਖ ਰੋਂਦੇ ਡਿਠ ਮੈਂ। ਅੱਜ ਅਸੀਂ ਉਹੀ ਮੁਖ ਰੋਂਦੇ ਦਿਖੇ ਹਨ, ਮਿਲ ਮਿਲ ਪਿੱਟਨ ਸੀਸ। ਜਿਹੜੇ ਇੱਕ ਦੂਜੇ ਨੂੰ ਮਿਲ ਮਿਲ ਕੇ ਵਧਾਈਆਂ ਦਿੰਦੇ, ਅੱਜ ਜੱਫੀਆਂ ਪਾ ਪਾ ਕੇ ਪਿੱਟਦੇ ਹਨ, ਰੋਂਦੇ ਹਨ। ਚੌਪਈ ਇਸ ਪ੍ਰਕਾਰ ਕਹਿ ਕੇ ਜਗ ਸਾਈ। ਇਸ ਪ੍ਰਕਾਰ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਇਹ ਸ਼ਲੋਕ ਉਚਾਰਨ ਕੀਤਾ। ਥਾਨ ਥਾਨ ਗਮਨੇ ਮਨ ਭਾਈ। ਮਹਾਰਾਜ ਫਿਰ ਉਸ ਤੋਂ ਬਾਅਦ ਇਹ ਵੰਜਾਰਿਆਂ ਦੇ ਪਿੰਡ ਤੋਂ ਨਿਕਲ ਕੇ ਮਹਾਰਾਜ ਜੀ ਹੁਣ ਤੁਰ ਪਏ ਹਨ। ਮਨੁਜ ਅਨੇਕ ਉਦਾਹਰਨ ਕਾਰਨ। ਦੇਖੋ ਮਨੁੱਖਾਂ ਨੂੰ ਉਦਾਹਰਨ ਵਾਸਤੇ, ਲੱਖਾਂ ਹੀ ਮਨੁੱਖਾਂ ਨੂੰ ਉਧਾਰ ਕਰਨ ਵਾਸਤੇ ਮਨੁੱਖਾਂ ਦਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸੰਸਾਰ ਦੇ ਵਿੱਚ ਮਹਾਰਾਜ ਜੀ ਵਿਚਰ ਰਹੇ ਹਨ। ਵਿਚਰਤ ਭੇ ਜਗ ਦੰਭ ਵਿਧਾਰਨ। ਦੇਖੋ ਜਗ ਦੰਭ, ਜਗ ਦਾ ਪਖੰਡ, ਜਗ ਦੀ ਹਿਪੋਕ੍ਰੇਸੀ ਨੂੰ ਮੁਕਾਉਣ ਵਾਸਤੇ, ਖਤਮ ਕਰਨ ਵਾਸਤੇ ਮਹਾਰਾਜ ਜੀ ਸੰਸਾਰ ਤੇ ਵਿਚਰ ਰਹੇ ਹਨ। ਸੋ ਇੱਥੇ ਸਮਾਪਤੀ ਹੈ ਇਸ ਅਧਿਆਈ ਦੀ। ਮਨੁਜ ਅਨੇਕ ਉਦਾਹਰਨ ਕਾਰਨ। ਵਿਚਰਤ ਭੇ ਜਗ ਦੰਭ ਵਿਦਾਰਣ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰ ਦੇ ਭਾਰਤ ਖੰਡੇ ਆਵਨ ਪ੍ਰਸੰਗ ਵਰਣਨ ਨਾਮ ਤ੍ਰਿਤਿਓ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।